ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਰਾਗ ਬਾਣੀ ਭਗਤ ਬੇਣੀ ਜੀਓ ਕੀ। ਪਹਿਰਿਆ ਕੈ ਘਰ ਗਾਵਣਾ। ਇਕ ਓੰਕਾਰ ਸਤਿਗੁਰ ਪ੍ਰਸਾਦ। ਰੇ ਨਰ ਗਰਭ ਕੁੰਡਲ ਜਬ ਆਸਤ। ਉਰਦ ਧਿਆਨ ਲਿਵ ਲਾਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ। ਅਕਾਲ ਗੋ ਬਾਣੀ ਸਤਿਗੁਰਾਂ ਦੀ ਰਸਨਾ ਤੋਂ ਉਚਾਰਨ ਕੀਤੀ ਹੋਈ, ਜਿਸ ਦੀ ਲੜੀਵਾਰ ਕਥਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਗੁਰੂ ਸਾਹਿਬ ਨੇ ਆਪਾਂ ਨੂੰ ਬਖਸ਼ੀ ਹੋਈ ਹੈ। ਸ੍ਰੀ ਰਾਗ ਦੀ ਭਗਤਾਂ ਦੀ ਬਾਣੀ ਵਿੱਚ ਕਥਾ ਵਿਆਖਿਆ ਸਹਿਤ ਪਾਠ ਚੱਲ ਰਿਹਾ ਹੈ। ਜਿਸ ਪ੍ਰਕਾਰ ਸਤਿਗੁਰੂ ਮਹਾਰਾਜ ਸਾਹਿਬ ਜੀ ਕਿਰਪਾ ਕਰਦੇ ਹੈ, ਭਗਤ ਬੇਣੀ ਜੀ ਦੀ ਇੱਥੇ ਬਾਣੀ ਉਚਾਰਨ ਕੀਤੀ ਹੋਈ ਨੂੰ ਭਾਈ ਗੁਰਦਾਸ ਸਾਹਿਬ ਜੀ ਤੋਂ ਲਿਖਵਾ ਰਹੇ ਹੈ। ਜਿਹੜੇ ਭਗਤ ਬੇਣੀ ਜੀ ਸਨ, ਇਹਨਾਂ ਦਾ ਜਿਹੜਾ ਜਨਮ ਹੈ ਉਹ ਪੂਰਬ ਵਾਲੇ ਪਾਸੇ ਯੂਪੀ ਦੇ ਵਿੱਚ ਹੋਇਆ। ਪਰਮੇਸ਼ਰ ਦੇ ਸਿਮਰਨ ਦੇ ਵਿੱਚ ਲੀਨ ਰਹਿੰਦੇ ਸਨ। ਗੰਗਾ ਦੇ ਕਿਨਾਰੇ ਬਹੁਤ ਇਹਨਾਂ ਨੇ ਭਾਰੀ ਸਿਮਰਨ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਲਗਨ ਸੀ ਲੱਗੀ ਹੋਈ। ਗ੍ਰਸਤੀ ਸਨ, ਸ਼ਾਦੀ ਹੋਈ ਸੀ, ਬੜੇ ਵਿਦਵਾਨ ਸਨ। ਉਹਨਾਂ ਦੇ ਇਹ ਅੰਮ੍ਰਿਤਮਈ ਬਾਣੀ ਦਾ ਸ਼ਬਦ ਹੈ। ਇਹ ਅੱਖਰ ਜਿਸ ਤਰ੍ਹਾਂ ਭਾਈ ਗੁਰਦਾਸ ਜੀ ਨੇ ਲਿਖੇ, ਜਿਵੇਂ ਜਿਵੇਂ ਅੱਖਰ ਲਿਖੇ ਹੈ, ਉਹਨਾਂ ਅੱਖਰਾਂ ਦੇ ਨਾਲ ਆਪਾਂ ਵਿਚਾਰ ਕਰਦੇ ਜਾਈਏ। ਇਹਨਾਂ ਦੀ ਜਿਹੜੀ ਮੁੱਢਲੀ ਕਥਾ ਹੈ, ਪਹਿਲਾਂ ਥੋੜੀ ਜਿਹੀ ਉਹ ਵਿਚਾਰ ਲਈਏ। ਵਿਦਵਾਨ ਸਨ, ਪਰ ਆਮ ਵਿਦਵਾਨਾਂ ਨਾਲੋਂ ਇਹ ਅੰਤਰ ਸੀ ਕਿ ਵਿਦਿਆ ਪੜ੍ਹ ਕੇ ਇਹਨਾਂ ਨੇ ਪਰਮੇਸ਼ਰ ਵਾਹਿਗੁਰੂ ਦਾ ਜਿਹੜਾ ਸਿਮਰਨ ਹੈ, ਭਗਤੀ ਸਹਿਤ ਗਿਆਨ ਵਾਲੀ ਅਵਸਥਾ ਸੀ। ਇਹਨਾਂ ਦੇ ਕਥਾ ਦਾ ਪ੍ਰਭਾਵ ਸੀ। ਉੱਥੇ ਦਾ ਜਿਹੜਾ ਰਾਜਾ ਸੀ, ਉਹਨੇ ਭਗਤ ਜੀ ਦੀ ਰਸਨਾ ਤੋਂ ਕਿਤੇ ਕਥਾ ਸੁਣੀ। ਫਿਰ ਪੱਕੇ ਤੌਰ ਤੇ ਆਪਣੇ ਰਾਜ ਮਹਿਲਾਂ ਦੇ ਵਿੱਚ ਉਹਨੇ ਕਿਹਾ, ਭਗਤ ਜੀ ਰੋਜ਼ ਕਥਾ ਸੁਣਾਇਆ ਕਰੋ। ਰਾਜਾ ਬੜਾ ਪ੍ਰਸੰਨ ਸੀ। ਸਮਾਂ ਗੁਜ਼ਰਦਾ ਗਿਆ। ਭਗਤ ਜੀ ਦਾ ਮਨ ਰਾਜ ਦਰਬਾਰ ਵਿੱਚ ਕਥਾ ਕਰਨ ਤੋਂ ਹਟ ਕੇ ਫਿਰ ਇਕਾਂਤ ਵਿੱਚ ਬਹਿ ਕੇ ਅਭਿਆਸ ਕਰਨ ਲੱਗ ਗਏ। ਯੋਗਾ ਅਭਿਆਸੀ ਵੀ ਸਨ। ਪ੍ਰਾਣਾਂ ਨੂੰ ਟਿਕਾ ਕੇ ਪਰਮੇਸ਼ਰ ਦੇ ਸਿਮਰਨ ਦਾ ਚਿੰਤਨ ਕਰਿਆ ਕਰਦੇ ਸਨ। ਭਗਤ ਬੇਣੀ ਜੀ ਦੇ ਅੰਦਰ ਇੰਨਾ ਪਿਆਰ ਪਰਮੇਸ਼ਰ ਦਾ ਜਾਗਰਤ ਹੋ ਗਿਆ। ਸਾਰਾ ਦਿਨ ਚੌਂਕੜਾ ਮਾਰ ਕੇ ਬੈਠੇ ਰਹਿੰਦੇ। ਸਮਾਂ ਗੁਜ਼ਰਦਾ ਗਿਆ। ਘਰ ਦੇ ਪਦਾਰਥ ਖਤਮ ਹੋ ਗਏ। ਭਗਤ ਜੀ ਦੇ ਘਰੋਂ ਬੜੇ ਸਬਰ ਵਾਲੇ ਸੀ। ਉਹਨੇ ਕਿਹਾ, ਜੀ ਆਹ ਚੀਜ਼ ਨਹੀਂ ਹੈ, ਘਰ ਵਿੱਚ ਆਟਾ ਨਹੀਂ ਹੈ, ਦਾਲ ਨਹੀਂ ਹੈ, ਇੱਥੋਂ ਤੱਕ ਕਈ ਵਾਰੀ ਲੂਣ ਤੱਕ ਨਹੀਂ ਹੈ। ਤੁਸੀਂ ਰਾਜੇ ਨੂੰ ਕਹਿ ਕੇ ਪਦਾਰਥ ਨਹੀਂ ਲੈ ਸਕਦੇ? ਉਹ ਕਹਿੰਦਾ, ਭਾਗਾਂ ਵਾਲੀਏ, ਮੈਂ ਕਦੇ ਮੰਗਿਆ ਨਹੀਂ, ਪਰ ਜਦੋਂ ਕਥਾ ਦਾ ਭੋਗ ਪਏਗਾ ਉਹਨੇ ਆਪ ਹੀ ਦੇ ਦੇਣਾ। ਕੋਈ ਨਹੀਂ, ਸਬਰ ਧਾਰ। ਟਾਲ ਮਟੋਲਾ ਕਰਦੇ ਰਹੇ। ਇਹ ਟਾਲ ਮਟੋਲੇ ਦੇ ਵਿੱਚ ਘਰ ਵਾਲੀ ਨੂੰ ਸਮਝਾ ਦੇਣਾ ਕਿ ਮੈਂ ਕਥਾ ਕਰਦਾ, ਪਰ ਕਥਾ ਕਰਨ ਤੋਂ ਹਟ ਕੇ ਰਾਜੇ ਦੇ ਜਾਇਆ ਨਾ ਕਰਨ। ਸਿਮਰਨ ਭਜਨ ਵਿੱਚ ਲੀਨ ਰਹਿੰਦੇ। ਭਾਈ ਗੁਰਦਾਸ ਸਾਹਿਬ ਨੇ ਜਿਹੜੀ 10ਵੀਂ ਵਾਰ ਲਿਖੀ ਹੈ, ਉਹਦੇ ਵਿੱਚ ਭਗਤ ਜੀ ਦੇ ਪ੍ਰਥਾਏ 14ਵੀਂ ਪੌੜੀ ਆਉਂਦੀ। ਭਾਈ ਗੁਰਦਾਸ ਦੀ ਰਸਨਾ ਤੋਂ ਗੁਰਮੁਖ ਬੇਣੀ ਭਗਤ ਕਰ। ਜਾਏ ਇਕਾਂਤ ਬਹਿ ਲਿਵ ਲਾਵੈ। ਕਰਮ ਕਰੈ ਅਧਿਆਤਮੀ। ਹੋਰ ਸ ਕਿਸੇ ਨਾ ਅਲਖ ਲਿਖਾਵੈ। ਘਰ ਆਇਆ ਜਾਂ ਪੁੱਛੀਐ। ਰਾਜ ਦੁਆਰ ਗਿਆ ਆਲਾਵੈ। ਘਰ ਸਭ ਬਥੂ ਮੰਗੀਆਂ। ਬਲਛਲ ਕਰਕੇ ਝੱਤ ਲੰਘਾਵੈ। ਵੱਡਾ ਸੰਗ ਵਰਤਦਾ ਉਹ ਇੱਕ ਮਨ ਪਰਮੇਸ਼ਰ ਧਿਆਵੈ। ਪੈਜ ਸਵਾਰੈ ਭਗਤ ਦੀ ਰਾਜਾ ਹੋਏ ਕੇ ਕਰ ਚਲਿਆਵੈ। ਦੇ ਦਿਲਾਸਾ ਤੁਸ ਕੈ ਅਣਗਣਤੀ ਖਰਚੀ ਪਹੁੰਚਾਵੈ। ਉਥੋਂ ਆਇਆ ਭਗਤ ਪਾਸ ਹੋਏ ਦਇਆਲ ਹੇਤ ਉਪਜਾਵੈ।
ਭਗਤ ਜਨਾਂ ਜੈਕਾਰ ਕਰਾਵੇ। ਭਾਈ ਗੁਰਦਾਸ ਸਾਹਿਬ ਨੇ ਲਿਖਿਆ। ਕਹਿੰਦੇ ਕਾਰਨ ਕੀ ਵਰਤਿਆ ਵੀ ਇੱਕ ਦਿਨ ਵੱਡਾ ਸਾਂਗ ਵਰਤਾ ਦਿੱਤਾ ਪਰਮੇਸ਼ਰ ਨੇ। ਹੁਣ ਕੋਈ ਚੀਜ਼ ਘਰ ਵਿੱਚ ਹੈ ਨਹੀਂ ਸੀ। ਥੋੜਾ ਬਹੁਤ ਆਧਾਰ ਸੁਧਾਰ ਗਮਾਂਡੀਆਂ ਤੋਂ ਮੰਗ ਕੇ ਕੰਮ ਚੱਲਦਾ ਰਿਹਾ। ਆਧਾਰ ਵਾਲੇ ਕਿੰਨਾ ਕੁ ਚਿਰ ਦਿੰਦੇ ਆ, ਭਾਈ ਵੀ ਤੂੰ ਪਹਿਲੇ ਹੀ ਨਹੀਂ ਆਧਾਰ ਮੋੜਿਆ ਹੈ। ਉਹ ਪਰਮੇਸ਼ਰ ਦੇ ਇਰਾਦਿਆਂ ਦੇ ਆਨੰਦ ਵਿੱਚ ਗੁੜਚ ਰਹੇ ਵੀ ਜੇ ਤੂੰ ਭੁੱਖ ਦੇ ਰਿਹਾ ਹੈ ਇਹ ਵੀ ਤੇਰਾ ਭਾਣਾ ਹੈ। ਸਬਰ ਧਾਰ ਲਿਆ। ਸਮਾਂ ਗੁਜ਼ਰਦਾ ਗਿਆ। ਭਗਤ ਜੀ ਦੇ ਉਸੇ ਗਰੀਬੀ ਦੀ ਹਾਲਤ ਵੀ ਕਹਿੰਦੇ ਪੁੱਤਰ ਪੈਦਾ ਹੋਇਆ। ਜਦੋਂ ਪੁੱਤਰ ਪੈਦਾ ਹੋਇਆ ਤਾਂ ਲੋਕਾਂ ਨੂੰ ਵਧਾਈ ਦਾ ਗੁੜ ਵੰਡਣ ਵਾਸਤੇ ਘਰ ਵਿੱਚ ਗੁੜ ਨਹੀਂ ਹੈ, ਮਿੱਠਾ ਨਹੀਂ ਹੈ। ਭਗਤ ਐਵੇਂ ਨਹੀਂ ਕਾਮਯਾਬ ਹੋਏ। ਨਾ ਘਰ ਵਿੱਚ ਘੀ ਹੈ, ਕੁਝ ਵੀ ਪਦਾਰਥ ਨਹੀਂ। ਅਤਿਅੰਤ ਤਕਲੀਫ ਹੈ। ਜੰਗਲ ਦੇ ਪਰਮੇਸ਼ਰ ਦੀ ਆਰਾਧਨਾ ਭਗਤ ਜੀ ਕਰੀ ਜਾਂਦੇ ਹੈ। ਭਗਤ ਵੇਣੀ ਜੀ ਸਿਮਰਨ ਵਿੱਚ ਜੁੜੇ। ਪਰਮੇਸ਼ਰ ਨੇ ਭਗਤਾਂ ਦਾ ਬਚਨ ਪੂਰਾ ਕਰਨ ਵਾਸਤੇ ਕਿ ਭਗਤ ਜੀ ਕਹਿੰਦੇ ਆ ਮੈਂ ਰਾਜੇ ਦੇ ਦਰਬਾਰ ਵਿੱਚ ਜਾਣਾ। ਉਹ ਸੁਰਤ ਦੁਆਰਾ ਰਾਜਾਨ ਰਾਜ ਦੇ ਦਰਬਾਰ ਵਿੱਚ ਜਾਂਦਾ ਸੀ। ਇਹ ਨਹੀਂ ਵੀ ਭਗਤ ਜੀ ਨੇ ਝੂਠ ਬੋਲਿਆ, ਉਹ ਰੱਬ ਨੂੰ ਰਾਜਾ ਕਹਿੰਦਾ ਸੀ। ਤੇ ਜਿਸ ਵੇਲੇ ਪਰਮੇਸ਼ਰ ਨੇ ਭਾਣਾ ਇਹ ਵਰਤਾਇਆ ਤੇ ਜਿਸ ਵੇਲੇ ਬੇਣੀ ਜੀ ਦੇ ਘਰ ਦੇ ਵਿੱਚ ਰਾਜਾ ਰੂਪ ਧਾਰਨ ਕਰਕੇ, ਸਰਗੁਣ ਸਰੂਪ ਧਾਰਨ ਕਰ ਲਿਆ ਰਾਜੇ ਵਾਲਾ, ਘਰ ਪਹੁੰਚ ਗਏ। ਜਾ ਕੇ ਭਗਤ ਜੀ ਦੇ ਘਰ ਵਾਲੀ ਨੂੰ ਕਹਿੰਦੇ ਵੀ ਕਥਾ ਦਾ ਮੱਧ ਲੱਗ ਗਿਆ, ਇਸ ਕਰਕੇ ਆਹ ਪਦਾਰਥ ਤਾਂ ਹੁਣ ਮੱਧ ਦਾ ਹੀ ਆਇਆ। ਕਹਿੰਦੇ ਭੋਗ ਵੇਲੇ ਤਾਂ ਹੋਰ ਵੀ ਬਹੁਤ ਦੇਾਂਗੇ, ਇਹ ਤੂੰ ਬੀਬੀ ਚਿੰਤਾ ਨਾ ਕਰਿਆ ਕਰ। ਭਗਤ ਜੀ ਸਬਰ ਵਾਲੇ ਨੂੰ ਤੂੰ ਵੀ ਸਬਰ ਵਾਲੀ ਐ, ਕਥਾ ਪੂਰੀ ਹੋਣ ਦਿਓ, ਬਹੁਤ ਕੁਝ ਦੇਾਂਗੇ। ਘਿਓ, ਖੰਡ, ਇਹਦੀਆਂ ਬੋਰੀਆਂ, ਅਨਾਜ ਦੀਆਂ ਬੋਰੀਆਂ, ਘਰ ਭਰਤਾ। ਘਰ ਨੂੰ ਕੋਈ ਘਰ ਦੇ ਵਿੱਚ ਪਦਾਰਥ ਰੱਖਣ ਨੂੰ ਥਾਂ ਨਾ ਰਹੀ, ਅਤੁੱਟ ਵਰਤ ਗਿਆ। ਸਭ ਪਦਾਰਥ ਅਮੁੱਕ ਹੋ ਗਏ। 9 ਨਿਧੀਆਂ 18 ਸਿੱਧੀਆਂ ਵਰਤ ਗਈਆਂ। ਉਸ ਵਕਤ ਪਰਮੇਸ਼ਰ ਰਾਜੇ ਦੇ ਰੂਪ ਦੇ ਵਿੱਚ ਹੀ ਭਗਤ ਜੀ ਦੇ ਕੋਲ ਚਲੇ ਗਏ। ਉਹ ਹੁਣ ਲਿਵ ਲੱਗੀ ਆ, ਉਹਨੂੰ ਪਤਾ ਹੀ ਨਹੀਂ ਲੱਗਿਆ ਵੀ ਪਰਮੇਸ਼ਰ ਜੀ ਆ ਗਏ। ਉਹ ਧਿਆਨ ਵਿੱਚ ਚਰਨ ਫੜੇ ਹੋਏ ਨੇ। ਖੜੇ ਰਹੇ ਭਗਵਾਨ ਜੀ ਵੀ, ਕੈਸੇ ਕੈਸੇ ਭਗਤ ਨੂੰ ਮੇਰੇ, ਮੈਂ ਪਹੁੰਚ ਗਿਆ ਵੀ ਅੱਖਾਂ ਵੀ ਨਹੀਂ ਖੋਲ ਰਿਹਾ। ਬੜੀ ਖੇਡ ਹੈ ਭਗਤਾਂ। ਉਹਨੇ ਕਿਹਾ ਵੀ ਇਹ ਧਰੂਮ ਵਾਂਗੂ ਇਹਦੇ ਅੰਦਰੋਂ ਧਿਆਨ ਖਿੱਚਾਂ, ਉਹਨਾਂ ਚਿਰ ਤਾਂ ਗੱਲ ਨਹੀਂ ਬਣਨੀ। ਜਿਹੜਾ ਧਿਆਨ ਪਰਮੇਸ਼ਰ ਦਾ ਹਿਰਦੇ ਦੇ ਵਿੱਚ ਸੀ ਭਗਵਾਨ ਨੇ ਉਹ ਖਿੱਚ ਲਿਆ। ਹੁਣ ਜਿਵੇਂ ਸੱਪ ਦੀ ਮਣੀ ਪਰੇ ਹੋ ਜਾ ਤੜਫਦਾ, ਉਹ ਧਿਆਨ ਇਧਰ ਗਿਆ, ਅੱਖਾਂ ਖੋਲੀਆਂ, ਦੇਖਿਆ ਸਾਹਮਣੇ ਭਗਵਾਨ ਜੀ ਖੜੇ ਆ, ਚਰਨਾਂ ਤੇ ਸਿਰ ਰੱਖਿਆ ਤੇ ਅੰਦਰੋਂ ਜਿਹੜਾ ਸਰੂਪ ਦਾ ਧਿਆਨ ਸੀ ਉਹ ਹੁਣ ਸਾਹਮਣੇ ਖੜਾ ਦੇਖ ਲਿਆ। ਤੇ ਪਰਮੇਸ਼ਰ ਵਾਹਿਗੁਰੂ ਦੇ ਚਰਨ ਫੜੇ, ਆਪਣੇ ਭਗਤ ਨੂੰ ਕੰਠ ਦੇ ਨਾਲ ਲਾ ਲਿਆ। ਬਸ ਕੰਠ ਨਾਲ ਲਾਉਣ ਦੀ ਦੇਰ ਸੀ, ਪੱਤੇ ਪੱਤੇ ਦੇ ਵਿੱਚ ਪਰਮੇਸ਼ਰ ਦਾ ਬਾਸਾ ਦਿਸਣ ਲੱਗ ਪਿਆ। ਜਤਰ ਜਤਰ ਮਨੋ ਜਾਤੀ ਤਤਰ ਤਤਰ ਬ੍ਰਹਮ ਦ੍ਰਿਸ਼ਟਾਤੀ। ਭਗਵਾਨ ਦਾ ਰੂਪ ਹੀ ਦਿਸਿਆ। ਜਿੰਨੇ ਬਿਰਸ਼ਾਂ ਦੇ ਪੱਤੇ, ਜੋ ਕੁਝ ਵੀ ਦਿਖਦਾ ਹੈ, ਧਰਤ ਪਤਾਲ ਆਕਾਸ਼ ਹੈ, ਮੇਰੀ ਜਿੰਦੜੀ ਹੈ, ਸਭ ਨਾਮ ਦਾ ਹੀ ਦਿਖਣ ਲੱਗ ਗਿਆ। ਰੂਪ ਤੇ ਨਾਮ ਦੀਆਂ ਆਵਾਜ਼ਾਂ ਆਉਣ ਲੱਗੀਆਂ। ਤੇ ਭਗਤ ਵੇਣੀ ਜੀ ਨੇ ਪਰਮੇਸ਼ਰ ਦੇ ਸਰਗੁਣ ਸਰੂਪ ਨੂੰ ਦੇਖ ਕੇ ਨਿਹਾਲ ਹੋ ਗਏ। ਗੁਰੂ ਅਰਜਨ ਦੇਵ ਜੀ ਨੇ ਬਸੰਤ ਰਾਗ ਦੇ ਵਿੱਚ ਇਸੇ ਕਰਕੇ ਪਾਵਨ ਬਚਨ ਕਿਹਾ, ਬੇਣੀ ਕੋ ਗੁਰ ਕੀਓ ਪ੍ਰਗਾਸ, ਰੇ ਮਨ ਤੂੰ ਵੀ ਹੋਏ ਦਾਸ। ਇਹ ਪ੍ਰਮਾਣ ਦਿੱਤਾ ਗੁਰੂ ਅਰਜਨ ਦੇਵ ਜੀ। ਭਗਤ ਵੇਣੀ ਜੀ ਬੈਰਾਗ ਦੇ ਵਿੱਚ ਜਿਸ ਤਰ੍ਹਾਂ ਦੀ ਅਵਸਥਾ ਸੀ ਉਹਨਾਂ ਦੀ, ਉਹ ਬੈਰਾਗ ਦੇ ਵਿੱਚ ਇਹ ਸ਼ਬਦ ਉਚਾਰਨ ਕੀਤਾ ਹੈ। ਸੋ ਆਓ ਜਿਸ ਪ੍ਰਕਾਰ ਵਿਚਾਰ ਆ ਰਹੀ ਹੈ ਸੁਣੋ ਜੀ ਮੁੜ ਤੋਂ। ਸ੍ਰੀ ਰਾਗ ਬਾਣੀ ਭਗਤ ਬੇਣੀ ਜੀਓ ਕੀ। ਸ੍ਰੀ ਰਾਗ ਦੇ ਵਿੱਚ ਭਗਤ ਬੇਣੀ ਜੀ ਦੀ ਬਾਣੀ ਹੈ। ਇਹ ਸੂਚਨਾ ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ ਸਾਹਿਬ ਜੀ ਤੋਂ ਲਿਖਵਾ ਕੇ ਦਿੱਤੀ ਹੈ। ਇਹ ਅੱਖਰ ਗੁਰੂ ਅਰਜਨ ਦੇਵ ਜੀ ਨੇ ਲਿਖਵਾਏ ਹੈ ਕਿ ਕਿਹੜੇ ਭਗਤ ਦੀ ਬਾਣੀ ਹੈ। ਇਹ ਭਗਤ ਬੇਣੀ ਜੀ ਦੀ ਹੈ। ਪਹਿਰਿਆ ਕੈ ਕਰ ਗਾਵਣਾ। ਇਹਦੇ ਵਿੱਚ ਭਗਤ ਜੀ ਨੇ ਸਰੀਰ ਦੀਆਂ 6 ਅਵਸਥਾ ਬਣਾ ਕੇ ਉਪਦੇਸ਼ ਦੇਣਗੇ। ਉਹ ਪਹਿਲਾਂ ਮੁੱਢ ਦੇ ਵਿੱਚ ਆਪਾਂ ਵਿਚਾਰੀ 6 ਅਵਸਥਾ ਦੇ ਚੋਂ ਪਹਿਲੀ ਅਵਸਥਾ ਆਏਗੀ ਗਰਭ ਦੀ। ਜਿਵੇਂ ਪਹਿਰਿਆਂ ਦੀ ਬਾਣੀ ਦੇ ਵਿੱਚ ਪਹਿਲਾਂ ਆਇਆ ਨਾ, ਉਹ ਉਸੇ ਢੰਗ ਤਰੀਕੇ ਨਾਲ ਇਹ ਬਾਣੀ ਹੈ। ਗਰਭ ਦੀ ਅਵਸਥਾ ਤੋਂ ਬਾਅਦ ਆਏਗੀ ਦੂਸਰੀ ਅਵਸਥਾ ਬਾਲਕ ਅਵਸਥਾ, ਤੀਸਰੀ ਅਵਸਥਾ ਆਏਗੀ ਜਿਹਨੂੰ ਕਿਸ਼ੋਰ ਅਵਸਥਾ ਕਹਿੰਦੇ। ਚੌਥੀ ਅਵਸਥਾ ਜਿਹੜੀ ਹੈ ਉਹ ਫਿਰ ਸਾਧ ਸੰਜੀ ਜਵਾਨੀ ਦੀ ਹੈ।
ਤੇ ਉਸ ਤੋਂ ਬਾਅਦ ਢਲਦੀ ਜਵਾਨੀ, ਬਿਰਧ ਅਵਸਥਾ ਤੇ ਮ੍ਰਿਤੂ ਹੋ ਜਾਣਾ। ਇਹ 6 ਅਵਸਥਾ ਮਹਾਰਾਜ ਭਗਤ ਜੀ ਨੇ ਕਥਨ ਕੀਤੀਆਂ ਨੇ, ਤੇ ਜਿਹਦੇ ਵਿੱਚ ਬਾਲਕ ਅਵਸਥਾ ਤੋਂ ਪਹਿਲਾਂ ਜਿਹੜੀ ਗਰਭ ਦੀ ਅਵਸਥਾ ਹੋ ਗਈ, ਗਰਭ ਦੀ ਅਵਸਥਾ ਤੋਂ ਬਾਲਕ ਅਵਸਥਾ ਹੋ ਗਈ, ਕਿਸ਼ੋਰ ਅਵਸਥਾ ਹੋ ਗਈ, ਢਲਦੀ ਜਵਾਨੀ ਹੋ ਗਈ, ਬਿਰਧ ਅਵਸਥਾ ਹੋ ਗਈ, ਤੇ ਮ੍ਰਿਤੂ ਦੀ ਅੱਗੇ ਅਵਸਥਾ ਜਿਹੜੀ ਸਾਰਿਆਂ ਤੇ ਵਾਪਣੀ ਹੈ। ਇਹ ਪਹਿ ਕੇ ਇਸ ਤਰ੍ਹਾਂ ਦੇ ਢੰਗ ਪਹਿਰੇ ਬਣਾ ਕੇ, ਹਿੱਸੇ ਬਣਾ ਕੇ, ਇਹ ਪਵਿੱਤਰ ਸ਼ਬਦ ਜਿਵੇਂ ਰਾਤ ਦੇ ਪਹਿਰ ਹੁੰਦੇ ਆ, ਦਿਨ ਦੇ ਪਹਿਰ ਹੁੰਦੇ ਆ, ਇਹ ਉਮਰ ਦੀ ਰਾਤ ਦੇ ਹਿੱਸੇ ਬਣਾ ਲਏ ਨੇ। ਸ੍ਰੀ ਰਾਗ ਦੇ ਅੰਦਰ ਇਸ ਪ੍ਰਕਾਰ ਭਗਤ ਬੇਣੀ ਜੀ ਨੇ ਜੋ ਹਜ਼ੂਰ ਸੱਚੇ ਪਾਤਸ਼ਾਹ ਨੇ ਪਾਵਨ ਬਚਨ ਲਿਖਾਏ ਹੈ ਵੀ ਇਸ ਨੂੰ ਗਾਉਣਾ ਕਿਵੇਂ ਆ ਸ਼ਬਦ ਨੂੰ, ਇਹ ਸੂਚਨਾ ਦਿੱਤੀ। ਇਸ ਨੂੰ ਜਿਵੇਂ ਪਹਿਲੇ ਪਾਤਸ਼ਾਹ ਨੇ ਪਹਿਰਿਆਂ ਦੀ ਬਾਣੀ ਉਚਾਰਨ ਕੀਤੀ ਹੈ, ਉਸੇ ਪਹਿਰਿਆਂ ਦੇ ਘਰ ਵਿੱਚ ਸ਼ਬਦ ਨੂੰ ਗਾਵਣਾ, ਜਾਂ ਫਿਰ ਇਹਦਾ ਅਰਥ ਹੈ ਪਹਿਰਿਆਂ ਕੈ ਘਰ ਗਾਵਣਾ, ਪਹਿਰ ਪਹਿਰ ਵਿੱਚ ਸ਼ਬਦ ਨੂੰ ਸਤ ਸੰਗਤ ਰੂਪੀ ਘਰ ਦੇ ਵਿੱਚ ਮਿਲ ਕੇ ਗਾਉਣਾ, ਇਹਨੂੰ ਗਾਉਣ ਦੀ ਆਗਿਆ ਕੀਤੀ ਹੈ। ਭਗਤੀ ਰੂਪ ਸਿਰੋਂ ਪਾਉ ਪਹਿਰ ਕੇ ਪਹਿਰਿਆ, ਇਸ ਸ਼ਬਦ ਨੂੰ ਹਿਰਦੇ ਰੂਪੀ ਘਰ ਵਿੱਚ ਗਾਉਣਾ, ਇਹ ਵੀ ਅਰਥ ਹੈ ਇਹਦਾ। ਇਸ ਪ੍ਰਕਾਰ ਵੀ ਪਗ ਪਗ ਤੁਰਦੇ ਹੋਏ, ਰਸਤੇ ਵਿੱਚ ਚੱਲਦੇ ਹੋ, ਸਰੀਰ ਰੂਪੀ ਘਰ ਦੇ ਸੰਯੁਕਤ ਹੁੰਦਿਆਂ ਇਸ ਪਹਿਰਿਆਂ ਦੀ ਬਾਣੀ ਪਵਿੱਤਰ ਨੂੰ ਗਾਉਣਾ ਕਰੋ, ਇਹ ਸੂਚਨਾ ਦਿੱਤੀ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਇੱਕ ਅਦੁੱਤੀ ਓੰਕਾਰ ਸਰਬ ਕਾ ਪ੍ਰਕਾਸ਼ਕ ਹੈ, ਸਤ ਨਾਸ ਤੋਂ ਰਹਿਤ ਹੈ, ਗੁਰ ਚੇਤਨ ਪ੍ਰਸਾਦ ਆਨੰਦ ਸਰੂਪ ਹੈ। ਇਹ ਬ੍ਰਹਮ ਦੇ ਵਿਸ਼ੇਸ਼ਣ। ਪ੍ਰਾਪਤੀ ਕਿਵੇਂ ਹੁੰਦੀ ਹੈ? ਕਹਿੰਦੇ ਪ੍ਰਾਪਤੀ ਜਿਹੜੀ ਹੈ ਉਸ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਸਤਿਗੁਰ ਪ੍ਰਸਾਦ, ਸਤਿਗੁਰਾਂ ਦੀ ਪ੍ਰਸਾਦ ਕਿਰਪਾ ਨਾਲ ਹੋਏਗੀ। ਤੇ ਇਸ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਨੇ ਇਹ ਪਾਵਨ ਬਚਨ ਕਹਿ ਕੇ ਹੁਣ ਅੱਗੇ ਸ਼ਬਦ ਸਾਧ ਜੀ ਭਗਤ ਜੀ ਆਰੰਭ ਕਰਦੇ ਨੇ, ਸੁਣੋ ਜੇ। ਰੇ ਨਰ ਗਰਭ ਕੁੰਡਲ ਜਬ ਆਸ਼ਤ, ਰੇ ਦਾ ਅਰਥ ਜਿਹੜਾ ਜਿਵੇਂ ਆਪਾਂ ਹੇ ਕਹੀਏ, ਹੇ ਭਾਈ, ਬਸ ਰੇ ਕਹਿ ਦਿੱਤਾ, ਬੋਲੀ ਆ ਇਲਾਕਿਆਂ ਦੀ ਵੱਖਰੀ ਵੱਖਰੀ। ਰੇ ਹੇ ਨਰ ਪੁਰਖ, ਕਹਿੰਦੇ ਦੇਖ ਜਬ ਜਦੋਂ ਮਾਤਾ ਦੇ ਗਰਭ ਭਾਵ ਮਾਤਾ ਦੇ ਪੇਟ ਵਿੱਚ ਜਿੱਥੇ ਜਠਰਾ ਅਗਨੀ ਦਾ ਕੁੰਡਲ ਤੇਰੇ ਦੁਆਰੇ ਘੇਰਾ ਸੀ, ਕੁੰਡਲ ਘੇਰੇ ਨੂੰ ਕਹਿੰਦੇ ਨੇ, ਆਸ਼ਿਤ ਨਾਮ ਹੈ ਹੁੰਦੇ ਦਾ, ਤੇਰੇ ਉਸ ਵੇਲੇ ਆਲੇ ਦੁਆਲੇ ਅਗਨੀ ਦਾ ਕੁੰਡਲ ਘੇਰਾ ਜਿਹੜਾ ਹੁੰਦਾ ਸੀ, ਉਸ ਵੇਲੇ ਤੇਰੀ ਹਾਲਤ ਕਿਹੋ ਜੀ ਸੀ ਉਹ ਤੂੰ ਕਦੇ ਚੇਤੇ ਕੀਤਾ? ਹੁਣ ਤਾਂ ਬੜਾ ਤੂੰ ਚੁਸਤ ਚਲਾਕ ਤੇ ਸਿਆਣਾ ਬਣਿਆ ਫਿਰਦਾ ਹੈ। ਭਗਤ ਜੀ ਕਹਿੰਦੇ ਵੀ ਦੇਸ ਉਸ ਵੇਲੇ, ਉਹ ਕਾਰਨ ਕੀ ਹੈ ਵੀ ਉਹ ਭਗਤ ਜੀ ਦੇ ਕੋਲ ਇੱਕ ਮਨੁੱਖ ਆਉਂਦੇ ਹੀ ਸੀ ਸਾਰਿਆਂ ਭਗਤਾਂ ਦੇ ਕੋਲ, ਉਹ ਭਗਤ ਜੀ ਨੂੰ ਕਹਿ ਬੈਠਿਆ, ਸੰਗਤ 'ਚ ਬੈਠਾ ਬੋਲ ਪਿਆ, ਬੜਬੋਲਾ ਹੋਣਾ, ਕਹਿੰਦਾ ਜੀ ਨਾਂ ਜਪਣ ਦੀ ਕਿਹੜੀ ਲੋੜ ਹੈ, ਕਹਿੰਦਾ ਮੁਕਤ ਤਾਂ ਹੋ ਜਾਣੀ ਹੈ, ਮਰ ਕੇ ਤਾਂ ਹਰੇਕ ਨੂੰ ਮੁਕਤੀ ਮਿਲ ਜਾਂਦੀ ਹੈ। ਇਹ ਸਾਡੇ ਸਮਾਜ ਦੇ ਵਿੱਚ ਇੱਕ ਗਲਤ ਜਿਹੜਾ ਹੈ ਉਹ ਪ੍ਰਚਲਿਤ ਹੋਇਆ ਵਾ ਬੋਲਾ ਹੈ। ਜੇ ਕਿਸੇ ਨੂੰ ਕੁੱਤਾ ਮਾਰਤਾ ਕਹਿੰਦੇ ਕਰਤੀ ਕਲਿਆਣੇ ਦੀ, ਸੱਪ ਮਾਰਤਾ ਜੀ ਮੁਕਤੀ ਦੇਤੀ, ਦੀ ਜੂਨ ਛਡਾ ਦਿੱਤੀ, ਹੋਰ ਜੂਨ ਚਲਿਆ ਜਾਊਗਾ। 84 ਦੇ ਵਿੱਚ ਇਹਦੀ ਜੂਨ ਛਡਾਈ ਹੈ। ਇਹ ਸਭ ਮਨਮੱਤਾਂ ਨੇ। ਭਗਤ ਜੀ ਨੇ ਫਿਰ ਇਹ ਗੱਲ ਸੁਣ ਕੇ ਹੀ ਸ਼ਬਦ ਸ਼ੁਰੂ ਕੀਤਾ ਸੀ, ਕਹਿੰਦੇ ਦੇਖ ਬਈ ਤੈਨੂੰ ਅਸੀਂ ਮੁੱਢ ਤੋਂ ਸਮਝਾਉਨੇ ਆ, ਉਸ ਵੇਲੇ ਹਾਲਤ ਕੀ ਸੀ ਕਦੇ ਸੋਚਿਆ ਹੈ ਤੈਂ? ਉਰਦ ਧਿਆਨ ਲਿਵ ਲਾਗਾ, ਹਰ ਇੱਕ ਜੀਵ ਉਰਦ ਉਸ ਵੇਲੇ ਉਲਟਾ ਲਮਕਦਾ ਸੀ, ਲੱਤਾਂ ਉੱਪਰ ਨੂੰ ਸੀ, ਸਿਰ ਹੇਠਾਂ ਨੂੰ ਸੀ, ਪਰ ਉਸ ਵੇਲੇ ਲਿਵ ਲਾਗਾ, ਪਰਮੇਸ਼ਰ ਦੀ ਲਿਵ ਬਿਰਤੀ ਵਿੱਚ ਤੇਰਾ ਧਿਆਨ ਲੱਗਾ। ਲਾਗਾ ਕੀ ਲੱਗਿਆ ਹੋਇਆ ਸੀ, ਉਰਦ ਰੂਪ ਬ੍ਰਹਮ ਦੇ ਵਿੱਚ ਧਿਆਨ ਤੇਰੀ ਲਿਵ ਲੱਗੀ ਹੋਈ ਸੀ। ਜਿਸ ਤਰ੍ਹਾਂ ਹੋਰ ਵੀ ਪ੍ਰਮਾਣ ਮਿਲਦੇ ਆ, ਗਰਭ ਕੁੰਡ ਮਹਿ ਉਰਦ ਤਪ ਕਰਤੇ, ਸਾਸ ਸਾਸ ਸਿਮਰਤ ਪ੍ਰਭ ਰਹਤੇ, ਜਾਂ ਮੁਖ ਤਲੈ ਪੈਰ ਉਪਰੇ, ਬਸੰਦੜੋ ਕੋਹ ਤੇਰੇ ਥਾਏ, ਨਾਨਕ ਸੋ ਧਣੀ ਕਿਵੇਂ ਵਸਾਰਿਓ। ਉਧਰ ਹੈ ਜਿਸ ਦਾ ਨਾਏ, ਜਿਹਦਾ ਨਾਮ ਲੈ ਕੇ ਉੱਥੇ ਛੁੱਟਿਆ। ਹੁਣ ਕੀ ਹੋ ਗਿਆ ਤੈਨੂੰ? ਉਸ ਵੇਲੇ ਤੇਰਾ ਧਿਆਨ ਲੱਗਿਆ ਸੀ ਤੇ ਹੁਣ ਤੇਰਾ ਧਿਆਨ ਰੱਬ ਵਾਲੇ ਪਾਸੇ ਨੂੰ ਜਾਂਦਾ ਹੀ ਨਹੀਂ ਹੈ। ਥੋੜਾ ਬਹੁਤ ਜਾਵੇ ਤਾਂ ਜਾਵੇ, ਨਹੀਂ ਤਾਂ ਫਿਰ ਧਿਆਨ ਸੰਸਾਰ ਵਾਲੇ ਪਾਸੇ ਨੂੰ ਰਹਿੰਦਾ। ਜਿੱਧਰ ਨੂੰ ਦੇਖਦਾ ਉਧਰ ਨੂੰ ਧਿਆਨ ਚਲਿਆ ਗਿਆ, ਜਿੱਧਰ ਤੋਂ ਸੁਣਦੀਆਂ ਆਵਾਜ਼ ਆਉਂਦੀ ਉਧਰ ਨੂੰ ਧਿਆਨ ਚਲਿਆ ਗਿਆ, ਜਿਹਦੇ ਨਾਲ ਬੋਲਦਾ ਉਹਦੇ ਕੱਲ ਨੂੰ ਧਿਆਨ ਚਲਿਆ ਗਿਆ। ਜਾਂ ਫਿਰ ਜੇ ਨੇਤਰ ਬੰਦ ਵੀ ਹੋਣ, ਆਵਾਜ਼ ਵੀ ਨਾ ਸੁਣਦੀ ਹੋਵੇ ਤੇ ਅੰਦਰ ਹੀ ਧਿਆਨ ਕਿਸੇ ਹੋਰ ਪਾਸੇ ਨੂੰ ਚੱਲਦਾ।
ਤੇਰਾ ਖਿਆਲ ਕਿਸੇ ਹੋਰ ਪਾਸੇ ਹੋ ਗਿਆ ਹੈ। ਮਿਰਤਕ ਪਿੰਡ ਪਦ ਮਦਨ ਅਹਨਿਸ। ਇਹਦਾ ਵਿਸਰਾਮ ਖਾਸ ਹੈ ਜੀ, ਅਹਨਿਸ ਤੇ ਵਿਸਰਾਮ ਸਮਝਣਾ ਹੈ। ਤੇ ਭਗਤ ਜੀ ਨੇ ਇਹਦੇ ਚ ਹੁਣ ਸੂਚਨਾ ਦਿੰਦੇ ਹੋਏ ਕਹਿੰਦੇ, ਦੇਖ ਉਸ ਵੇਲੇ ਤਾਂ ਤੇਰਾ ਧਿਆਨ ਲੱਗਿਆ ਹੋਇਆ ਸੀ, ਉਹਦਾ ਧਿਆਨ ਲਿਵ ਲੱਗਾ ਜਦੋਂ ਮਾਤਾ ਦੇ ਗਰਭ ਦੇ ਵਿੱਚ ਸੀ, ਧਿਆਨ ਕਿਤੇ ਲਈ ਵਾਹਿਗੁਰੂ ਦੇ ਵੱਲ ਲੱਗਿਆ ਹੋਇਆ ਸੀ। ਮਿਰਤਕ ਪਿੰਡ ਪਦ ਮਦਨਾ, ਇਹ ਦੋ ਪਾਠ ਨੇ। ਜਿਹੜਾ ਦੂਸਰਾ ਪਾਠ ਹੈ ਉੱਥੇ ਨੰਨਾ ਅਲੱਗ ਹੋ ਜਾਊਗਾ, ਪਦ ਮਦ ਨਾ ਐ ਅਲੱਗ-ਅਲੱਗ ਹੋ ਜਾਣਗੇ। ਇਹ ਪਦ ਤੇ ਮਦ ਨਾ ਅਲੱਗ, ਇਹ ਦੂਸਰਾ ਪਾਠ ਹੈ। ਤੁਸੀਂ ਪਾਠ ਦੇ ਵਿੱਚ ਨਹੀਂ ਕਰਨਾ, ਪਰ ਇਹਨੂੰ ਸਮਝਣਾ ਹੀ ਹੈ। ਦੂਸਰਾ ਪਾਠ ਹੈ ਇਹ, ਮੁੱਖ ਪਾਠ ਮਦ ਨਹੀਂ ਕਰਨਾ, ਪਦ ਮਦਨਾ। ਮਿਰਤਕ ਪਿੰਡ ਪਦ ਮਦਨਾ ਅਹਨਿਸ। ਜਿਸ ਵੇਲੇ ਮਾਤਾ ਦੇ ਗਰਭ ਵਿੱਚ ਤੂੰ ਇਸਤਤ ਸੀ, ਉਸ ਵੇਲੇ ਤੇਰਾ ਪਿੰਡ, ਪਿੰਡ ਨਾਮ ਸਰੀਰ ਦਾ ਹੈ। ਇਹ ਸਰੀਰ ਜਿਹੜਾ ਮਿਰਤਕ ਮੁਰਦਿਆਂ ਦੀ ਨਿਆਈ, ਜਿਵੇਂ ਮੁਰਦਾ ਪਿਆ ਹੁੰਦਾ ਹਿੱਲਦਾ ਹੀ ਨਹੀਂ, ਐ ਮਾਂ ਦੇ ਪੇਟ ਵਿੱਚ ਸੀ ਤੂੰ ਜਿਉਂਦਾ, ਜਿਵੇਂ ਬੰਦਾ ਬੇਹੋਸ਼ ਪਿਆ ਹੁੰਦਾ। ਮੁਰਦਿਆਂ ਦੀ ਨਿਆਈ, ਮਿੱਟੀ ਦੇ ਪੇੜਿਆਂ ਵਾਂਗੂ, ਜਿਵੇਂ ਮਿੱਟੀ ਦਾ ਗੋਲਾ ਜਿਹਾ ਬਣਾ ਕੇ ਰੱਖ ਦਈਏ ਨਾ, ਬਸ ਉੱਕਣ ਸੀ ਤੂੰ। ਉਦੋਂ ਤੈਨੂੰ ਕੋਈ ਲਿਆਕਤ ਨਹੀਂ ਸੀ, ਜਿਹੜਾ ਤੂੰ ਹੁਣ ਬਹੁਤ ਅਕਲ ਵਾਲਾ ਕਹਾਉਂਦਾ ਆਪਣੇ ਆਪ ਨੂੰ। ਪਰਮੇਸ਼ਰ ਦੇ ਪਦ ਚਰਨਾਂ ਵਿੱਚ, ਪਦ ਨਾਮ ਚਰਨਾਂ ਦਾ ਹੈ। ਅਹਨਿਸ ਰਾਤ ਦਿਨ, ਮਦਨਾ ਨਾਮ ਮਸਤ ਹੋਣ ਦਾ। ਉਦੋਂ ਰੱਬ ਦੇ ਧਿਆਨ ਵਿੱਚ ਹੀ ਮਸਤ ਸੀ, ਰੱਬ ਦੇ ਚਰਨਾਂ ਦੇ ਧਿਆਨ ਸੀ ਤੈਨੂੰ। ਤੇ ਉਸ ਵਕਤ ਮਾਤਾ ਦੇ ਗਰਭ ਦੇ ਵਿੱਚ ਜਦੋਂ ਸੇ ਏਕ ਅਗਿਆਨ ਸੋ ਨਾਗਾ, ਸੋ ਉਸ ਵੇਲੇ, ਸੋ ਤੋਂ ਅਰਥ ਸ਼ੁਰੂ ਹੋਊਗਾ, ਅੱਧੀ ਪੰਕਤੀ ਜਿਹੜੀ ਹੈ। ਮਾਤਾ ਦੇ ਗਰਭ ਵਿੱਚ ਤੈਨੂੰ ਇੱਕ ਅਗਿਆਨ ਦਾ ਨਾਗਾ। ਇਹ ਭਾਵ ਆਪਣੀ ਜਿਹੜੀ ਬੋਲੀ ਹੈ, ਮਾਲਵੇ ਚ ਕਈ ਜ਼ਿਲ੍ਹਿਆਂ ਚ, ਉਧਰ ਮਾਝੇ ਵੱਲ ਜਾਈਏ ਉਹ ਤਾਂ ਕਹਿਣਗੇ ਨਾਗਾ, ਤੇ ਆਪਣੇ ਸਾਰੇ ਮਾਲਵੇ ਦੇ ਵਿੱਚ ਇੱਧਰ ਕਹਿੰਦੇ ਨਾਂਗਾ। ਇਸ ਕਰਕੇ, ਪਰ ਜੋ ਬੋਲੀ ਮਾਝੇ ਦੀ ਬੋਲੀ ਅਨੁਸਾਰ ਹੈ, ਇਸ ਕਰਕੇ ਇਹਨੂੰ ਜਿਹੜੇ ਅਕਲ ਵਾਲੇ ਬਾਲੀਆਂ ਅਕਲ ਦੇ ਦਲੀਲਾਂ ਦੇ ਘੋੜੇ ਭਜਾਉਂਦੇ ਆ, ਉਹ ਕਹਿੰਦੇ ਨਹੀਂ ਜੀ ਬਿੰਦੀ ਲਾਉਣੀ ਚਾਹੀਦੀ ਹੈ। ਕਿਉਂ ਲਾਉਣੀ ਚਾਹੀਦੀ ਹੈ? ਤਾਂ ਇਲਾਕਿਆਂ ਦੀ ਬੋਲੀ ਹੈ, ਜਿਹੜੇ ਇਲਾਕੇ ਦੀ ਬੋਲੀ ਨੂੰ ਮਾਣ ਦਿੱਤਾ ਮਹਾਰਾਜ ਨੇ, ਉਹਦੇ ਅਨੁਸਾਰ ਪਾਦਾ। ਇਸ ਕਰਕੇ ਨਾਗਾ, ਨਾਗੇ ਦਾ ਅਰਥ ਨਾਗਾ ਹੀ ਹੈ। ਜਿਵੇਂ ਇੱਧਰ ਨਾਗਾ ਕਹਿੰਦੇ ਨਾ, ਹੁਣ ਵੀ ਜਾਓ ਮਾਝੇ ਵਿੱਚ, ਉਹ ਕਹਿੰਦਾ ਵੀ ਰੋਜ਼ ਨਿਤਨੇਮ ਕਰਦੇ ਆ, ਵੀ ਕਿਤੇ ਨਾਗਾ ਨਹੀਂ ਪਾਇਆ, ਨਾਗਾ ਕਹਿਣਗੇ ਉਹ, ਆਪਣੇ ਕਹਿਣਗੇ ਨਾਗਾ ਨਾ ਪੈ ਜਾਏ। ਇਸ ਕਰਕੇ ਇਹਦਾ ਕੋਈ ਬਹੁਤਾ ਜ਼ਿਆਦਾ ਖਿਆਲ ਨਹੀਂ ਕਰਨਾ। ਪਰ ਜੋ ਲਿਖਿਆ ਉਸ ਵੇਲੇ ਅਗਿਆਨ ਵੱਲੋਂ ਨਾਗਾ ਸੀ, ਭਾਵ ਅਗਿਆਨ ਦਾ ਕਦੇ ਵੀ ਨਾਗਾ ਨਹੀਂ ਸੀ ਪੈਂਦਾ ਮਾਲਵੇ ਦੀ ਬੋਲੀ ਸਾਰ। ਇਉਂ ਮਾਤਾ ਦੇ ਗਰਭ ਵਿੱਚ ਤੈਨੂੰ 100 ਜਨਮ ਦੀ ਖਬਰ ਸੀ। ਕਿਉਂ ਸੀ? ਅਗਿਆਨ ਜਿਹੜਾ ਤੇਰੇ ਤੇ ਨਹੀਂ ਸੀ ਵਰਤ ਰਿਹਾ। ਇਹ ਜਿਹੜਾ ਮਿਰਤਕ ਮਿੱਟੀ ਦਾ ਪੇੜਾ ਜੋ ਪਿੰਡ ਸਰੀਰ ਹੈ, ਦੂਜੇ ਅਰਥ ਦੇ ਵਿੱਚ ਇਸ ਦੀ ਥੋੜੀ ਜਿਹੀ ਬਦਲਾ ਹੈ। ਇਹੀ ਦੁਬਾਰੇ ਬੋਲਦੇ ਜੀ ਤੁਕ, ਦੁਬਾਰੇ ਮਿਰਤਕ ਪਿੰਡ ਪਦ ਮਦਨ ਅਹਨਿਸ। ਮਿੱਟੀ ਦਾ ਪੇੜਾ ਜਿਹੜਾ ਪਿੰਡ ਸਰੀਰ ਹੈ, ਇਹ ਪਦ ਪਦਵੀ ਦਾ ਤੈਨੂੰ ਮਦ ਹੰਕਾਰ ਨਾ ਨਹੀਂ ਸੀ ਉਸ ਵੇਲੇ। ਏਕ ਅਗਿਆਨ ਸੋ ਨਾਗਾ, ਅਗਿਆਨ ਕਰਨੀ ਤੇ ਨਾਗਾ ਕੀ ਸੀ? ਅਹਿਰਤ ਦਾ ਰਾਤ ਦਿਨ ਇੱਕ ਅਗਿਆਨ ਦੀ ਜਿਹੜੀ ਸ਼ਕਤੀ ਤੇਰੇ ਤੇ ਵਰਤਦੀ ਸੀ, ਭਾਵ ਦਿਨ ਰਾਤ ਅਗਿਆਨ ਦਾ ਨਾਗਾ ਸੀ। ਅਗਿਆਨ ਦੀਆਂ ਦੋ ਸ਼ਕਤੀਆਂ ਮੰਨੀਆਂ ਗਈਆਂ ਨੇ, ਇੱਕ ਅਭਾਨਾ ਪਾਦਕ ਸ਼ਕਤੀ ਹੁੰਦੀ ਹੈ, ਦੂਸਰੀ ਅਸਤੂਆ ਪਾਦਕ ਸ਼ਕਤੀ ਹੁੰਦੀ ਹੈ। ਇਹ ਸਮਝਣ ਦੀ ਲੋੜ ਹੈ। ਅਭਾਨਾ ਪਾਦਸ਼ਾਹ ਦੀ ਕਿਹੜੀ ਹੈ? ਪ੍ਰਤੀਤ ਨਾ ਹੋਣਾ, ਵੀ ਪ੍ਰਭੂ ਹੈ ਤਾਂ ਸੀ, ਪਰ ਇਹ ਸਾਸੀ ਵੀ ਪਰ ਸਾਨੂੰ ਦੇਖ ਨਹੀਂ ਰਿਹਾ, ਪ੍ਰਤੱਖ ਨਹੀਂ ਪਰ ਹੈਗਾ। ਨੇੜੇ ਨਾ ਸਮਝਣਾ, ਪ੍ਰਤੀਤ ਨਾ ਹੋਣਾ, ਅਭਾਨ ਨਹੀਂ ਹੋ ਰਿਹਾ। ਇਹ ਅਗਿਆਨ ਦੀ ਸ਼ਕਤੀ ਕਰਕੇ ਪ੍ਰਤੀਤ ਨਹੀਂ ਹੁੰਦਾ। ਦੂਸਰਾ, ਪਰਮੇਸ਼ਰ ਹੈ ਤਾਂ ਸਹੀ ਹੈ, ਪਰ ਦਿਸਦਾ ਨਹੀਂ, ਇਸ ਤਰ੍ਹਾਂ ਹੈ। ਅਸਤੂਆ ਪਾਦਕ ਸ਼ਕਤੀ ਹੈ ਕਿ ਬ੍ਰਹਮ ਹੈ ਹੀ ਨਹੀਂ, ਕਮੇ ਨਿਬੇੜ ਦਿੱਤਾ ਉਹਨਾਂ ਨੇ। ਤੇਰੇ ਅੰਦਰ ਪਰੋਖ ਗਿਆਨ ਦਾ ਪਰਦਾ ਸੀ, ਤੂੰ ਪਰਮੇਸ਼ਰ ਨੂੰ ਸਮਝਦਾ ਤਾਂ ਸੀ ਕਿ ਨਾਮ ਜਪਣ ਕਰਕੇ ਹੀ ਪਰਮੇਸ਼ਰ ਮਾਤਾ ਦੇ ਗਰਭ ਦੇ ਵਿੱਚ ਮੇਰੀ ਗੁਪਤ ਹੋ ਕੇ ਪਾਲਣਾ ਕਰਦਾ ਹੈ, ਪਰ ਪ੍ਰਤੀਤ ਨਹੀਂ ਹੁੰਦਾ, ਸਾਹਮਣੇ ਦਿਸਦਾ ਨਹੀਂ। ਇਹ ਅਗਿਆਨ ਦੀ ਸ਼ਕਤੀ ਤੇਰੇ ਅੰਦਰ ਵਰਤ ਗਈ ਸੀ। ਜਿਹੜੀ ਅਗਿਆਨ ਦੀ ਸ਼ਕਤੀ ਸੀ ਕਿ ਬ੍ਰਹਮ ਤਾਂ ਹੈ ਹੀ ਨਹੀਂ, ਇਹ ਨਾਸਤਕ ਪੁਣੇ ਵੱਲੋਂ ਤਾਂ ਤੇਰਾ ਨਾਂਗਾ ਸੀ। ਤੈਨੂੰ ਨਿਸ਼ਚਾ ਕਿ ਪਰਮੇਸ਼ਰ ਹੈ, ਪਰ ਪ੍ਰਤੀਤ ਨਹੀਂ ਹੁੰਦਾ ਵੀ ਕਿੱਥੇ ਹੈ।
ਅਗਿਆਨ ਦੀ ਅਸਤਵਾਪਾਤ ਸ਼ਕਤੀ ਨਾਸ ਹੋਈ ਵੀ ਸੀ, ਉਸ ਵੱਲੋਂ ਨਾਗਾ ਸੀ, ਸਮਝਦਾ ਸੀ ਕਿ ਪਰਮੇਸ਼ਰ ਹੈ, ਮੈਨੂੰ ਦਿਸਦਾ ਨਹੀਂ, ਗੁਪਤ ਹੋ ਕੇ ਮੇਰੀ ਪਾਲਣਾ ਕਰ ਰਿਹਾ। ਮਾਤਾ ਦੇ ਗਰਭ ਵਿੱਚ ਪ੍ਰੋਖ ਗਿਆਨ ਦੁਆਰਾ ਤੈਨੂੰ 100 ਜਨਮਾਂ ਦਾ ਗਿਆਨ ਸੀ। ਇਹ ਨਿਸ਼ਚਾ ਨਹੀਂ ਹੁੰਦਾ ਸੀ ਕਿ ਪਰਮੇਸ਼ਰ ਹੈ ਹੀ ਨਹੀਂ, ਇਹ ਨਹੀਂ ਸੀ ਜਿਵੇਂ ਨਾਸਤਕ ਕਹਿੰਦੇ ਰੱਬ ਹੈ ਨਹੀਂ। ਇਸ ਪ੍ਰਕਾਰ ਜਿਵੇਂ ਰੱਸੇ ਦਾ ਨਾਗ ਬਲ ਪਾਇਆ ਹੁੰਦਾ, ਇਹ ਪ੍ਰਕਾਰ ਨੂੰ ਸਾਜੀ ਅੱਧੀ ਤੁਕ ਜਿਹੜੀ ਹੈ ਬੋਲਦੇ ਹੋ ਜੀ, ਉਹ ਵੀ ਏਕ ਅਗਿਆਨ ਸੋ ਨਾਗਾ, ਇਹ ਅਗਿਆਨ ਦਾ ਨਾਗਾ ਸੀ। ਭਾਵ ਜਿਹੜਾ ਇਹ ਪ੍ਰਕਾਰ ਜਿਹੜਾ ਅਗਿਆਨ ਅਭਾਨਾ ਪਾਰਕ ਸ਼ਕਤੀ ਦੇ ਨਾਲ ਜਿਵੇਂ ਉਹਦੇ ਵੱਲੋਂ ਨਾਗਾ ਸੀ, ਜਿਵੇਂ ਨਾਗ ਬਲ ਪਾਇਆ ਹੁੰਦਾ, ਵਧਿਆ ਹੁੰਦਾ, ਭਾਵ ਅਗਿਆਨ ਦੀ ਅਸਤਵਾ ਪਾਰਕ ਸ਼ਕਤੀ ਨਾਗਾ ਤੋਂ ਰਹਿਤ ਸੀ। ਇਹ ਬੋਲਿਆ ਕੋਈ ਆਦਮੀ ਨਾ ਖਾਵੇ, ਕਹਿਣਾ ਅੱਜ ਮੇਰਾ ਨਾਗਾ ਹੈ। ਇਸ ਕਰਕੇ ਇਹ ਸ਼ਬਦ ਨੂੰ ਇਸੇ ਤਰੀਕੇ ਦੇ ਨਾਲ ਸਮਝਣਾ। ਕਹਿੰਦੇ ਇਹ ਤੇਰੀ ਅਵਸਥਾ ਸੀ ਉਸ ਵੇਲੇ ਜੀ। ਤੇ ਦਿਨ ਸੰਮਲ ਕਸ਼ਟ ਮਹਾ ਦੁੱਖ, ਤੇ ਉਹ ਦਿਨ ਸੰਮਲ ਸੰਭਾਲਣਾ ਕਰ ਲੈ, ਚੇਤੇ ਕਰ ਉਹਨਾਂ ਨੂੰ, ਜਦੋਂ ਮਾਤਾ ਦੇ ਘਰ ਵਿੱਚ ਉਲਟਾ ਲਮਕਦਾ ਸੀ। ਤੇ ਦਿਨ ਸੰਮਲ ਕਸ਼ਟ ਮਹਾ ਦੁੱਖ, ਉਹ ਵਿਪਤ ਦੇ ਵਿੱਚ ਕਿੰਨਾ ਕਸ਼ਟ, ਮਹਾ ਦੁੱਖ ਸੀ, ਕਿੱਡਾ ਵੱਡਾ ਦੁੱਖ ਸੀ। ਤੇ ਤੈਨੂੰ ਇੱਕ ਇੱਕ ਛਿੰਨ ਦੇ ਵਿੱਚ ਲੱਖਾਂ ਯੁੱਗਾਂ ਦੀ ਨਿਆਈ ਤੇਰਾ ਸਮਾਂ ਗੁਜ਼ਰਦਾ ਸੀ। ਉਸ ਵੇਲੇ ਮਹਾ ਦੁੱਖ ਸੀ। ਜਿਵੇਂ ਆਵੀ ਦੇ ਵਿੱਚ ਭਾਂਡਾ ਪੱਕਦਾ ਹੌਲੀ ਹੌਲੀ, ਤਿਵੇਂ ਮਾਤਾ ਦੀ ਉਦਰ ਦੇ ਵਿੱਚ ਉਸੇ ਤਰ੍ਹਾਂ ਮਾਤਾ ਦੀ ਤਵਚਾ ਤੇ ਪਿਤਾ ਦੀ ਅੰਸ਼ ਹੱਡ, ਇਹ ਤੇਰਾ ਸਰੀਰ ਆਵੀ ਦੀ ਤਰ੍ਹਾਂ ਪੱਕਦਾ ਸੀ। ਮਾਤਾ ਦੇ ਗਰਭ ਵਿੱਚ ਤੇਰੇ ਅੰਗ ਬਣ ਰਹੇ ਸੀ। ਨਰਕ ਘੋਰ ਦਾ ਮਹਾ ਦੁੱਖ, ਬੜਾ ਭਾਰੀ ਦੁੱਖ ਸੀ ਉਸ ਵੇਲੇ। ਤੇ ਹੁਣ ਤੈਨੂੰ ਕੀ ਹੋ ਗਿਆ ਹੈ? ਆਬ ਚਿੱਤ ਅਦਕ ਪਸਾਰਿਆ, ਅਬ ਹੁਣ ਤੋਂ ਅਦਕ ਬਹੁਤੀ ਮਾਇਆ, ਬਹੁਤੇ ਪਦਾਰਥਾਂ ਵਿੱਚ ਆਪਣਾ ਬਹੁਤ ਜਸ ਕਰਾਉਣ ਵਿੱਚ ਚਿੱਤ ਨੂੰ ਪਸਾਰਿਆ, ਫੈਲਾਇਆ ਹੋਇਆ ਹੈ। ਭਾਵ ਕੀ ਹੈ ਵੀ ਵਾਹਿਗੁਰੂ ਪਰਮੇਸ਼ਰ ਨੂੰ ਚਿੱਤ ਤੋਂ ਭੁਲਾ ਹੀ ਦਿੱਤਾ ਹੈ। ਮਾਇਆ ਤੇਰੇ ਇਹ ਮਾਇਆ ਦਾ ਐਸਾ ਭਾਣਾ ਵਰਤ ਗਿਆ ਹੈ, ਮਾਇਆ ਨੇ ਤੇਰੇ ਹੁਕਮ ਵਰਤਾ ਦਿੱਤਾ ਹੈ ਤੇ ਤੂੰ ਪਦਾਰਥਾਂ ਵਿੱਚ ਚਿੱਤ ਨੂੰ ਪਸਾਰ ਰਿਹਾ। ਇਹ ਮਾਇਆ ਅਮਰ ਵਰਤਾਇਆ, ਇਹ ਮਾਇਆ ਦਾ ਭਾਣਾ ਐਸਾ ਵਰਤ ਗਿਆ ਹੈ ਜੀ। ਗਰਭ ਛੋੜ ਮ੍ਰਿਤ ਮੰਡਲ ਆਇਆ, ਤੇ ਗਰਭ ਛੋੜ ਕੇ ਮ੍ਰਿਤ ਮੰਡਲ ਜਦੋਂ ਆ ਗਿਆ, ਵੀ ਮਹਾਰਾਜ ਸਾਹਿਬ ਨੇ ਕਿਹਾ ਨਾ, ਦੇਖ ਉੱਥੇ ਤਾਂ ਤੂੰ ਸਿਮਰਨ ਕਰ ਰਿਹਾ ਸੀ, ਇੱਥੇ ਆ ਕੇ ਕੀ ਹਾਲਤ ਹੋ ਗਈ? ਇੱਥੇ ਤੇਰੀ ਇਹ ਹਾਲਤ ਹੋ ਗਿਆ ਜਦੋਂ ਮਾਤਾ ਦੇ ਗਰਭ ਨੂੰ ਛੋੜ ਕੇ ਮ੍ਰਿਤ ਮੰਡਲ ਮਾਤ ਲੋਈ ਤੇਰਾ ਜਨਮ ਹੋ ਗਿਆ। ਜਦੋਂ ਇਹ ਹੁਣ ਦੂਸਰੀ ਅਵਸਥਾ ਸ਼ੁਰੂ ਹੋ ਗਈ, ਇਹਦੇ ਨਾਲ ਤਾਂ ਨਰਹਰ ਮਨੋ ਵਿਸਾਰਿਆ, ਤਾਂ ਤਦੋਂ ਉਸ ਵੇਲੇ ਸਾਰਿਆਂ ਤੋਂ ਪਹਿਲਾਂ ਕੰਮ ਕੀ ਕੀਤਾ? ਨਰਹਰ ਪੁਰਖਾਂ ਨੂੰ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਨੂੰ ਮਨੋਂ ਹਿਰਦੇ ਦੇ ਚੋਂ ਵਿਸਾਰਿਆ, ਭੁਲਾ ਦਿੱਤਾ ਹੈ। ਰੱਬ ਭੁਲਾਇਆ ਪਹਿਲਾਂ। ਜਾਤ ਸੇ ਪਾਣਾ ਤਾਂ ਜੰਮਿਆ, ਪਰਿਵਾਰ ਭਲਾ ਪਾਇਆ, ਲਿਵ ਛੁਟਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਤੇ ਆ ਜਿਹੜਾ ਸੀ ਤੇਰੇ ਤੇ ਮਾਇਆ ਦਾ ਹੁਕਮ ਵਰਤ ਗਿਆ ਹੈ। ਫਿਰ ਪਛਤਾਵੇਗਾ ਮੂੜਿਆ, ਤੇ ਉਹ ਵਾਹਿਗੁਰੂ ਤੈਂ ਭੁਲਾ ਦਿੱਤਾ ਹੈ। ਕਹਿੰਦੇ ਹੇ ਮੂਰਖ, ਤੇ ਫਿਰ ਤੈਨੂੰ ਪਛਤਾਉਣਾ ਹੀ ਪਊਗਾ। ਹੁਣ ਮੂੜਨਾ ਮੂਰਖ ਹੁੰਦਾ, ਬੇਸਮਝਦਾ, ਪਛਤਾਤਾਪ ਕਰਨਾ ਪਏਗਾ ਤੈਨੂੰ। ਤੂੰ ਕਵਨ ਕੁਮਤ ਭ੍ਰਮ ਲਾਗਾ, ਤੂੰ ਭਰਮ ਕਰਕੇ ਕਵਨ ਕਿਸ ਕੁਮਤ ਖੋਟੀ ਮਤ ਵਿੱਚ ਲਾਗਾ ਲੱਗ ਗਿਆ। ਮਨ ਰੇ ਸਮਝ ਕਵਨ ਮਤ ਲਾਗਾ, ਨਾਮ ਵਿਸਾਰ ਅਨ ਰਸ ਲੋਭਾਨੇ, ਫਿਰ ਪਛਤਾਏਗਾ। ਅਭਾਗਾ ਤੂੰ ਤਾਂ ਭਾਗਿਆ, ਪਛਤਾਏਗਾ ਫਿਰ। ਇਹ ਭਾਣਾ ਵਰਤ ਜਾਣਾ ਹੈ ਜੀ। ਚੇਤ ਰਾਮ ਨਾਹੀ ਜਮਪੁਰ ਜਾਹੇਗਾ, ਰਾਮ ਪਰਮੇਸ਼ਰ ਨੂੰ ਚੇਤ ਚੇਤਨਾ ਕਰ, ਯਾਦ ਕਰ। ਨਾਹੀ ਨਹੀਂ ਤਾਂ ਫਿਰ ਜਮਪੁਰ ਜਮਾਂ ਦੀ ਪੁਰੀ ਵਿੱਚ ਤੈਨੂੰ ਜਾਹੇਗਾ, ਜਾਣਾ ਪਏਗਾ ਤੈਨੂੰ। ਪਰਮੇਸ਼ਰ ਦੇ ਚੇਤੇ ਕਰੇਗਾ ਤਾਂ ਇਹਦਾ ਥੋੜਾ ਜਿਹਾ ਬਦਲਾਅ ਕਰ ਲਈਦਾ। ਨਾ ਹੀ ਜਮਪੁਰ ਜਾਹੇਗਾ, ਫਿਰ ਤੂੰ ਨਹੀਂ ਜਾਏਗਾ ਜਮਪੁਰ। ਚੇਤ ਰਾਮ, ਜਦੋਂ ਚੇਤ ਰਾਮ, ਜੇ ਤਾਂ ਪਰਮੇਸ਼ਰ ਦਾ ਨਾਮ ਦਾ ਚੇਤਾ ਕੀਤਾ, ਰਾਮ ਚਿੰਤਨ ਕੀਤਾ, ਨਾ ਹੀ ਜਮਪੁਰ ਜਾਏਗਾ, ਫਿਰ ਨਹੀਂ ਜਾਏਗਾ। ਚੇਤ ਰਾਮ ਨਹੀਂ ਜਮਪੁਰ ਜਾਏਗਾ, ਜੇ ਰਾਮ ਨਾ ਚੇਤਿਆ ਫਿਰ ਜਮਪੁਰ ਜ਼ਰੂਰ ਜਾਏਗਾ। ਇਸ ਪ੍ਰਕਾਰ ਦਾ ਭਗਤ ਜੀ ਨੇ ਇਸ਼ਾਰਾ ਦਿੱਤਾ ਹੈ। ਜਨ ਵਿਚਰੈ ਅਨਰਾਧਾ, ਤੇ ਫਿਰ ਜੇ ਚੇਤੇ ਨਹੀਂ ਕਰੇਗਾ ਵਾਹਿਗੁਰੂ, ਜਮਾਂ ਦੀ ਪੂਰੀ ਤੇਰਾ ਛੁਟਕਾਰਾ ਨਹੀਂ ਹੋਊਗਾ। ਫਿਰ ਅਨਰਾਧਾ, ਅਨ ਹੋਰ ਦੇਵੀ ਦੇਵਤਿਆਂ ਦੇ ਰਾਧਾ ਅਰਾਧਨ ਵਿੱਚ, ਜਨ ਮਤਾਂ ਵਿਚਰੇ ਵਿਚਰਨਾ ਕਰ।
ਇਹਦੇ ਪ੍ਰਮਾਣ ਦਿੱਤਾ ਹੈ। ਜਿਵੇਂ ਕੋਰੜੂ ਹੁੰਦਾ ਇੱਕ ਮੋਠਾਂ ਦੇ ਵਿੱਚ, ਕੋਰੜ ਮੋਠ ਜਨੇਹਾ ਪ੍ਰਮਾਣ ਦਿੱਤਾ ਮਹਾਰਾਜ ਨੇ। ਉਹਨੂੰ 7 ਅਵਾਲਿਆਂ ਦੇ ਨਾਲ ਵੀ ਉਹ ਗਲਦਾ ਨਹੀਂ, ਰਿੱਝਦਾ ਨਹੀਂ ਹੁੰਦਾ, ਉਹ ਵਿੱਚ ਰਿੱਝੀ ਜਾਂਦਾ ਪਰ ਉਹ ਗਲਦਾ ਨਹੀਂ ਹੈ। ਕੋਰੜੂ ਉਸੇ ਤਰ੍ਹਾਂ ਨੇ। ਇਸੇ ਤਰ੍ਹਾਂ ਤੈਨੂੰ 7 ਸ਼ਾਸਤਰਾਂ ਦੇ ਉਪਦੇਸ਼ ਦੀਆਂ 7 ਉਬਾਲੇ ਵੀ ਦੇ ਦਈਏ ਨਾ ਤਾਂ ਵੀ ਤੇਰਾ ਚਿੱਤ ਢਲਦਾ ਨਹੀਂ ਹੈ। ਕਿੰਨਾ ਹੀ ਗਿਆਨ ਸੁਣਾ ਦਈਏ ਤੈਨੂੰ ਭਿੱਜਦਾ ਨਹੀਂ ਹੈ। ਇਸ ਪ੍ਰਕਾਰ ਅਨਰਿੱਧ ਮੋਠ ਦੀ ਨਿਆਈਆਂ ਤੂੰ ਜਿਵੇਂ ਉਹ ਨਹੀਂ ਰਿੱਝਦਾ। ਜਨ ਵਿਚਰੈ ਅਨਰਾਧਾ, ਇਹ ਜਨ ਸਤਿਪੁਰਸ਼ਾਂ ਨੇ ਵਿਚਾਰ ਲਿਆ। ਵਿਚਾਰ ਨਾ ਕਰ ਜਾਂ ਫਿਰ ਹੇ ਜਨ ਪੁਰਖ, ਤੂੰ ਪਰਮੇਸ਼ਰ ਦੇ ਨਾਮੋਂ ਹਿਰਦੇ ਰੂਪੀ ਖੇਤ ਵਿੱਚ ਅਨਰਾਧਾ ਨਾ ਬੀਜਣ ਦਾ ਵੀ ਹੁੰਦਾ ਹੈ। ਹਿਰਦੇ ਰੂਪੀ ਖੇਤ ਵਿੱਚ ਨਾਮ ਨੂੰ ਬੀਜਣਾ ਕਰ, ਤੇ ਨਾਮ ਬੀਜਣ ਤੋਂ ਰਹਿਤ ਵਿਚਰੇ ਐਵੇਂ ਕਿਉਂ ਫਿਰਦਾ ਤੁਰਿਆ। ਨਾਮ ਬੀਜ ਸੰਤੋਖ ਸੁਆਗਾ, ਰੱਖ ਗਰੀਬੀ ਵੇਸ। ਤੇ ਤੇਰਾ ਕੰਮ ਇਹ ਹੋ ਰਿਹਾ ਹਿਰਦੇ ਰੂਪੀ ਖੇਤ ਦੇ ਵਿੱਚ ਅਨਾਰਾਧਾ ਬੀਜਣ ਤੋਂ ਬਿਨਾਂ ਹੀ ਵਿਚਰ ਰਿਹਾ, ਨਾਮ ਬੀਜਦਾ ਨਹੀਂ ਹੈ। ਆਪਣੇ ਅੰਦਰ ਪਰਮੇਸ਼ਰ ਦੇ ਨਾਮ ਨੂੰ ਤੈਂ ਬੀਜਿਆ ਨਹੀਂ। ਤੇ ਅਨ ਦਵੈਤ ਚ ਇਰਾਦਾ, ਇਹ ਦਵੈਤ ਨੂੰ ਬੀਜਣ ਦੇ ਵਿੱਚ ਤੂੰ ਮਤਾਂ ਵਿਚਰਨਾ ਕਰ, ਐਸਾ ਨਾ ਕਰ। ਐਸਾ ਵੀ ਅਰਥ ਇਸ ਨੇ ਕੀਤਾ ਹੈ ਸਤਿਪੁਰਸ਼ਾਂ ਨੇ ਜੇ ਹਸਾਈ ਦੇ ਕੇ ਫਰਮਾਉਂਦੇ ਨੇ। ਬਾਲ ਬਿਨੋਦ ਚਿੰਦ ਰਸ ਲਾਗਾ। ਹੁਣ ਜੀਵ ਦੀ ਬਾਲਕ ਅਵਸਥਾ, ਗਰਭ ਅਵਸਥਾ ਤੋਂ ਦੂਸਰੀ ਅਵਸਥਾ ਦਾ ਪੂਰਾ ਨਿਰੀਖਣ ਕਰਦੇ। ਬਾਲ ਵਿਨੋਦ ਚਿੰਦ ਰਸ ਲਾਗਾ, ਦੂਸਰੀ ਅਵਸਥਾ ਸ਼ੁਰੂ ਹੋ ਗਈ ਹੈ। ਬਾਲਕ ਅਵਸਥਾ ਆ ਗਈ, ਉਹਦੇ ਵਿੱਚ ਕੀ ਕਰਦਾ ਹੈ? ਬਾਲਪਣੇ ਵਿੱਚ ਵਿਨੋਦ ਕੌਤਕਾਂ ਨੂੰ, ਖੇਡਾਂ ਖੇਡਣੇ ਤਾਂ ਹੀ ਲਿਆ ਕੇ ਦਿੰਦੇ ਆ ਖਿਡੌਣੇ ਬੱਚੇ ਨੂੰ। ਉਹ ਬੱਚਾ ਪਰਚਦਾ ਉਹਦੇ ਵਿੱਚ, ਖੇਡਣ ਦੇ ਵਿੱਚ ਵੇਖਦਾ ਹੈ। ਖੇਡ ਬੜੀ ਪਿਆਰੀ ਹੁੰਦੀ ਹੈ ਬਚਪਨ ਦੇ, ਤੇ ਇਸ ਕਰਕੇ ਇਹਦੇ ਵਿੱਚ ਜਦੋਂ ਬਾਲ ਅਵਸਥਾ ਜਿਹੜੀ ਹੈ ਉਹਦੇ ਵਿੱਚ ਤਾਂ ਇਹ, ਜਦੋਂ ਫਿਰ ਤੀਸਰੀ ਕਿਸ਼ੋਰ ਅਵਸਥਾ ਆ ਗਈ, ਉਹਦੇ ਕਿਸ਼ੋਰ ਅਵਸਥਾ 'ਚ ਕੀ ਕਰਦਾ ਹੈ? ਉਹਦੇ 'ਚ ਖਾਣ ਪੀਣ ਦਾ ਤੈਨੂੰ ਲਾਲਚ ਲੱਗਿਆ ਰਹਿੰਦਾ ਹੈ। ਉਹਦੇ 'ਚ ਰਸਾਂ ਕਸਾਂ ਦੇ ਵਿੱਚ ਤੇਰੀ ਚਿੱਤ ਦੀ ਚਿੰਦ ਚਿਤ ਬਣੀ ਲਾਗਾ ਲੱਗ ਗਈ, ਤੇ ਉਹਦੇ 'ਚ ਫਿਰ ਸਰੀਰ ਨੂੰ ਤੰਦਰੁਸਤ ਕਰਨ ਵਾਸਤੇ ਵੀ ਤੇ ਹੋਰ ਵੀ ਕਈ ਤਰ੍ਹਾਂ ਦੇ ਉਪਾਅ, ਖਾਣ ਪੀਣ ਤੇ ਸਰੀਰ ਦਾ ਬੜਾ ਖਿਆਲ ਰੱਖਦਾ ਹੈ। ਇਹ ਕਿਸ਼ੋਰ ਅਵਸਥਾ ਦੇ ਵਿੱਚ ਐਸਾ ਹੋ ਗਿਆ ਹੈ। ਖਿਨ ਖਿਨ ਮੋਹਿ ਵਿਆਪੈ, ਮਾਤਾ ਪਿਤਾ ਭੈਣ ਭਰਾ ਸੰਬੰਧੀਆਂ ਦਾ ਤੈਨੂੰ ਖਿਨ ਖਿਨ ਅੱਖ ਦੇ ਪਲਕਾਰੇ ਜਿੰਨੇ ਸਮੇਂ ਦੇ ਵਿੱਚ ਮੋਹ ਵਿਆਪੈ, ਵਿਆਪਦਾ ਹੈ। ਸੰਬੰਧੀਆਂ ਨੂੰ ਤੇਰਾ ਮੋਹ ਵਿਆਪਦਾ ਹੈ, ਤੈਨੂੰ ਸੰਬੰਧੀਆਂ ਦਾ ਮੋਹ ਵਿਆਪਦਾ ਹੈ। ਤੇ ਫਿਰ ਸ਼ਰਾਬਾਂ ਆਦ ਪੀਣ ਦਾ ਆਦੀ ਹੋ ਜਾਂਦੇ ਨੇ ਕਈ, ਛੋਟੀ ਅਵਸਥਾ ਦੇ ਵਿੱਚ ਨਸ਼ੇ ਖਾਣ ਲੱਗ ਜਾਂਦੇ ਨੇ। ਇਹ ਨਖਿੱਧ ਬੂਟੀ ਜਿਹੜੀ ਹੈ ਜਗਤ ਜੂਠ ਦਾ ਸੇਵਨ ਕਰਨ ਲੱਗ ਜਾਂਦੇ ਹੈ। ਤੇ ਫਿਰ ਤੂੰ ਅਖੇ ਜੀ ਵੈਦ ਨੇ ਕਿਹਾ, ਡਾਕਟਰ ਨੇ ਜੀ ਥੋੜੀ ਜੀ ਤਾਂ ਦਵਾਈ ਵਾਂਗ ਪੀ ਲਈਏ ਸ਼ਰਾਬ ਤਾਂ ਇਹਦਾ ਪਾਪ ਨਹੀਂ ਹੈ। ਇਹ ਬਹਾਨੇ ਬਣਾ ਬਣਾ ਕੇ ਨਸ਼ਈ ਹੋ ਗਏ ਤੂੰ। ਕਿਸ਼ੋਰ ਅਵਸਥਾ ਬਾਰੇ ਤੇ ਇਸ ਤਰ੍ਹਾਂ ਦਾ ਸਾਥ ਜੀ ਕਥਨ ਕਰਦੇ ਐ। ਰਸ ਮੇ ਸਮੇਦ ਅੰਮ੍ਰਿਤ ਬਿਖ ਚਾਖੀ। ਬਾਲਪਨ ਅਵਸਥਾ ਤੋਂ ਬਾਅਦ ਫਿਰ ਹੁਣ ਕਿਸ਼ੋਰ ਅਵਸਥਾ ਦੇ ਵਿੱਚ ਕੈਸਾ? ਤੈਨੂੰ ਕਹਿੰਦੇ ਰਸ ਮਿਸ ਮੇਦ, ਰਸ ਰਸਾਂ ਦੇ ਭੋਗਣ ਵਿੱਚ ਮਿਸ ਬਹਾਨੇ, ਬਿਓ ਰੂਪ ਜਿਹੜੇ ਪਦਾਰਥ ਸ਼ਰਾਬ ਆਦਨ, ਇਹਨੂੰ ਅੰਮ੍ਰਿਤ ਵਾਂਗ ਚਾਖਦਾ, ਇਹਨੂੰ ਅੰਮ੍ਰਿਤ ਹੀ ਮੰਨਦਾ ਹੈ। ਮੇਦ ਪਵਿੱਤਰ ਸਮਝਦਾ, ਮੇਦ ਨਾਲ ਪਵਿੱਤਰਤਾ ਹੁੰਦਾ। ਕਰੋ ਮੇਦ ਮੇਦਾ ਜਥਾ ਕੰਕਰ ਬੇਣੀ ਆਉਂਦਾ ਨਾ ਛੋਟੇ ਗ੍ਰੰਥਾਂ 'ਚ। ਇਹਨੂੰ ਪਵਿੱਤਰ ਸੁਖਦਾਇਕ ਸਮਝ ਕੇ ਚਾਖੀ ਚਖਣਾ ਕਰਦਾ ਹੈ। ਤੇ ਰਸਾਂ ਕਸਾਂ ਦੀਆਂ ਔਸ਼ਧੀਆਂ ਮਿਸ ਬਹਾਨੇ, ਮੇਦ ਸ਼ਰਾਬ ਆਦ ਜਾਂ ਫਿਰ ਮਾਸ ਕੁੱਕੜ ਆਦ ਦੇ ਮੇਦ, ਮੇਦਿਆਂ ਭਾਵ ਮਾਸ ਨੂੰ ਜੋ ਵਿਉਵਤ ਦੁਖਦਾਈ ਨੇ, ਪਾਪਾਂ ਦਾ ਫਲ ਦੇਣਾ ਪੈਣਾ ਹੈ, ਅੰਮ੍ਰਿਤ ਸਮਾਨ ਸੁਖਦਾਇਕ ਜਾਣ ਕੇ ਚਖਦਾ ਹੈ। ਇਸ ਤਰ੍ਹਾਂ ਦੀ ਤੇਰੀ ਹਾਲਤ ਕਿਸ਼ੋਰ ਅਵਸਥਾ 'ਚ ਹੈ। ਤੋ ਪੰਚ ਪ੍ਰਗਟ ਸੰਤਾਪੈ, ਤਾਂ ਫਿਰ ਤਾਂ ਉਸ ਵੇਲੇ ਪੰਜ ਜਿਹੜੇ ਕਾਮ ਆਦਿਕਨ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਸੰਤਾਪੈ ਦੁਖੀ ਕਰਨ ਲੱਗ ਜਾਂਦੇ ਹੈ। ਸੰਗ ਤਾਪੈ, ਸੰਗ ਭਲੀ ਪ੍ਰਕਾਰ, ਤਾਪੈ ਤਪਾਉਂਦੇ ਨੇ ਤੇਰੇ ਹਿਰਦੇ ਨੂੰ। ਪੰਜੇ ਵਿਕਾਰਾਂ ਦੀ ਬਹੁਤ ਜ਼ਿਆਦਾ ਬਹੁਲਤਾ ਹੋ ਜਾਂਦੀ ਹੈ। ਕਿਸ਼ੋਰ ਅਵਸਥਾ ਦੇ ਵਿੱਚ ਕਾਮ ਆਦਿਕ ਦੀਆਂ ਹਨੇਰੀਆਂ ਉੱਠਣ ਲੱਗ ਜਾਂਦੀਆਂ ਹਨ। ਜਪ ਤਪ ਸੰਜਮ ਛੋੜ ਸੁਕ੍ਰਿਤ ਮਤ, ਪਰਮਾਤਮਾ ਦਾ ਜਾਪ ਤੈਂ ਛੱਡ ਦਿੱਤਾ, ਜਪ ਛੱਡ ਦਿੱਤਾ, ਉਹਦਾ ਜਾਪ ਛੱਡ ਦਿੱਤਾ, ਤੇ ਤਪ ਤਪੱਸਿਆ ਸੰਜਮ ਇੰਦਰੀਆਂ ਦਾ ਜਿਹੜਾ ਦਮਨ ਕਰਨਾ ਸੀ, ਸੁਕਿਰਤ ਸ੍ਰੇਸ਼ਟ ਕਰਮ ਕਰਨੇ ਸੀ, ਇਹ ਤਾਂ ਛੋੜ ਹੀ ਦਿੱਤੇ ਨਾ ਤੈਂ। ਮਤ ਬੁੱਧੀ ਨੂੰ ਛੱਡ ਕੇ
ਤੇ ਪੰਜਾਂ ਵਿਕਾਰਾਂ ਦੇ ਵਿੱਚ ਇਹਦੀ ਖਚਤ ਹੋ ਗਿਆ ਹੈ। ਰਾਮ ਨਾਮ ਨ ਅਰਾਧਿਆ, ਰਾਮ ਜਿਹੜਾ ਪਰਮੇਸ਼ਰ ਰਮਿਆ ਹੋਇਆ ਉਹਦੇ ਨਾਮ ਨੂੰ ਅਰਾਧਿਆ ਨਹੀਂ ਤੈਂ, ਪਰਮੇਸ਼ਰ ਦਾ ਨਾਮ ਨਹੀਂ ਜਪਿਆ ਹੈ। ਇਹ ਤੇਰੀ ਕਿਸ਼ੋਰ ਅਵਸਥਾ ਵੀ ਲੰਘ ਗਈ। ਮਾਤਾ ਦੇ ਗਰਭ ਦੇ ਵਿੱਚ ਜਾਪ ਕਰਦਾ ਸੀ, ਬਾਲ ਪਰਮਸਤਾਂ ਖੇਡਾਂ ਪਿਆਰੀਆਂ ਹੋ ਗਈਆਂ, ਮਾਤਾ ਪਿਤਾ ਦਾ ਮੋਹ ਜਾਗ ਪਿਆ ਤੇ ਕਿਸ਼ੋਰ ਅਵਸਥਾ 'ਚ ਨਸ਼ਿਆਂ ਵਿਸ਼ਿਆਂ ਵੱਲ ਪੈ ਗਿਆ। ਤੇ ਅੱਗੇ ਹੁਣ ਜਵਾਨੀ ਦੀ ਅਵਸਥਾ ਜਿਹੜੀ ਹੈ ਉਹ ਕਥਨ ਕਰਨਗੇ ਜੇ ਉਛਲਿਆ ਕਾਮ ਕਾਲ ਮਤ ਲਾਗੀ, ਜਦੋਂ ਬਹੁਤ ਜ਼ਿਆਦੇ ਜੋਬਨ ਅਵਸਥਾ ਭਰ ਗਈ ਸਰੀਰ ਦੇ ਵਿੱਚ, ਮੰਦੀ ਵਾਸਨਾ ਕਾਮ ਉਛਲਿਆ, ਉਛਾਲੇ ਖਾਣ ਲੱਗ ਪਿਆ, ਮਤ ਤੇਰੀ ਬੁੱਧੀ ਵਿਸ਼ਿਆਂ ਦੇ 'ਚ ਕਾਲਸ ਕਾਲੀ ਹੋ ਗਈ, ਇਹਨੂੰ ਮਤ ਨੂੰ ਕਾਲਸ ਲੱਗ ਗਈ ਵਿਸ਼ੇ ਵਿਕਾਰਾਂ ਦੀ ਚਿਤਵਣੀ ਦੇ। ਤੋ ਆਨ ਸਖਤ ਗੱਲ ਬੰਧਿਆ, ਤਾਂ ਜਦੋਂ ਮਾਤਾ ਪਿਤਾ ਨੇ ਦੇਖਿਆ ਵੀ ਪੁੱਤਰ ਜਾਂ ਧੀ ਹੁਣ ਇਹ ਬਸ ਤੋਂ ਬਾਹਰ ਹੁੰਦੇ ਜਾਂਦੇ ਐ, ਫਿਰ ਮਾਤਾ ਪਿਤਾ ਨੇ ਸਖਤ ਇਸਤਰੀ ਨੂੰ ਆਨ ਲਿਆ ਕੇ ਗਲੇ ਨਾਲ ਬੰਨ੍ਹਿਆ, ਬੰਨ੍ਹ ਦਿੱਤਾ, ਭਾਵ ਵਿਆਹ ਕਰ ਦਿੱਤਾ ਵੀ ਲੈ ਐਵੇਂ ਨਾ ਬਦਨਾਮੀ ਖੱਟਦਾ ਫਿਰੀ, ਵਿਆਹ ਕਰ ਦਿੱਤਾ। ਉਸ ਵੇਲੇ ਇਉਂ ਬੰਨ ਦਿੱਤਾ ਇਸ ਨੂੰ। ਤਰਨ ਤੇਜ ਪਰ ਤ੍ਰੈ ਮੁਖ ਜੋ ਹੈ, ਪਰ ਤੇਰੀ ਆਦਤ ਫੇਰ ਵੀ ਇਹ ਰਹੀ, ਤਰਨ ਜਵਾਨੀ ਦੇ ਤੇਜ ਪ੍ਰਤਾਪ ਕਰਕੇ, ਪਰ ਪਰਾਈਆਂ ਤੇਰੀ ਇਸਤਰੀਆਂ ਦੇ ਮੁਖ ਵੱਲ ਨੂੰ ਜੋ ਹੈ ਦੇਖਦਾ ਤੱਕਦਾ ਰਹਿਣਾ, ਤੇ ਇਹ ਵੀ ਮੈਨੂੰ ਪ੍ਰਾਪਤ ਹੋ ਜੇ ਪਦਾਰਥ, ਜਿਵੇਂ ਕੁੱਤਾ ਬੁਰਕੀ ਵੱਲ ਝਾਕਦਾ ਰਹਿੰਦਾ, ਆਹ ਵੀ ਬੁਰਕੀ ਮਿਲ ਜਾਏ, ਆਹ ਵੀ ਮਿਲ ਜਾਏ, ਮਿਲਦਾ ਕੁਛ ਨਹੀਂ, ਐਵੇਂ ਜੀਭ ਲਮਕਾਈ ਲਾਲਾਂ ਛੱਡਦਾ ਰਹਿੰਦਾ। ਇਹ ਹਾਲਤ ਤੇਰੀ ਕੁੱਤੇ ਵਰਗੀ, ਇਸ ਤਰ੍ਹਾਂ ਤੂੰ ਜੋ ਹੈ ਦੇਖਦਾ ਰਹਿੰਦਾ ਹੈ। ਸਰ ਅਪਸਰ ਨਾ ਪਛਾਣਿਆ, ਸਰ ਨਾਮ ਹੈ ਚੰਗੇ ਦਾ, ਅਵਸਰ ਨਾਮ ਹੈ ਮੰਦੇ ਦਾ, ਚੰਗਾ ਮੰਦਾ ਤਾਂ ਪਛਾਣਿਆ ਨਹੀਂ ਤੈਂ। ਸਰ ਅਵਸਰ ਕੀ ਸਾਰ ਨਾ ਜਾਣ ਹੈ, ਫਿਰ ਕੀਚ ਬੁਢਾਈ ਜੀਓ, ਇਸ ਤਰ੍ਹਾਂ ਦੀ ਤੇਰੀ ਹਾਲਤ ਹੈ। ਉਨਮਤ ਕਾਮ ਮਹਾ ਬਿਕ ਭੂਲੇ, ਕਾਮ ਵਿੱਚ ਉਨਮਤ ਮਸਤ ਹੋ ਕੇ ਮਹਾ ਬਹੁਤੇ ਬਿਖ ਵਿਸ਼ਿਆਂ ਨੂੰ ਭੋਗਣ ਦੇ ਵਿੱਚ ਲੱਗਾ ਰਿਹਾ, ਪਰਮੇਸ਼ਰ ਨੂੰ ਭੁੱਲ ਰਿਹਾ ਤੂੰ। ਪਰਮੇਸ਼ਰ ਤਾਂ ਤੈਨੂੰ ਵਿਸਰੇ ਗਿਆ ਹੈ, ਇਹ ਵਿਸ਼ਿਆਂ ਵਿੱਚ ਭੁੱਲਾ ਹੋਇਆ ਹੈ, ਇਸ ਕਰਕੇ ਤੂੰ ਵਿਸ਼ਿਆਂ ਵਿੱਚ ਭੁੱਲ ਕੇ ਪਾਪ ਪੁੰਨ ਨਾ ਪਛਾਨਿਆ, ਵੀ ਆਹ ਮੰਦ ਕਰਮ ਹੈ ਨਿਸ਼ੇ ਵਿਸ਼ੇ ਭੋਗਣੇ, ਆਹ ਪੁੰਨ ਕਰਮ ਹੈ ਭਗਤੀ ਕਰਨੀ, ਦਾਨ ਦੇਣਾ, ਅੰਮ੍ਰਿਤ ਵੇਲੇ ਉੱਠਣਾ, ਇਹਦੀ ਨਹੀਂ ਪਛਾਣ ਕੀਤੀ। ਇਹ ਅਵਸਥਾ ਸਾਧ ਜੀ ਕਥਨ ਕਰਕੇ ਹੁਣ ਢਲਦੀ ਜਵਾਨੀ ਦੀ ਹਾਲਤ ਦੱਸ ਰਹੇ ਨੇ ਮਹਾਰਾਜ ਸਾਹਿਬ ਜੀ ਅੱਗੇ। ਢਲਦੀ ਜਵਾਨੀ ਐਸੀ ਹੈ, ਸੁਤ ਸੰਪਦ ਦੇਖ ਇਹੋ ਮਨ ਗਰਬਿਆ, ਤੇ ਢਲਦੀ ਜਵਾਨੀ 'ਚ ਆਪਣੇ ਸੁਤ ਪੁੱਤਰ ਨੂੰ, ਸੰਪਦ ਧਨ ਪਦਾਰਥੋਂ, ਵਿਭੂਤੀ ਆਦਿਕ ਨੂੰ ਇਹ ਦੇਖ ਕਰਕੇ ਮਨ ਗਰਬਿਆ, ਹੰਕਾਰ ਦੇ ਸਹਿਤ ਹੋ ਰਿਹਾ ਹੈ। ਰਾਮ ਹਿਰਦੈ ਤੇ ਖੋਇਆ, ਰਾਮ ਰਮਿਆ ਹੋਇਆ ਪਰਮੇਸ਼ਰ ਤਾਂ ਜਿਵੇਂ ਕੋਈ ਚੀਜ਼ ਖੋ ਜਾਂਦੀ ਹੈ, ਓਲੇ ਹੋ ਜਾਂਦੀ ਹੈ, ਪਤਾ ਨਹੀਂ ਲੱਗਦਾ ਵੀ ਕਿੱਥੇ ਹੈ। ਹਿਰਦੇ ਦੇ ਵਿੱਚ ਤੋਂ ਗਵਾ ਦਿੱਤਾ ਹੈ, ਭੁਲਾ ਦਿੱਤਾ ਹੈ, ਪਰਮੇਸ਼ਰ ਨੂੰ ਛੱਡ ਦਿੱਤਾ ਹੈ, ਖੋ ਦਿੱਤਾ ਹੈ, ਹਿਰਦੇ ਤੋਂ ਖੋਇਆ ਗਵਾ ਲਿਆ ਤੈਂ, ਭੁਲਾ ਦਿੱਤਾ ਹੈ ਪਰਮੇਸ਼ਰ ਨੂੰ। ਅਵਰ ਮਰਤ ਮਾਇਆ ਮਨ ਤੋਲੇ, ਇਹ ਢਲਦੀ ਜਵਾਨੀ ਦੇ ਵਿੱਚ ਕੈਸੀ ਤੇਰੀ ਅਵਸਥਾ ਹੈ, ਜਿਸ ਵੇਲੇ ਤੂੰ ਦੇਖਿਆ ਵੀ ਅਵਰ ਹੋਰ ਨੇੜੇ ਦਾ ਸੰਬੰਧੀ ਮੇਰੇ ਰਿਸ਼ਤੇਦਾਰੀ ਚੋਂ ਫਲਾਣਾ ਮਰਨ ਲੱਗਿਆ ਹੈ, ਜਾਂ ਘਰ ਦੇ ਵਿੱਚ ਇਹ ਬਜ਼ੁਰਗ ਮਰਨ ਲੱਗਿਆ ਹੈ, ਉਸ ਵੇਲੇ ਮਾਇਆ ਨੂੰ ਤੋਲਦਾ ਵੀ ਹੁਣ ਮੈਨੂੰ ਇਹਦੀ ਜ਼ਮੀਨ ਤੋਂ ਇੰਨਾ ਹਿੱਸਾ ਆਊਗਾ, ਇਹਦੇ ਬੈਂਕ ਦੇ ਵਿੱਚ ਪੈਸੇ ਪਏ ਨੇ, ਉਹ ਭਰਾਵਾਂ ਦੇ ਇਹ ਹਿੱਸਾ ਆਊਗਾ, ਵੀ ਇਹ ਮਰੇ ਜਲਦੀ, ਐ ਸੋਚਣ ਲੱਗ ਜਾਂਦਾ ਹੈ। ਤਾਂ ਉਸ ਵੇਲੇ ਤੇਰੀ ਇਹ ਹਾਲਤ ਹੈ ਵੀ ਇੱਕ ਬੰਦਾ ਮਰ ਰਿਹਾ, ਤੂੰ ਉਹਦੇ ਧੰਨਵਾਦ ਤੇ ਤੈਂ ਨਹੀਂ ਮਰਨਾ, ਉਹਦੇ ਮਰਨ ਦਾ ਸੰਬੰਧੀ ਦੇ ਸੋਗ ਨਹੀਂ, ਅੰਦਰ ਲਾਲਚ ਹੈ, ਇਹਦੀ ਮਾਇਆ ਨੂੰ ਤੋਲਦਾ ਹੈ, ਮਿਣਦਾ ਹੈ ਵੀ ਇੰਨੀ ਕੁ ਤਾਂ ਮਿਲੇ ਜਾਊਗੀ ਮੈਨੂੰ। ਇਹ ਹਾਲਤ ਹੈ ਸੰਸਾਰ ਦੇ। ਤੋ ਭਾਗ ਮੁਖ ਜਨਮ ਵਿਗੋਇਆ, ਇਸ ਪ੍ਰਕਾਰ ਤੋ ਤੂੰ ਸਾਰੀ ਉਮਰ ਭਗ ਜੋਨੀ ਵਿਸ਼ਾ ਭੋਗਣ ਦਾ ਪਾਤਰ ਭੰਡਾ ਸਥਾਨ, ਉਹ ਭੋਗਣ ਤੇ ਮੁਖ ਮੂੰਹ ਦੇ ਨਾਲ ਸਵਾਦਲੇ ਪਦਾਰਥ ਖਾਣ ਵਿੱਚ, ਇਹ ਖਾਣ ਤੇ ਭੋਗਣ ਦੋ ਸਾਸ ਜੀ ਇੰਦਰੀਆਂ ਨੇ ਸੰਸਾਰ ਕਾਬੂ ਕੀਤਾ ਹੋਇਆ। ਇਸ ਕਰਕੇ ਇਹਦੇ ਵਿੱਚ ਤੂੰ ਕੀ ਕੀਤਾ, ਜਨਮ ਵਿਗੋਇਆ, ਗਵਾ ਹੀ ਲਿਆ, ਵਿਅਰਥ ਹੀ ਵਿਗੋਲਾ ਗਵਾ ਲਿਆ ਆਪਣੇ ਕੋਲੋਂ। ਪਰਮੇਸ਼ਰ ਵੱਲੋਂ ਬੇਮੁਖ ਹੋਣ ਰੂਪ, ਇੱਥੇ ਭਗਦਾ ਅਰਥ ਦੂਸਰਾ ਭੱਜ ਜਾਣਾ, ਪਰਮੇਸ਼ਰ ਵੱਲੋਂ ਭੱਜ ਕੇ ਸਾਰੀਆਂ ਜੂਨਾਂ ਤੋਂ ਮੁਖੀ ਜੋ ਮਨੁੱਖਾ ਦੇ,
ਇਹਨੂੰ ਭਗੋਇਆ ਨਿਸਪਲ ਹੀ ਗਵਾ ਲਿਆ ਤੈਂ। ਉੱਥੋਂ ਤੋਂ ਭੱਜ ਕੇ ਆਇਆ ਸੀ, ਸਾਰੀਆਂ ਜੂਨਾਂ ਚੋਂ ਭੱਜ ਕੇ ਮਨੁੱਖ ਸਰੀਰ ਵਿੱਚ ਆਇਆ ਸੀ, ਤੇ ਹੁਣ ਇਹਨੂੰ ਭਗੋਇਆ ਨਿਸਪਲ ਹੀ ਗਵਾ ਲਿਆ। ਇੱਕ ਪ੍ਰੇਮੀ ਨੇ ਬੇਣੀ ਜੀ ਨੂੰ ਕਿਹਾ ਕਿ ਜੀ ਸੰਸਾਰ ਤੋਂ ਫਿਰ ਤਰਿਆ ਵੀ ਜਾ ਸਕਦਾ, ਕਿਵੇਂ ਤਰਿਆ ਜਾ ਸਕਦਾ? ਕੋਈ ਸੰਸਾਰ ਤੋਂ ਤਰਿਆ ਹੈਗਾ? ਇਹ ਸਵਾਲ ਕਰ ਦਿੱਤਾ। ਤਾਂ ਬੇਣੀ ਜੀ ਕਹਿਣ ਲੱਗੇ ਮਹਾਤਮਾ ਜਨ ਤਰੇ, ਤੇ ਉਹ ਮਹਾਤਮਾ ਜਨ ਤੇ ਫਿਰ ਦੂਸਰਾ ਅਵਰ ਮਰਤ ਮਾਇਆ ਮਨ ਤੋਲੇ। ਇਹ ਹੁਣ ਮਹਾਤਮਾ ਕਿਵੇਂ ਤੇਰੇ ਨਾ? ਅਵਰ ਹੋਰ ਵੀ ਸੰਤ ਮਹਾਤਮਾ, ਮਰਤ ਮਰਦ, ਇੱਥੇ ਮਰਦਾਰਥ ਮਰਦ ਹਨ ਜੋ ਮਾਇਆ ਨੂੰ ਮਿਥਿਆ ਜਾਣ ਕੇ ਮਨ ਵਿੱਚ ਤੋਲਦੇ ਨੇ, ਭਾਵ ਵਿਚਾਰਦੇ ਨੇ ਕਿ ਝੂਠੀ ਹੈ, ਝੂਠੀ ਸਮਝਦੇ ਨੇ। ਮਾਇਆ ਮਾਤਰ ਸਾਰੇ ਸੰਸਾਰ ਨੂੰ ਆਪਣੇ ਮਨ ਦੇ ਵਿੱਚ ਵਿਚਾਰਦੇ ਹੈ। ਸੰਸਾਰ ਦੀ ਤਰਫੋਂ ਫਿਰ ਉਹਨਾਂ ਦਾ ਮਨ ਤੋ ਭਗਮੁਖ ਜਨਮ ਭਗੋਇਆ। ਸੰਸਾਰ ਦੀ ਤਰਫੋਂ ਭੱਜ ਕਰਕੇ ਮੁਖੀ ਪਰਮਾਤਮਾ ਵਿੱਚ ਆਪਣੇ ਜਨਮ ਜੀਵਨ ਨੂੰ ਬੇਵਿਸ਼ੇਸ਼ ਕਰਕੇ ਗੋਇਆ ਮਿਲਾਉਣਾ ਕਰਦੇ ਨੇ। ਉਹ ਮਹਾਤਮਾ ਜਨ ਸੰਸਾਰ ਦੀ ਤਰਫੋਂ ਦੌੜ ਕੇ ਮੁੱਖ ਰੂਪ ਵਾਹਿਗੁਰੂ ਦੇ ਸਿਰਨ ਵਿੱਚ ਲੱਗ ਕੇ ਜੰਮਣ ਮਰਨ ਜਿਹੜਾ ਸੀ ਸੰਸਾਰ ਨੂੰ ਵਿਆਪ ਰਿਹਾ, ਉਹਨਾਂ ਨੇ ਭਿਗੋਇਆ ਗਵਾ ਲਿਆ, ਜੰਮਣ ਮਰਨ ਦਾ ਭਾਵ ਕਰ ਦਿੱਤਾ ਹੈ। ਪੁੰਡਰ ਕੇਸ ਕੁਸਮ ਤੇ ਧੌਲੇ। ਹੁਣ ਭਾਈ ਅਵਸਥਾ ਬਿਰਧ ਅਵਸਥਾ ਦਾ ਕਥਨ ਕਰਦੇ ਹੈ। ਬਿਰਧ ਅਵਸਥਾ ਆ ਗਈ ਜਿਸ ਦੇ ਪੁੰਡਰ ਸਫੇਦ ਕਮਲ ਦੇ ਜਿਵੇਂ ਫੁੱਲ ਹੁੰਦੇ ਚਿੱਟੇ, ਉਹ ਕੁਸਮ ਫੁੱਲ ਤੇ ਤੇਰੇ ਕੇਸ ਧੌਲੇ ਚਿੱਟੇ ਹੋ ਜਾਣਗੇ। ਕਹਿੰਦੇ ਇਹ ਅਵਸਥਾ ਦੇਖੋ ਬਿਰਧੀ ਐਸੀਆਂ ਚਿੱਟੇ ਬਾਲ ਹੋ ਜਾਂਦੇ ਬਿਰਧ ਅਵਸਥਾ ਵਿੱਚ, ਤਾਂ ਉਸ ਵੇਲੇ ਸਰੀਰ ਦੀ ਹਾਲਤ ਕਿਹੋ ਜਿਹੀ ਹੁੰਦੀ ਹੈ? ਸਪਤ ਪਾਤਾਲ ਕੀ ਬਾਣੀ। ਕੱਲੇ ਬਾਲ ਹੀ ਨਹੀਂ ਚਿੱਟੇ ਹੋਏ, ਆਵਾਜ਼ ਸਾਥ ਛੱਡ ਜਾਂਦੀ ਹੈ, ਆਵਾਜ਼ ਇੰਨੀ ਛੋਟੀ ਹੋ ਜਾਂਦੀ ਹੈ, ਬਰੀਕ ਹੋ ਜਾਂਦੀ ਹੈ, ਬੋਲਣ ਦਾ ਤਾਣ ਨਹੀਂ ਰਹਿੰਦਾ। ਐਂ ਲੱਗਦਾ ਜਿਵੇਂ ਕੋਈ ਪੁਰਸ਼ ਸਬਤ ਸੱਤਵੇਂ ਪਤਾਲ ਵਿੱਚੋਂ ਬੋਲਦਾ ਪਿਆ ਹੁੰਦਾ ਮੰਜੇ ਤੇ ਹੀ ਕੋਰੇ, ਪਤਾ ਹੀ ਨਹੀਂ ਲੱਗਦਾ। ਕਹਿੰਦੇ ਬਾਪੂ ਕਹਿੰਦਾ ਕੀ ਆ, ਸਾਨੂੰ ਸਮਝ ਨਹੀਂ ਆਉਂਦੀ। ਕੰਨ ਮੂੰਹ ਦੇ ਨਾਲ ਆ ਕੇ ਫੇਰ ਸਮਝਦੇ ਥੋੜਾ ਬਹੁਤ ਵੀ ਆਹ ਕਹਿ ਰਿਹਾ ਹੈ। ਬਰੀਕ ਨਿੱਕੀ ਆਵਾਜ਼ ਰਹਿ ਜਾਏਗੀ ਤੇਰੀ। ਸਬਤ ਪਾਤਾਲ ਕੀ ਬਾਣੀ, ਫੇਰ ਵੀ ਪਦਾਰਥਾਂ ਦੀ ਇੱਛਾ ਨਹੀਂ ਛੱਡਦਾ, ਉਹ ਇੱਛਾ ਲੱਗੀ ਰਹਿੰਦੀ ਹੈ। ਅਜੇ ਵੀ ਬਾਣੀ ਵਿੱਚ ਬੋਲਦਾ ਹੈ, ਜਣੀ ਬਚਨਾਂ ਵਿੱਚ ਬੋਲਦਾ ਹੈ ਕਿ ਮੈਨੂੰ ਸੱਤਾਂ ਪਤਾਲਾਂ ਦੀ ਮਾਇਆ ਸਾਰੀ ਇਕੱਠੀ ਕੱਢ ਕੇ ਲਿਆਇਆ, ਮੈਂ ਫਿਰ ਵੀ ਇੰਨੀ ਤ੍ਰਿਸ਼ਨਾ ਹੈ। ਇਹ ਲਾਲਚ ਦੀਆਂ ਗੱਲਾਂ ਫਿਰ ਵੀ ਕਰਦਾ ਹੈ। ਕੱਕੈ ਕੇਸ ਪੁੰਡਰ ਜਬ ਹੂਏ, ਬਿਨ ਸਾਬੂਣੇ ਉਜਲਿਆ। ਸਾਬਣ ਤੋਂ ਬਿਨਾਂ ਹੀ ਚਿੱਟੇ ਹੋ ਗਏ ਬਾਲ ਤੇਰੇ। ਇਸ ਪ੍ਰਕਾਰ ਕੇ ਇਹ ਹਾਲਤ ਬਿਰਧ ਅਵਸਥਾ ਦੀ ਹੋ ਗਈ ਹੈ। ਹੋਰ ਦੱਸਦੇ ਨੇ ਲੋਚਨ ਸ਼ਰਮ ਹੈ ਬੁੱਧ ਬਲ ਨਾਠੀ। ਬਿਰਧ ਅਵਸਥਾ ਵਿੱਚ ਲੋਚਨ ਜਿਹੜੇ ਨੇਤਰ, ਉਹਦੇ ਚੋਂ ਪਾਣੀ ਸਰਮੈ ਵਗਦਾ ਰਹਿੰਦਾ ਤੇ ਅੱਖਾਂ ਤੋਂ ਘੱਟ ਦਿਸਣ ਲੱਗ ਜਾਂਦਾ, ਧੁੰਦਲਾ ਦਿਸਣ ਲੱਗ ਜਾਂਦਾ। ਤੇ ਬੁੱਧੀ ਜਿਹੜੀ ਹੈ ਉਹ ਪਦਾਰਥਾਂ, ਜਿਹੜੇ ਪਦਾਰਥ ਚੇਤੇ ਕਰਕੇ ਭੁੱਲ ਜਾਂਦੀ ਹੈ। ਉਹਨੂੰ ਕਹੇ ਪੁੱਛਦੇ ਆ ਕੋਈ ਹੋਰ ਦੱਸਦਾ ਕੁਝ ਹੋਰ, ਬੁੱਧੀ ਕੰਮ ਨਹੀਂ ਕਰਦੀ। ਬੁੱਧੀ ਦਾ ਬਲ, ਸਰੀਰਕ ਬਲ, ਇੰਦਰੀਆਂ ਦਾ ਬਲ, ਇਹ ਤਾਂ ਇਉਂ ਸਮਝ ਲਓ ਵੀ ਨਾਠੀ ਨੱਠ ਹੀ ਗਿਆ, ਜਿਵੇਂ ਕੋਲੋਂ ਭੱਜ ਹੀ ਗਿਆ ਹੁੰਦਾ, ਐ ਹੋ ਗਿਆ। ਤਾਂ ਫਿਰ ਇਸ ਪ੍ਰਕਾਰ ਫਿਰ ਜਿਹੜੇ ਵਿਸ਼ੇ ਵਿਕਾਰ ਆਦਿ ਹਨ, ਤਾਂ ਕਾਮ ਪਵ ਸਮਾਧਾਣੀ। ਤਾਂ ਫਿਰ ਉਸ ਵੇਲੇ ਜਿਹੜੇ ਵਿਸ਼ੇ ਭੋਗੇ ਸਨ, ਉਹਨਾਂ ਦੀਆਂ ਕਾਮਨਾ ਬੁੱਢੇ ਹੋ ਕੇ ਮਧਾਣੀ ਦੀ ਤਰ੍ਹਾਂ, ਫਿਰ ਜਿਵੇਂ ਮਧਾਣੀ ਰਿੜਕਦੀ ਹੈ ਨਾ, ਐ ਫਿਰ ਚਿੱਤ ਨੂੰ ਭੋਗਿਆਂ ਦੀਆਂ ਵਾਸ਼ਨਾਵਾਂ ਮਧਾਣੀ ਦੀ ਤਰ੍ਹਾਂ ਰਿੜਕਦੀਆਂ ਨੇ। ਇਸ ਪ੍ਰਕਾਰ ਜਿਉਂ-ਜਿਉਂ ਸਰੀਰ ਕਮਜ਼ੋਰ ਹੁੰਦਾ ਹੈ, ਭੋਗਾਂ ਦੇ ਭੋਗਣ ਦੀਆਂ ਵਾਸ਼ਨਾਵਾਂ ਵੱਧਦੀਆਂ ਨੇ। ਐਸੀਆਂ ਭੈੜੀਆਂ ਵਿਕਾਰਾਂ ਦੀਆਂ ਵਾਸ਼ਨਾਵਾਂ ਚਿੱਤ 'ਚ ਫੁਰਦੀਆਂ ਰਹਿੰਦੀਆਂ ਨੇ। ਤੋ ਇਸ ਕਰਕੇ ਚਿੱਤ ਤਾਂ ਹੀ ਮਧਾਣੀ ਵਾਂਗੂ ਰਿੜਕਦੀਆਂ ਨੇ। ਫਿਰ ਉਹ ਜੇ ਤਾਂ ਚਿਤਵਣੀ ਬੁਢਾਪੇ 'ਚ ਲੱਗ ਗਈ ਵਾਹਿਗੁਰੂ ਵੱਲ, ਫਿਰ ਉਹ ਚਿਤਵਣੀਆਂ ਜਿਹੜੀਆਂ ਵਿਕਾਰਾਂ ਦੀ, ਉਹਦੇ ਥਾਂ ਤੇ ਉਹ ਜਗ੍ਹਾ ਵਿਹਲੀ ਨਹੀਂ। ਵਿਹਲੀ ਜਗ੍ਹਾ ਦੇ ਵਿੱਚ ਘਾਹ ਵੀ ਜੰਮਿਆ ਹੁੰਦਾ। ਅੰਤਸ ਕਰਨ ਦੀ ਜਗ੍ਹਾ ਵਿਹਲੀ ਨਹੀਂ ਛੱਡੀ, ਨਾਮ ਜਪ ਰਿਹਾ। ਫਿਰ ਉੱਥੇ ਜਿਹੜੀ ਜਗ੍ਹਾ ਦੇ ਵਿੱਚ ਕੋਈ ਫਸਲ ਖੜੀ ਹੈ ਸਾਧ ਸਿੰਘ ਜੀ, ਉਹ ਫਸਲ ਥੋੜੀ ਹੋਣ ਦਿੰਦੀ ਹੈ। ਫਿਰ ਜਿੱਥੇ ਦਰਖਤ ਖੜੇ ਨੇ, ਜਿਹੜਾ ਘਾਹ ਵੀ ਨਹੀਂ ਹੁੰਦਾ ਉਹਨਾਂ ਦੇ। ਤੋ ਇਸ ਤਰ੍ਹਾਂ ਹੀ ਜਿਹੜੇ ਨਾਮ ਦਾ ਜਿਹੜਾ ਪੌਦਾ ਲੱਗ ਗਿਆ, ਜਿੱਥੇ ਨਾਮ ਦੀ ਫਸਲ ਉਗ ਪਈ, ਫਿਰ ਬਾਕੀ ਨਹੀਂ ਡੀਲਾ ਜੰਮਦਾ ਹੈ। ਤੋ ਇਸ ਪ੍ਰਕਾਰ ਦੇ ਨਹੀਂ ਤਾਂ ਫਿਰ ਇਹ ਮਧਾਣੀ ਦੀ ਤਰ੍ਹਾਂ ਰਿੜਕਦੀਆਂ ਰਹਿੰਦੀਆਂ ਨੇ ਵਾਸ਼ਨਾਵਾਂ। ਤਾਂ ਤੇ ਵਿਖੇ ਭਈ ਮਤ ਪਾਵਸ। ਤਾਂ ਤੇ ਇਸ ਕਰਕੇ
ਉਸ ਵਾਸਨਾ ਕਰਕੇ ਵਿਖੇ ਵਿਸ਼ਿਆਂ ਵਿੱਚ ਪਾਵਸ ਆ ਜਿਹੜੀ ਪਾਵਸ ਰੁੱਤ ਹੈ ਨਾ ਜਿਹੜੀ ਚੱਲ ਰਹੀ ਆ ਹੁਣ ਸਾਵਣ ਭਾਦਰੋਂ ਨੂੰ ਪਾਵਸ ਰੁੱਤ ਕਹਿੰਦੇ ਨੇ। ਜਿਵੇਂ ਪਾਵਸ ਰੁੱਤ ਤੇ ਬਰਸਾਤ ਬਹੁਤ ਹੁੰਦੀ ਹੈ ਇਸ ਤਰ੍ਹਾਂ ਤਾਂ ਤੇ ਵਿਖੇ ਭਈ ਮਤ ਪਾਵਸ ਬਰਸਾਤ ਰੁੱਤ ਦੀ ਨਿਆਈ ਮਤ ਬੁੱਧੀ ਤੇਰੀ ਜਿਵੇਂ ਧਰਤੀ ਭਿੱਜੀ ਰਹਿੰਦੀ ਹੈ ਬਰਸਾਤ ਵਿੱਚ ਤੇਰੀ ਜਿਹੜੀ ਬੁੱਧੀ ਹੈ ਉਹ ਕਾਲੀ ਹੋ ਗਈ ਹੈ ਵਿਸ਼ਿਆਂ ਦੇ ਵਿਕਾਰਾਂ ਦੇ ਵਿੱਚ ਭਿੱਜੀ ਰਹਿੰਦੀ ਹੈ। ਮਤ ਵਿੱਚ ਵਿਸ਼ਿਆਂ ਦੀ ਪਾਵਸ ਬਰਸਾਤ ਹੀ ਹੋ ਰਹੀ ਹੈ ਮਾਨੋ ਇਸ ਪ੍ਰਕਾਰ ਦੀ ਤੇਰੀ ਹਾਲਤ ਹੋ ਰਹੀ ਹੈ। ਤੇ ਉਸ ਵੇਲੇ ਫਿਰ ਕਾਇਆ ਕਮਲ ਕਮਲਾਣਾ ਕਾਇਆ ਸਰੀਰ ਰੂਪੀ ਕਮਲ ਜੋ ਜਵਾਨੀ ਦੀ ਅਵਸਥਾ 'ਚ ਖਿੜਿਆ ਹੋਇਆ ਸੀ ਜੀ ਕਮਲ ਖਿੜਿਆ ਹੁੰਦਾ ਨਾ ਪਾਣੀ ਸੁੱਕ ਜਾਏ ਕਮਲ ਦੀ ਹਾਲਤ ਬੱਬਨ ਤੂੰ ਹਰਿਆਵਲਾ ਕਬਲਾ ਕੰਚਨ ਬਨ ਕੈਦ ਉਖੜੇ ਸੜੇ ਹੋਏ ਕਾਲੀ ਹੋਈ ਆ ਦਿਉਰੀ ਪ੍ਰਮਾਣ ਨਹੀਂ ਦਿੱਤੇ ਮਹਾਰਾਜ ਨੇ। ਫੇਰ ਕਿੱਧਰ ਗਈ ਜਵਾਨੀ ਮੰਜੇ ਤੇ ਪਿਆ ਨਹੀਂ ਦਿਸਦਾ। ਇਸ ਕਰਕੇ ਸਾਧ ਜੀ ਉਹ ਕਮਲਾਨਾ ਮਰਝਾ ਗਿਆ ਐ ਮਰਝਾ ਗਿਆ ਤੇਰਾ ਸਾਰਾ ਸਰੀਰ ਜੁਰੜੀਆਂ ਪੈਣ ਲੱਗ ਗਈਆਂ ਅੱਖਾਂ ਨਹੀਂ ਦਿਸਦਾ ਕੰਨਾਂ ਤੋਂ ਸੁਣਦਾ ਨਹੀਂ ਜੀਭ ਤੋਂ ਬੋਲਦਾ ਨਹੀਂ ਹੱਥ ਚੀਜ਼ ਨਹੀਂ ਫੜਦੇ ਗਲਾਸ ਫੜਦਾ ਕੰਬੀ ਜਾਂਦੇ ਨੇ ਹੱਥ ਸਿਰ ਕੰਪਿਓ ਪਗ ਡਗਮਗਾਏ ਨੈਣ ਜੋਤ ਤੇ ਹੀ। ਇਹ ਹਾਲਤ ਜਿਹੜੀ ਹੈ ਉਸ ਵੇਲੇ ਤੇਰੀ ਹੋ ਗਈ ਹੈ। ਪੰਡਤ ਗੁਲਾਬ ਸਿੰਘ ਜੀ ਨੇ ਨਹੀਂ ਲਿਖਿਆ ਤਨ ਕੇ ਬਲ ਨੇ ਅਬ ਪੀਠ ਦਈ ਅਬ ਹਾਰ ਪਰੇ ਦ੍ਰਿਗਵਾਲ ਸੰਗਾਤੀ ਤਜ ਕੇ ਇਹ ਲੋਕ ਵੇਖੇ ਹਮਕੋ ਤਜ ਆਪ ਗਏ ਸੁਰ ਲੋਕ ਸੰਜਾਤੀ ਜਗ ਮੀਤ ਸਖਾ ਮੁਖ ਫੇਰ ਗਏ ਅਬ ਸੇਵਕ ਹਾਂ ਨਾ ਪੁੱਛੇ ਮੰਬਾਤੀ ਮਮ ਆਹੇ ਪਲੰਗਮ ਹੇ ਤ੍ਰਿਸ਼ਨੇ ਇੱਕ ਤੁਮ ਮਮ ਸੰਗ ਰਹੀ ਦਿਨ ਰਾਤੀ ਹੇ ਤ੍ਰਿਸ਼ਨਾ ਤੈਂ ਨਾ ਮੇਰਾ ਸਾਥ ਛੱਡਿਆ ਜਵਾਨੀ ਸਾਥ ਛੱਡ ਗਈ ਪਰਿਵਾਰ ਸਾਥ ਛੱਡ ਗਿਆ ਅੱਖਾਂ ਸਾਥ ਛੱਡ ਗਈਆਂ ਪਰ ਤੈਂ ਮੇਰਾ ਸਾਥ ਨਾ ਬਿਰਧ ਅਵਸਥਾ ਦੇ ਵਿੱਚ ਵੀ ਜਿਹੜੀ ਤ੍ਰਿਸ਼ਨਾ ਉਹ ਸਾਥ ਨਹੀਂ ਛੱਡਦੀ। ਜੇ ਨਾਮ ਦਾ ਚਿੰਤਨ ਹੋਵੇ ਤਾਂ ਤ੍ਰਿਸ਼ਨਾ ਦੀ ਬਲਾ ਨਿਕਲਦੀ ਹੈ ਨਹੀਂ ਇਹ ਬਲਾ ਨਿਕਲਦੀ ਨਹੀਂ ਹੈ। ਤੋ ਇਸ ਕਰਕੇ ਫਿਰ ਉਹ ਤੇਰੀ ਇਹ ਹਾਲਤ ਜਦੋਂ ਹੋ ਗਈ ਹੈ ਅਵਗਤ ਬਾਣ ਛੋੜ ਮ੍ਰਿਤ ਮੰਡਲ ਤਾਂ ਫਿਰ ਉਹ ਜਿਹੜਾ ਜਦੋਂ ਕਾਇਆ ਕਮਲ ਕੁੰਬਲਾਨਾ ਇਹ ਤੇਰੀ ਦੇਹ ਕਮਲਾ ਗਈ ਫਿਰ ਇਦੋਂ ਬਾਅਦ ਤਾਂ ਹੁਣ ਗਾਹਾਂ ਵਾਲੀ ਅਵਸਥਾ ਕੀ ਹੈ ਫਿਰ ਅਗਲੀ ਅਵਸਥਾ ਤੇ ਫਿਰ ਮੌਤ ਆ ਗਈ ਤੇਰੇ ਨੇੜੇ। ਹੇ ਜੀਵ ਤੂੰ ਮਿਰਤ ਮੰਡਲ ਇਸ ਲੋਕ ਵਿੱਚ ਮਾਤ ਲੋਕ ਵਿੱਚ ਅਵਗਤ ਇੱਥੇ ਈਸ਼ਵਰ ਦਾ ਭਾਵ ਸਮਝਣਾ ਜਿਹਦੀ ਬਹੁਤ ਕਠਿਨ ਹੈ ਪ੍ਰਾਪਤੀ ਈਸ਼ਵਰ ਦੀ ਨਾਮ ਰੂਪੀ ਬਾਣੀ ਇੱਥੇ ਬਾਣ ਦਾ ਅਰਥ ਬਾਣੀ ਹੈ। ਅਵ ਵਿਸ਼ੇਸ਼ ਕਰਕੇ ਗਤ ਗਿਆਨ ਨਾਮ ਦਾ ਸਰੂਪ ਦਾ ਗਿਆਨ ਪ੍ਰਾਪਤ ਕਰਨਾ ਸੀ ਤੇ ਨਾਮ ਰੂਪੀ ਬਾਣੀ ਛੋੜ ਦਿੱਤੀ ਉਹਦੇ ਸਰੂਪ ਦਾ ਗਿਆਨ ਤਿਆਗ ਦਿੱਤਾ। ਇਸ ਕਰਕੇ ਫਿਰ ਤੇਰੀ ਇਹ ਹਾਲਤ ਹੋ ਗਈ ਤੋ ਪਾਛੇ ਪਛਤਾਣਾ ਤੈਨੂੰ ਪਾਛੇ ਪਿੱਛੋਂ ਭਾਵ ਅੰਤ ਸਮੇਂ ਅਜੇ ਬਿਰਧ ਅਵਸਥਾ ਦੇ ਸਵਾਸ ਚੱਲਦੇ ਨੇ ਹੁਣੇ ਸਾਂਭ ਲੈ ਜ਼ਿੰਦਗੀ ਜਿਹੜੀ ਬਾਕੀ ਦੇ ਸਵਾਸ ਰਹਿੰਦੇ ਨੇ ਫਿਰ ਪਛਤਾਤਾਪ ਕਰਨਾ ਪਊਗਾ ਭਾਈ ਫਿਰ ਤਾਂ ਪਛਤਾਏਗਾ। ਮਹਾਰਾਜ ਸਾਹਿਬ ਨੇ ਕਿਹਾ ਅਜੋਂ ਹੁਣ ਅਜੇ ਸਮਾਂ ਹੈ ਅਜੋਂ ਕੁਝ ਵਿਗੜਿਓ ਨਹੀਂ ਤੇਰਾ ਅਜੇ ਵੀ ਨਹੀਂ ਕੁਝ ਵਿਗੜਿਆ ਜੇ ਹੁਣ ਵੀ ਵਾਹਿਗੁਰੂ ਦੇ ਗੁਣ ਗਾਵੇਂ ਪ੍ਰਮਾਤਮਾ ਦੀ ਭਗਤੀ ਕਰਨ ਦਾ ਤੇਰਾ ਪਾਰ ਉਤਾਰਾ ਹੋਊਗਾ। ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਬਾਣੀ ਦੇ ਵਿੱਚ ਭਗਤਾਂ ਨੇ ਇੰਨੀਆਂ ਚੋਟਾਂ ਮਾਰੀਆਂ ਪਰ ਮੂਰਖ ਮਨ ਸਮਝੇ ਤਾਂ ਸਹੀ ਮਨ ਮੂਰਖ ਅਜੋਂ ਨਹੀਂ ਸਮਝਦਾ। ਕਹਿੰਦੇ ਬਿਰਧ ਅਵਸਥਾ ਦੇ ਵਿੱਚ ਤਾਂ ਹੁਣ ਨਾਮ ਜਪ ਛੱਡਦੇ ਪਰਿਵਾਰ ਦੇ ਝਾਂਜੜੇ ਝੜੇ ਈਰਖਾ ਦਵੈਸ਼ ਕਰਨੀ ਕੌੜਾ ਬੋਲਣਾ ਇਹ ਸਾਰੀਆਂ ਝੰਜਰ ਛੱਡ ਕੇ ਨਾਮ ਸਿਮਰਨ ਕਰ ਵੀ ਮੌਤ ਕਦੇ ਵੀ ਆ ਸਕਦੀ ਹੈ ਨਹੀਂ ਫਿਰ ਭਾਈ ਪਛਤਾਵਾ ਤਾਂ ਕਰਨਾ ਹੀ ਪਏਗਾ ਤੇਰੀ ਮਰਜ਼ੀ ਹੈ ਪਛਤਾਵਾ ਕਰਨਾ ਤੇ ਨਾ ਐਸਾ ਕਰ। ਅੱਗੇ ਹੁਣ ਦੱਸਦੇ ਹਨ ਨਿਕਟੀ ਦੇਹ ਦੇਖ ਤੁਨ ਉਪਜੈ ਤੇ ਜਿਸ ਵੇਲੇ ਇਹ ਜੀਵ ਬਿਰਧ ਅਵਸਥਾ ਵਿੱਚ ਤੇਰੀ ਦੇਹ ਜਿਹੜੀ ਹੈ ਨਿਕਟੀ ਦਾ ਭਾਵ ਹੈ ਨੇ ਵਿਸ਼ੇਸ਼ ਕਰਕੇ ਤੇ ਕੁਟੀ ਕੁੱਬੀ ਹੋ ਗਈ ਲੱਕ ਦੇ ਵਿੱਚ ਬਲ ਪੈਣ ਲੱਗ ਜਾਂਦਾ ਹੈ ਕੁੱਬਾ ਹੋ ਜਾਂਦਾ ਹੈ। ਉਸ ਵੇਲੇ ਫਿਰ ਤੂੰ ਆਪਣੇ ਪੋਤਰਿਆਂ ਨੂੰ ਪੜਪੋਤਿਆਂ ਨੂੰ ਤੇ ਉਹਨਾਂ ਦੀਆਂ ਨਿਕਟੀ ਜਿਹੜੀਆਂ ਨਿਕਟੀ ਨਿੱਕੀਆਂ ਨਿੱਕੀਆਂ ਦੇਹਾਂ ਨੂੰ ਦੇਖ ਕੇ ਫਿਰ ਕੀ ਕਰਦਾ ਹੈ ਧੁਨ ਉਪਜਾਏ ਆਵਾਜ਼ ਉਚਾਰਦਾ ਕੀ ਕਹਿੰਦਾ ਆ ਮੇਰਾ ਪੋਤਰਾ ਆ ਗਿਆ ਆ ਮੇਰਾ ਦੋਤਰਾ ਆ ਗਿਆ ਆ ਮੇਰਾ ਪੜਪੋਤਾ ਆ ਗਿਆ ਤੇ ਇਸ ਪ੍ਰਕਾਰ ਦਾ ਉਸ ਵੇਲੇ ਤੇਰੀ ਚਿਤਵਣੀ ਇਹ ਹੈ ਮਾਨ ਕਰਤ ਨਹੀਂ ਬੂਝੈ ਤੇ ਉਹਨਾਂ ਦੇ ਉੱਤੇ ਤੂੰ ਤਾਂ ਮਾਣ ਕਰਦਾ ਵੀ ਮੇਰੇ ਨੇ ਇਹ
ਤੇ ਫਿਰ ਤੈਨੂੰ ਇਹ ਪਤਾ ਵੀ ਬੱਚੇ ਹੁੰਦੇ ਨੇ ਸ਼ਰਾਰਤੀ, ਉਹ ਬਾਪੂ ਨੂੰ ਧੱਕਾ ਦੇ ਕੇ ਸੁੱਟ ਜਾਂਦੇ ਆ। ਉਹ ਡਿੱਗਿਆ ਹੋਇਆ ਵੀ ਮਾਣ ਕਰਦਾ, ਤੂੰ ਬੁੱਝੇ ਸਮਝਦਾ ਨਹੀਂ, ਇਹ ਨਹੀਂ ਸਮਝਦਾ ਵੀ ਤੇਰੇ ਨਹੀਂ ਹੈ। ਧੱਕਾ ਦੇ ਕੇ ਨਰਾਦਰ ਕਰਕੇ ਕਹਿੰਦਾ ਚਲ ਕੋਈ ਨਹੀਂ, ਬੱਚਾ ਮੇਰੇ ਹੀ ਹੈ। तो इस प्रकार जब जोबन था जन प्रीत करे, अब जार्थ में पए सब खारे, न है अधिकार कछु तुमरो। घर दे की कहंदे ने, खबरदार हो जी, तेरा कोई अधिकार नहीं, तेरा समा लंघ गया, हुण साडी मर्जी, असीं घर किवें चलाउणा, तू चुप करके बैठा रहा कर। हाँ एक कर लै, न है अधिकार कछु तुमरो, हुण तेरा कोई अधिकार नहीं। करना की है, लै लकटी बहु मोहे दुआरे, आ छटी फड़ लै तूत दी, सोटी लैके ते कुत्ते मोड़िया कर, उत्थे बह जा, आए गए दा ध्यान रखिया कर, आ काम है हुण तेरा, होर तेरा कोई काम नहीं। ये भावरा सिमरत पंडित गुलाब सिंह जी ने ऐसा प्रमाण दिता है। अगे हुण दस देन जी होर। लालच करे जीवन पद कारण, जीव अज्ञान दे विच जीवन जिउण दी पद पदवी कारण वास्ते अजे भी लालच करदा भी होर जिउंदा रहां, होर जिउंदा रहां। लोचन कछु ना सूझे, लोचन नाम है अखां दा, अखां नाल कछ कुछ भी सूझे, सुझदा नहीं, दिखदा नहीं, कुछ भी नहीं दिखदा, पर फिर भी बहुता जीवन मंगीए, मोआ ना लोड़ै कोए। गुरु नानक साहब दा बचन है, कहंदे बहुता जीवन मंगदा है, होर जीवां रज ना कोई जीविया, रज नहीं आउंदा जीवन तो। थाका तेज उड़िया मन पंखी, बस फिर हुण ये 6 अवस्था सी जेड़े पहरे बनाए सी, ते महाराज कहंदे विषे विकारां दी सारी जिंदगी गुजरी है, तेरी लंघी है। तां ओ फिर कहंदे दसो भी मुक्त किवें हो जूगा। वो प्रेमी ने कहा है ना, कहंदे मर के मुक्ति मिल जू। हुण वो पुछदे ने, कहंदे दस फिर मुक्ति कदों मिली। भाव नहीं मिल सकती इस तरह। जिस वेले थाका तेज, जठर अग्नि दा तेज, तेज नाम जिहड़ा सेक है जठर अग्नि दा साडे पेट दे विच, जिहड़ी खाधे पीते नूं हजम करदी है, जठर अग्नि कहंदे ने। ओहदा जिहड़ा तेज सी, इहनूं मंद अग्नि कहंदे ने वैद लोक। जिस वेले खाधा पीता हजम होण तो हट जांदा है ना, वो मंद अग्नि दा भाव है, मेदा कम छड्डदा है। कहंदे उस वेले मंद अग्नि हो गई। ओहदा अग्नि दा सेक सी जिहड़ा, ਉਹ ਜਿਹੜੀ ਅੱਗ ਅੰਨ ਨੂੰ ਖਾਦੇ ਹੋਏ ਨੂੰ ਪਚਾਉਂਦੀ ਸੀ। ਜਵਾਨੀ ਦੇ ਜੋ ਖਾ ਲਿਆ ਥੋੜੇ ਚਿਰ ਬਾਅਦ ਹੀ ਹਜਮ ਹੋ ਜਾਂਦਾ ਸੀ, ਤੇ ਹੁਣ ਸਾਰਾ ਦਿਨ ਨਹੀਂ, ਕਹਿੰਦੇ ਭੁੱਖੇ ਨਹੀਂ ਲੱਗਦੀ, ਮੇਦਾ ਨਹੀਂ ਕੰਮ ਕਰਦਾ। ਉਹ ਥੱਕ ਗਿਆ। ਥਾਕਾ ਤੇਜ, ਜਠਰਾ ਅਗਨੀ ਦਾ ਤੇਜ ਥੱਕਣ ਕਰਕੇ ਫਿਰ ਅੱਗੇ ਕੀ ਹੋਏਗਾ। ਥਾਕਾ ਤੇਜ ਬੋਲੇ ਜੀ ਦੁਬਾਰੇ ਫਿਰ। ਥਾਕਾ ਤੇਜ ਉੜਿਆ ਮਨ ਪੰਖੀ, ਉਹ ਤਾਂ ਸਮਾਪਤੀ ਹੋ ਗਈ। ਹੁਣ ਜਿਹੜਾ ਮਨ ਰੂਪੀ ਪੰਖੀ ਜੀਵ ਆਤਮਾ ਹੁਣ ਉਡਾਰੀ ਮਾਰਨ, ਪ੍ਰਾਣਾਂ ਦੇ ਘੋੜੇ ਤੇ ਚੜ੍ਹ ਕੇ ਪ੍ਰਲੋਕ ਨੂੰ ਉਡਾਰੀ ਮਾਰੀ। ਉਸ ਵੇਲੇ ਫਿਰ ਜਦੋਂ ਉਡਾਰੀ ਮਾਰ ਦਿੱਤੀ, 6 ਅਵਸਥਾ ਸਮਾਪਤ ਹੋ ਗਈਆਂ, ਤਾਂ ਫਿਰ ਅੱਗੇ ਦੱਸਦੇ ਹਨ, ਕਰ ਆਂਗਨ ਨਾ ਸੁਖਾਈ, ਤੇਰੀ ਦੇਹ ਪਈ ਹੈ ਆਂਗਨ ਬੇੜੇ ਵਿੱਚ, ਤੇ ਫਿਰ ਤੇਰੀ ਆਂਗਨ ਇਸਤਰੀ ਜਿਹੜੀ ਹੈ ਤੇਰੀ ਅਰਧੰਗਨੀ ਕਹਾਉਂਦੀ ਸੀ, ਸੁਖਾਈ ਉਹਨੂੰ ਵੀ ਨਹੀਂ ਚੰਗਾ ਲੱਗਦਾ। ਕਹਿੰਦੀ ਲੈ ਜਾਓ ਹੁਣ ਛੇਤੀ, ਘਰ ਬਹੁਤੀ ਦੇਰ ਚੰਗਾ ਨਹੀਂ, ਨਿਆਣੇ ਡਰਦੇ ਨੇ, ਡਰ ਲੱਗਦਾ ਇਹਨੂੰ ਦੇਖ ਕੇ। ਆਂਗਨ ਇਸਤਰੀ ਵੀ ਸਿਖਾਉਂਦੀ, ਚੰਗਾ ਨਹੀਂ ਲੱਗਦੀ। ਬਿਰਧ ਅਵਸਥਾ ਦੇ ਵਿੱਚ ਬਹੁਤ ਨਫ਼ਰਤ ਇੱਕ ਦੂਜੇ ਨਾਲ ਹੋ ਜਾਂਦੀ ਹੈ, ਚੰਗਾ ਨਾ ਨਹੀਂ ਲੱਗਦਾ। ਜਿਨ੍ਹਾਂ ਨੂੰ ਘਰ ਵਿੱਚ ਪਿਆਰਾ ਮੰਨਦਾ ਸੀ ਨਾ, ਉਹ ਕਹਿੰਦੇ ਨੇ ਚਲੋ ਜਲਦੀ ਕਰੋ, ਸਿਵਿਆਂ ਨੂੰ ਕਬਰਾਂ ਨੂੰ ਲੈ ਜਾਓ। ਇਹ ਆਂਗਨ ਵਿਹੜੇ ਵਿੱਚ ਸੁਖਾਈ, ਚੰਗਾ ਨਹੀਂ ਲੱਗਦਾ ਹੁਣ ਇੱਥੇ ਪਿਆ ਹੋਇਆ। ਘਰ ਕੀ ਨਾਰ ਉਰਹਿ ਤਨ ਲਾਗੀ, ਉਹ ਤਾਂ ਭੂਤ ਭੂਤ ਕਰ ਭਾਗੀ। ਉਹ ਭੂਤ ਭੂਤ ਕਰਕੇ ਕਹਿੰਦੀ ਆ, ਭੂਤ ਬਣ ਗਿਆ, ਭੂਤ ਬਣ ਗਿਆ। ਇਹ ਹਾਲਤ ਤੇਰੇ ਸਰੀਰ ਦੀ ਹੋ ਜਾਣੀ ਹੈ। ਸੋ ਇਸ ਕਰਕੇ ਭਗਤ ਕਬੀਰ ਨੇ ਜਿਵੇਂ ਬਾਣੀ ਦੇ ਵਿੱਚ ਬੈਰਾਗਮਈ ਸ਼ਬਦ ਉਚਾਰਨ ਕੀਤੇ, ਰਵਿਦਾਸ ਜੀ ਨੇ ਕੀਤੇ, ਗੁਰੂ ਸਾਹਿਬਾਨਾਂ ਕੀਤੇ, ਬੇਣੀ ਜੀ ਨੇ ਬੈਰਾਗਮਈ ਸ਼ਬਦ ਉਚਾਰਨ ਕੀਤਾ ਹੈ। ਨਾਲੇ ਉਹਦਾ ਪ੍ਰੇਮੀ ਦਾ ਉੱਤਰ ਦਿੰਦੇ ਨੇ ਅਖੀਰ ਦੇ ਵਿੱਚ, ਫਿਰ ਬੇਣੀ ਕਹੈ ਸੁਨੋ ਰੇ ਭਗਤ ਹੋ। ਬੇਣੀ ਜੀ ਦੇ ਕੋਲ ਭਗਤ ਮੰਡਲੀ ਬੈਠੀ ਹੈ, ਜਗਿਆਸੂ ਬੈਠੇ ਨੇ, ਉਹ ਵੀ ਬੈਠਾ ਜਿਹੜਾ ਕਹਿੰਦਾ ਸੀ ਨਾਮ ਜਪਣ ਦੀ ਕੀ ਲੋੜ ਹੈ, ਮਰ ਕੇ ਮੁਕਤੀ ਹਰੇਕ ਨੂੰ ਮਿਲ ਜਾਣੀ ਹੈ। ਤੋ ਇਸ ਕਰਕੇ ਭਗਤ ਜੀ ਕਹਿੰਦੇ ਨੇ, ਬੇਣੀ ਭਗਤ ਜੀ ਕਹੈ ਕਹਿੰਦੇ ਨੇ, ਰੇ ਪਰਮੇਸ਼ਰ ਦੇ ਭਗਤ ਜਨੋ,
ਹੇ ਭਗਤ ਜਨੋ, ਕਹਿੰਦੇ ਹੁਣ ਤੁਸੀਂ ਚਿੱਤ ਲਾ ਕੇ ਸੁਣੋ, ਮੇਰੀ ਗੱਲ ਨੂੰ ਸੁਣ ਲਓ ਜੋ ਮੈਂ ਕਹਿ ਰਿਹਾ ਹਾਂ। ਮਰਨ ਮੁਕਤ ਕਿਨ ਪਾਈ, ਤੇ ਦੱਸੋ ਵੀ ਮਰਨ ਕਰਕੇ ਫਿਰ ਮੁਕਤੀ ਕਿਨ ਪਾਈ, ਕਿਹਨੂੰ ਪ੍ਰਾਪਤ ਹੋਈ? ਆ ਤੁਹਾਡੀਆਂ ਅਵਸਥਾ ਦੱਸਦੀਆਂ। ਗਰਭ ਦੇ ਵਿੱਚ ਮੁਕਤੀ ਮਿਲ ਗਈ, ਪਹਿਲੀ ਅਵਸਥਾ ਕਰ ਵੀ ਉਹਦੇ 'ਚ ਨਹੀਂ ਮਿਲੀ। ਬਾਲਪਨ ਦੇ ਵਿੱਚ ਖੇਡਾਂ ਪਿਆਰੀਆਂ ਸੀ, ਉਹਦੇ ਵਿੱਚ ਨਹੀਂ ਮਿਲੀ। ਕਿਸ਼ੋਰ ਅਵਸਥਾ ਦੇ ਵਿੱਚ ਤੇ ਖਾਣ ਪੀਣ ਦੇ ਵਿੱਚ, ਬਾਲਪਨ ਖੇਡਾਂ ਦੇ ਵਿੱਚ, ਕਿਸ਼ੋਰ ਅਵਸਥਾ ਖਾਣ ਪੀਣ ਦੇ, ਜਵਾਨੀ ਵਿਸ਼ੇ ਵਿਕਾਰਾਂ 'ਚ, ਬੁਢਾਪਾ ਕਲਪਨ ਦਾ ਵਿੱਚ ਆ ਗਈ ਮੌਤ। ਫਿਰ ਪੱਲੇ ਕੀ ਆ? ਜਿਹੜੀ ਅਧਖੜ ਉਮਰ ਸੀ, ਢਲਦੀ ਜਵਾਨੀ, ਉਹਨੂੰ ਵੀ ਪੰਜਾਂ ਦੇ ਵਿੱਚ ਛੇਵਾਂ ਦੇ ਵਿੱਚ ਮੰਨਦੇ ਆ। ਤੇ ਪੱਲੇ ਕੀ ਪਿਆ ਤੇਰੇ? ਦੱਸੋ ਮੁਕਤੀ ਕਿਸ ਨੂੰ ਪਾਈ? ਭਾਵ ਵਿਸ਼ੇ ਵਿਕਾਰਾਂ ਵਿੱਚ ਜ਼ਿੰਦਗੀ ਬਰਬਾਦ ਕਰ ਲਈ, ਮੁਕਤੀ ਕਿਵੇਂ ਹੋਏਗੀ? ਨਹੀਂ ਹੁੰਦੀ। ਸਿਮਰਨ ਕਰੋ ਜੀਵਤ ਭਾਵ ਤੋਂ, ਮਰੇ ਤੋਂ ਬਿਨਾ। ਇਹ ਦੂਸਰਾ ਅਰਥ ਹੈ। ਮਰਨ ਮੁਕਤ ਕਿਨ ਪਾਈ, ਜੀਵਤ ਭਾਵ ਤੋਂ ਮਰੇ ਤੋਂ ਬਿਨਾ ਕਿਹਨੇ ਮੁਕਤੀ ਪਾਈ ਹੈ? ਜੀਵਤ ਭਾਵ ਤੋਂ ਮਰਨਾ ਪੈਂਦਾ ਹੈ। ਜੀਵਨ ਮੁਕਤ ਸੋ ਆਖੀ ਅਮਰ ਜੀਵੈ ਮਰੀਆ, ਜਿਸ ਨੇ ਵੀ ਪਾਈ ਹੈ ਜੀਵਤ ਭਾਵ ਤੋਂ ਮਰ ਕੇ ਪਾਈ ਹੈ। ਜਿਹੜੇ ਪ੍ਰੇਮੀ ਨੇ ਸ਼ੰਕਾ ਕੀਤੀ ਸੀ ਵੀ ਨਾਮ ਜਪ ਦੀ ਲੋੜ ਕੋਈ ਨਹੀਂ, ਉਹਨੂੰ ਐਨ ਸਪਸ਼ਟ ਅੱਖਰਾਂ 'ਚ ਚੰਗੀ ਤਰ੍ਹਾਂ ਉਹਦੇ ਪ੍ਰਥਾएं ਉਚਾਰਨ, ਉਹਦੇ ਪ੍ਰਥਾएं ਕੀਤਾ। ਫਿਰ ਪ੍ਰਥਾएं ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨੇ, ਸਾਰੇ ਸੰਸਾਰ ਦੀ ਸਾਂਝੀ ਹੋ ਜਾਂਦੀ ਹੈ। ਸ੍ਰੀ ਰਾਗ ਤੋਹੀ ਮੋਹੀ ਮੋਹੀ ਤੋਹੀ। ਤੇ ਹੁਣ ਸ੍ਰੀ ਰਾਗ ਦੇ ਵਿੱਚ ਭਗਤ ਰਵਿਦਾਸ ਜੀ ਦੀ ਬਾਣੀ ਹੈ ਇਹ। ਇਹਦੇ ਨਾਲ ਅੱਜ ਸ੍ਰੀ ਰਾਗ ਮਹਾਰਾਜ ਸਾਹਿਬ ਜੀ ਕਿਰਪਾ ਦਾ ਸਦਕਾ, ਗੁਰੂ ਕਿਰਪਾ ਕਰੇਗਾ, ਸਮਾਪਤੀ ਹੋਏਗੀ। ਸ੍ਰੀ ਰਾਗ ਹੈ, ਸ਼ਬਦ ਭਗਤ ਰਵਿਦਾਸ ਜੀ ਹੈ। ਭਗਤ ਰਵਿਦਾਸ ਜੀ, ਇਹਨਾਂ ਦੀ ਪਿਛਲੇ ਕਈ ਜਨਮਾਂ ਦੀ ਤਪੱਸਿਆ ਸੀ। ਵੈਸੇ ਤਾਂ ਸਵਾਮੀ ਰਾਮਾਨੰਦ ਜੀ ਦੇ ਵੇਲੇ ਇਹਨਾਂ ਦੇ 2 ਜਨਮ ਹੋਏ ਹੈ। ਰਾਮਾਨੰਦ ਦਾ ਉਹੀ 1 ਜਨਮ, ਇਹਨਾਂ ਦੇ 2 ਜਨਮ ਹੋਏ। ਉਹ ਕਿਵੇਂ? ਪਹਿਲੇ ਜਨਮ 'ਚ ਬ੍ਰਹਮਚਾਰੀ ਅਵਸਥਾ ਦੇ ਵਿੱਚ ਰਾਮਾਨੰਦ ਜੀ ਦੇ ਸ਼ਿਸ਼ ਹੋ ਕੇ ਸਵਾਮੀ ਰਾਮਾਨੰਦ ਜੀ ਵੱਲੋਂ ਇਹਨਾਂ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ ਵੀ ਤੂੰ ਬਈ ਗਧਾ ਲੈ ਕੇ ਆਉਣਾ। ਪੁਰਾਣੇ ਸਾਧੂ ਬਹੁਤ ਸਾਰੇ ਆਪਣੇ ਡੇਰਿਆਂ ਚੁੱਲ੍ਹਾ ਹੀ ਨਹੀਂ ਸੀ ਬਾਲਦੇ, ਬਸ ਉਹ ਐਸੀ ਵੀ ਹੰਗਮ ਬਿਰਤੀ ਲਾਇਆ, ਜੋ ਮਿਲ ਗਿਆ ਕ੍ਰਿਸਚੀਅਨ ਦੇਤਾ ਛਕਲੇ, ਭਜਨ ਕਰੀ ਜਾਣਾ ਵੀ ਕੌਣ ਝੰਜਟ ਕਰੂਗਾ, ਰੋਟੀਆਂ ਆਟਾ ਗੁੰਨੂ ਆਗ। ਇਹ ਫਿਰ ਗੁਰੂ ਘਰ ਦੀ ਮਰਿਆਦਾ ਮਹਾਰਾਜ ਸਾਹਿਬ ਨੇ ਬਣਾਈ ਹੈ, ਪਰ ਇਹ ਉਸ ਵੇਲੇ ਦੇ ਸੰਤਾਂ ਦੀ, ਭਾਰਤ ਦੇ ਸੰਤਾਂ ਦੀ ਮਰਿਆਦਾ ਸੀ। ਜਿਹੜੇ ਜੰਗਲਾਂ 'ਚ ਰਹਿੰਦੇ ਸੀ ਉਹ ਤਾਂ ਡਾਲੀ ਕਰਨ ਵੀ ਨਹੀਂ ਸੀ ਜਾਂਦੇ, ਬਿਰਛਾਂ ਦੇ ਪੱਤੇ ਖਾ ਲਏ, ਫਲ ਖਾ ਲਿਆ, ਜਿਹਾ ਜਿਹਾ ਮਿਲ ਗਏ, ਨਹੀਂ ਕੋਈ ਲੈ ਕੇ ਆ ਗਿਆ ਛਕ ਲਿਆ, ਨਹੀਂ ਕੋਈ ਬਿਹੰਗਮ ਬਿਰਤੀ ਰੱਖਣੀ ਪੰਛੀਆਂ ਵਾਲੀ। ਤੇ ਉਹ ਗਜਾ ਕਰਨ ਵਾਸਤੇ ਰਾਮਾਨੰਦ ਜੀ ਨੇ ਕਿਹਾ ਹੋਇਆ ਸੀ ਵੀ ਥੋੜਾ ਥੋੜਾ। ਰਾਮਾਨੰਦ ਜੀ ਨੇ ਇਹ ਆਗਿਆ ਕੀਤੀ ਹੋਈ ਸੀ, ਹਦਾਇਤ ਕੀਤੀ ਵੀ 7 ਘਰਾਂ ਤੋਂ ਅੰਨ ਲੈ ਕੇ ਆਉਣਾ। ਜਿਹੜੇ 7 ਘਰ ਅੱਜ ਮੰਗ ਲਏ, ਅਗਲੇ 7 ਅਗਲੇ ਦਿਨ ਕਰ ਲਓ, ਥੋੜਾ 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 ਲੈਣਾ। ਇਹ ਪਰੰਪਰਾ ਸੀ ਸਾਧੂਆਂ ਦੀ। ਕਬੀਰ ਸਾਹਿਬ ਨੇ ਪਰੰਪਰਾ ਬਾਣੀ 'ਚ ਲਿਖੀ ਹੈ, ਕਬੀਰ ਭਲੀ ਮਧੂ ਕਰੇ ਨਾਨਾ ਬਿਦ ਕੋ ਰਾਜ। ਨਾਜ ਇੱਥੇ ਅਨਾਜ ਨੂੰ ਕਿਹਾ ਹੈ। ਕਬੀਰ ਭਲੀ ਮਧੂ ਕਰੀ ਨਾਨਾ ਬਿਦ ਕੋ ਨਾਜ, ਦਾਵਾ ਕਾਹੂ ਕੋ ਨਹੀਂ ਬੜਾ ਦੇਸ਼ ਬੜ ਰਾਜ। ਮਧੂਕਰੀ ਦਾ ਅੰਧ ਕਹਿੰਦੇ ਸੀ। ਬ੍ਰਹਮਚਾਰੀ ਗਜਾ ਕਰਨ ਜਾਂਦਾ, ਰਸਤੇ ਵਿੱਚ ਇੱਕ ਸੰਤੋਖਾ ਨਾਮ ਦਾ ਵਿਅਕਤੀ ਸੀ, ਚਮੜੇ ਦਾ ਵਪਾਰੀ ਸੀ। ਇਹ ਜੁੱਤੀਆਂ ਬਣਾ ਕੇ ਗੁਜ਼ਾਰਾ ਕਰਦਾ ਸੀ, ਪਰ ਉਹ ਸੀ ਬੜਾ ਅੰਦਰ ਤੋਂ ਸਾਧੂ ਸੰਤਾਂ ਦਾ ਮਿਲੇ ਵੀ, ਪਰ ਉਸ ਵੇਲੇ ਜਾਤੀ ਵਿਤਕਰਾ ਨੇੜੇ ਨਹੀਂ ਸੀ ਲੱਗਣ ਦਿੰਦਾ। ਰਾਮਾਨੰਦ ਜੀ ਬ੍ਰਾਹਮਣ ਸੀ, ਇਹ ਜੁੱਤੀਆਂ ਕੱਢਣ ਵਾਲਾ ਪੁਰਖ, ਇਹਦਾ ਕਿੱਤਾ ਸੀ। ਉਹ ਬ੍ਰਹਮਚਾਰੀ ਜਦੋਂ ਕੋਲ ਦੀ ਲੰਘਿਆ ਕਰੇ, ਸੰਤੋਖਾ ਕਿਹਾ ਕਰੇ, ਬ੍ਰਹਮਚਾਰੀ ਜੀ ਸਾਡਾ ਪਿਛਲੇ ਜਨਮ ਦਾ ਕੋਈ ਮਾੜਾ ਕਰਮ ਸੀ, ਜਿਹਦੇ ਕਰਕੇ ਘਰ ਵਿੱਚ ਇਸ ਤਰ੍ਹਾਂ ਦੇ ਪਦਾਰਥ ਜਾਂ ਉਸ ਜਾਤੀ ਜਨਮ ਹੋ ਗਿਆ, ਜਿਹੜੀ ਜਾਤੀ ਨੂੰ ਰਾਮਾਨੰਦ ਵਰਗੇ ਬ੍ਰਹਮ ਗਿਆਨੀ, ਰਾਮਾਨੰਦ ਵਰਗੇ ਐਡੇ ਉੱਚ ਵਿਅਕਤੀ ਉਹ ਵੀ ਘਿਰਣਾ ਕਰਦੇ ਆ। ਪਏ ਜੇ ਹੋਰ ਨਹੀਂ ਹੋ ਸਕਦਾ, ਮੈਂ ਗਾਹਾਂ ਦਾ ਜਨਮ ਚੰਗਾ ਕਰਨਾ ਚਾਹੁੰਦਾ ਵੀ ਮੇਰੇ ਘਰ ਤੋਂ ਕਿਤੇ ਨਾ ਲੈ ਜਾ ਕਰ, ਥੋੜਾ ਜਿਹਾ ਮੇਰਾ ਵੀ ਪੁੰਨ ਪ੍ਰਤਾਪ ਨਿਬਾੜ ਜਾ, ਤੇ ਇਹ ਪੁੰਨ ਪ੍ਰਤਾਪ ਵੱਧ ਜਾਊਗਾ, ਕਿਤੇ ਛਕਾ ਦੇ ਰਾਮਾਨੰਦ ਜੀ ਨੂੰ। ਉਹਦੇ ਮਨ ਦੇ ਵਿੱਚ ਇਹ ਭਾਵਨਾ ਹੈ। ਬ੍ਰਹਮਚਾਰੀ ਸੁਣ ਕੇ ਅਣਗੌਲਿਆ ਹੀ ਕਰ ਦਿੰਦਾ ਸੀ। ਇੱਕ ਦਿਨ ਮੂਹਲੇ ਧਾਰ ਵਰਖਾ ਪੈਣ ਲੱਗ ਗਈ, ਹੁਣ ਗਜਾ ਕਰਨ 'ਚ ਮੁਸ਼ਕਲ ਆ ਗਈ। ਉਹਨੇ ਕਿਹਾ ਵੀ 7 ਘਰਾਂ 'ਚ ਕਿਹੜਾ ਫਰੂਟ ਢਿੱਲ ਕਰ ਗਿਆ। ਬ੍ਰਹਮਚਾਰੀ ਉਹ ਸੰਤੋਖ ਨੂੰ ਕਹਿੰਦਾ ਲਿਆ ਅੱਜ ਤੂੰ ਹੀ ਦੇ ਦੇ। ਫਿਰ ਉਹਦੇ ਘਰੋਂ ਲੈ ਆਂਦਾ ਗੱਫਾ ਸਾਰਾ। ਉਹ ਜਦੋਂ ਉਸਨੇ ਪ੍ਰਸ਼ਾਦਾ ਛਕਿਆ ਤੇ ਪ੍ਰਸ਼ਾਦਾ ਛਕ ਕੇ ਸਮਾਧੀ ਲਾਈ ਰਾਮਾਨੰਦ ਨੇ,
ਉਹਦੇ ਵਿੱਚ ਜਿਹੜੀ ਸੰਤੋਖੇ ਦੀ ਕਾਮਨਾ ਸੀ ਅੰਦਰ ਤੋਂ, ਸਮਾਧੀ ਨਾ ਲੱਗਣ ਦੇ। ਉਹ ਬ੍ਰਹਮਚਾਰੀ ਨੂੰ ਤਾੜ ਕੇ ਪੁੱਛਿਆ, ਕਹਿੰਦੇ ਉਰੇ ਆ ਮੇਰੇ ਕੋਲ, ਕਹਿੰਦੇ ਅੱਜ ਤੇਰੇ ਅੰਨ 'ਚ ਦੋਸ਼ ਹੈ। ਆਖੇ ਜੀ ਕਿਉਂ? ਕਹਿੰਦੇ ਮੇਰੇ ਅੰਦਰ ਬਾਸ਼ਨਾ ਉੱਠੀ ਰਹੀ ਹੈ, ਅੱਜ ਅੰਨ ਕਿਸੇ ਇਹੋ ਜਿਹੇ ਦੇ ਘਰ ਦਾ ਆ ਗਿਆ, ਕਿੱਥੋਂ ਸੱਚ ਦਾ ਕਿੱਥੋਂ ਲੈ ਕੇ ਆ ਅੰਨ, 7 ਘਰਾਂ ਦਾ ਨਹੀਂ ਹੋ ਸਕਦਾ। ਉਹਨੇ ਸੱਚ ਦਾ, ਕਹਿੰਦੇ ਸੰਤੋਖੇ ਦੇ ਘਰ ਤੋਂ ਅੰਨ ਲੈ ਕੇ ਆਇਆ। ਸਵਾਮੀ ਰਾਮਾਨੰਦ ਨਾਰਾਜ਼ ਹੋ ਗਏ, ਕਹਿੰਦੇ ਉਹ ਤੂੰ ਮੇਰੀ ਇੱਕ ਤਾਂ ਆਗਿਆ ਦਾ ਭੰਗ ਕਰ ਦਿੱਤੀ, ਆਗਿਆ ਨਹੀਂ ਮੰਨੀ ਮੇਰੀ, ਦੂਸਰਾ ਸ਼ੂਦਰ ਦੇ ਘਰ ਤੋਂ ਅੰਨ ਲੈ ਕੇ ਆਇਆ, ਇਹ ਤੂੰ ਅਵਗਿਆ ਕੀਤੀ, ਮੇਰਾ ਨਿਯਮ ਤੁੜਾ ਦਿੱਤਾ, ਮੈਂ ਸ਼ੂਦਰ ਦਾ ਪਰਛਾਵਾਂ ਨਹੀਂ ਲੈਂਦਾ, ਤੂੰ ਅੰਨ ਹੀ ਖੜਾ ਦਿੱਤਾ। ਉਹ ਕਹਿੰਦੇ ਜੀ ਚਲੋ ਸੁੱਕਾ ਸਿੱਧਾ ਸੀ ਪਰ ਲਿਆਂਦਾ, ਪਰ ਦੂਸਰਾ ਘਰ ਦਾ ਅੰਨ ਇੱਕ ਦਾ ਖਾਣ ਨਾਲ ਵੈਸੇ ਵੀ ਦੋਸ਼ ਹੁੰਦਾ ਸਾਧੂ ਨੂੰ, ਤੂੰ ਮਰਿਆਦਾ ਭੰਗ ਕਰ ਦਿੱਤੀ। ਹੁਣ ਤੈਨੂੰ ਪਤਾ ਵੀ ਉਹਨੇ ਅੰਨ ਕਿਉਂ ਦਿੱਤਾ ਹੈ? ਕਹਿੰਦੇ ਜੀ ਨਹੀਂ, ਕਹਿੰਦੇ ਪੁੱਤਰ ਦੀ ਵਾਸ਼ਨਾ ਉਹਦੇ ਮਨ 'ਚ, ਵੀ ਪੁੱਤਰ ਹੋ ਜਾਵੇ, ਵੀ ਹੁਣ ਦੇਖ ਇਹ ਵਾਸ਼ਨਾ ਪੂਰੀ ਕਰਨੀ ਪੈਣੀ ਹੈ, ਨਹੀਂ ਤਾਂ ਖਾਧੇ ਹੋਏ ਦਾ ਪਾਪ ਹੈ ਆਪਾਂ ਨੂੰ। ਮੇਰੀ ਸਮਾਧੀ ਨਹੀਂ ਲੱਗੀ, ਉਹਦੀ ਪੁੱਤਰ ਦੀ ਵਾਸ਼ਨਾ ਹੀ ਸਮਾਧੀ ਨਹੀਂ ਲੱਗਣ ਦਿੱਤੀ, ਮੇਰੀ ਆਗਿਆ ਭੰਗ ਕਰਨ ਦੇ ਕਾਰਨ ਮੈਂ ਹੁਣ ਤੈਨੂੰ ਸ਼ਰਾਪ ਦੇਣਾ, ਜੇ ਜਾ ਹੁਣ ਪੁੱਤਰ ਦੀ ਇੱਛਾ ਪੂਰੀ ਕਰਨ ਵਾਸਤੇ ਸੰਤੋਖੇ ਦੇ ਘਰ ਜੰਮ ਚੱਲ ਕੇ। ਉਹ ਬ੍ਰਹਮਚਾਰੀ ਨੇ ਆਪਣਾ ਸਰੀਰ ਤਿਆਗ ਕੇ ਸੰਤੋਖੇ ਦੇ ਘਰ ਜਨਮਿਆ, ਨਾਮ ਰਵਿਦਾਸ ਰੱਖਿਆ ਗਿਆ ਤੇ ਪ੍ਰੇਮਾ ਭਗਤੀ ਸਾਧ ਸਿੰਘ ਜੀ ਪ੍ਰਤਾਪ ਕਰਕੇ ਪ੍ਰਗਟ ਹੋਇਆ। ਪਰ ਜਦੋਂ ਸੰਸਕਾਰ ਬ੍ਰਹਮਚਾਰੀ ਵਾਲੇ ਬਣੇ ਹੋਏ, ਉਹ ਮਾਂ ਦਾ ਦੁੱਧ ਨਾ ਚੁੰਗੇ, ਉਹ ਜਦ ਦੁੱਧ ਨਾ ਚੁੰਗੇ, ਕਿਤੇ ਰਾਮਾਨੰਦ ਉਸ ਗਲੀ 'ਚ ਨੂੰ ਲੰਘੇ ਤਾਂ ਸੰਤੋਖੇ ਨੇ ਹੱਥ ਜੋੜ ਕੇ ਕਿਹਾ, ਦੂਰ ਤੋਂ ਹੀ ਮੱਥਾ ਟੇਕਦੇ ਸੀ, ਨੇੜੇ ਨਹੀਂ ਸੀ ਲੱਗਦੇ, ਕਹਿੰਦੇ ਉਹਨੇ ਭਾਵਨਾ ਦੇ ਵਿੱਚ, ਕਹਿੰਦੇ ਗੁਰੂ ਜੀ ਬੱਚਾ ਮਸਾਂ ਮਿਲਿਆ, ਕਹਿੰਦੇ ਦੁੱਧ ਨਹੀਂ ਚੁੰਗਦਾ। ਉਹਨੇ ਅੰਤਰ ਧਿਆਨ ਨੂੰ ਕਿਹਾ, ਮੇਰਾ ਤਾਂ ਉਹੀ ਬ੍ਰਹਮਚਾਰੀ ਸੇਵਕ ਹੈ। ਕਹਿੰਦੇ ਚੱਲ ਬਈ ਸੰਤੋਖਿਆ, ਵੀ ਹੁਣ ਉਹਦੇ ਕਰਕੇ ਤਾਂ ਮੈਨੂੰ ਜਾਣਾ ਹੀ ਪਊਗਾ, ਲਿਆ ਬੱਚਾ ਸੰਗਾ ਮੈਨੂੰ। ਬੱਚਾ ਲਿਆਂਦਾ, ਉਹਦੇ ਸਿਰ ਤੇ ਹੱਥ ਰੱਖ ਕੇ ਰਾਮਾਨੰਦ ਜੀ ਕਹਿੰਦੇ ਬੇਟਾ ਹੁਣ ਤੈਨੂੰ ਦੋਸ਼ ਨਹੀਂ ਹੈ, ਇਹ ਤੇਰੀ ਮਾਂ ਹੈ, ਦੁੱਧ ਚੁੰਗ। ਉਹਨੇ ਤਾਂ ਦੁੱਧ ਚੁੰਗਿਆ ਸੀ। ਵੱਡਾ ਹੋ ਕੇ ਪ੍ਰਤਾਪ ਫੈਲ ਗਿਆ ਰਵਿਦਾਸ ਜੀ ਦਾ, ਪੰਡਤਾਂ ਤੋਂ ਬ੍ਰਾਹਮਣਾਂ ਤੋਂ ਡੰਡੌਤਾ ਕਰਾ ਦਿੱਤੀਆਂ, ਲੰਮੇ ਪ੍ਰਸੰਗਨ, ਭਗਤੀ ਦੇ ਚੈਡੇ ਵਿੱਚ ਹੋਰ ਗੰਗਾ ਵਰਗਿਆਂ ਨੇ ਹੱਥ ਕੱਢ ਕੇ ਕਸੀਰੇ ਦੇ ਦਿੱਤੇ, ਲਿਆ ਕਸੀਰਾ ਹੱਥ ਕੱਢ, ਪ੍ਰਤਾਪ ਫੈਲ ਗਿਆ। ਚਤੌੜਗੜ੍ਹ ਰਾਜੇ ਦੀ ਮਹਾਰਾਣੀ ਤੱਕ ਦੇ ਸਾਸੀ ਸੇਵਕ ਬਣ ਗਏ। ਤੇ ਭਗਤੀ ਕਰਦਿਆਂ ਜਿਸ ਵੇਲੇ ਆਪ ਜੀ ਪਰਮੇਸ਼ਰ ਦੇ ਸਾਕਾਰ ਰੂਪ ਦੇ ਵਿੱਚ ਜਦੋਂ ਦਰਸ਼ਨ ਹੋ ਗਏ, ਇਹਨਾਂ ਨੂੰ ਰੱਬ ਸਾਹਮਣੇ ਮਿਲ ਗਿਆ, ਤਾਂ ਉਸ ਵੇਲੇ ਜਨਮਾਂ ਜਨਮਾਂਤਰਾਂ ਦੀ ਜਿਹੜੀ ਤਪੱਸਿਆ ਸੀ ਉਹ ਤਾਂ ਸਫਲੀ ਹੋ ਗਈ ਹੈ। ਪਰ ਮਿਲ ਕੇ ਪਰਮਾਤਮਾ ਨੇ ਇੱਕ ਚੋਜ ਕੀਤਾ ਭਗਤ ਨਾਲ। ਚੋਜ ਕੀ ਕੀਤਾ? ਵੀ ਜਿਹੜੇ ਲੋਕ ਵਿਤਕਰਾ ਕਰਦੇ ਨੇ ਜਾਤੀ ਦਾ, ਜਾਤੀ ਵਿਤਕਰਾ ਕੱਢਣ ਵਾਸਤੇ ਰਵਿਦਾਸ ਜੀ ਦੇ ਨਾਲ ਉਹੀ ਗੱਲਾਂ ਕੀਤੀਆਂ ਜਿਹੜੀਆਂ ਲੋਕ ਕਰਦੇ ਸੀ, ਰੱਬ ਨੂੰ ਤਾਂ ਨਹੀਂ ਭੇਟ ਹੈ। ਤੇ ਉਸ ਵੇਲੇ ਜਦੋਂ ਭਗਤ ਜੀ ਨੱਠ ਕੇ ਚਰਨਾਂ ਨੂੰ ਹੱਥ ਲਾਉਣ ਲੱਗੇ, ਚਰਨ ਸਪਰਸ਼ ਕਰਨ ਲੱਗੇ, ਭਗਵਾਨ ਜੀ ਪਿੱਛੇ ਉੱਡ ਕੇ ਕਹਿੰਦਾ ਪਰੇ ਪਰੇ ਇੱਥੇ ਰਹਿ। ਰਵਿਦਾਸ ਜੀ ਕਹਿੰਦੇ ਇੰਨੀ ਦੇਰ ਬਾਅਦ ਮਿਲਿਆ ਤੇ ਹੁਣ ਵੀ ਮੈਨੂੰ ਪੈਰੀ ਹੱਥ ਨਹੀਂ ਲਾਉਣ ਦਿੰਦੇ, ਕੀ ਗੱਲ ਹੈ? ਉਹ ਕਹਿੰਦੇ ਤੂੰ ਸ਼ੂਦਰ ਹੈ। ਰੱਬ ਨੇ ਜਾਣ ਕੇ ਇਹ ਗੱਲ ਕਹੀ ਵੀ ਲੋਕ ਸ਼ੂਦਰ ਕਹਿੰਦੇ ਨਾ, ਇਹ ਭਰਮ ਕੱਢਣਾ ਮੈਂ। ਕਹਿੰਦੇ ਤੂੰ ਸ਼ੂਦਰ ਹੈ, ਇਸ ਕਰਕੇ ਮੈਂ ਆਪਣੇ ਪੈਰਾਂ ਨੂੰ ਹੱਥ ਨਹੀਂ ਲਾਉਣੇ। ਲੋਕਾਂ ਵੀ ਸ਼ਾਦ ਦੀ ਬਿਮਾਰੀ ਕੱਢਣੀ ਸੀ, ਵਿਤਕਰੇ ਖਤਮ ਕਰਨੇ ਸੀ, ਤੂੰ ਨੀਵੀਂ ਜਾਤ ਹੈ। ਇਹ ਭਗਤੀ ਨਾਲ ਚੋਜ ਕੀਤਾ। ਮੈਨੂੰ ਅਪਵਿੱਤਰ ਕਰ ਦੇਂਗਾ ਤੂੰ? ਕਿਉਂ ਰਾਮਾਨੰਦ ਕਹਿੰਦਾ ਸੀ ਨਾ ਪਵਿੱਤਰ ਕਰ ਦੂੰ ਜੇ ਪਰਛਾਵਾਂ ਪਿਆ ਗਿਆ। ਭਗਵਾਨ ਜੀ ਦੇ ਸਨਮੁਖ ਫਿਰ ਉੱਥੇ ਕਹਿੰਦਾ ਠੀਕ ਹੈ, ਜੇ ਮੇਰੀ ਪਿੱਠ ਚੜ੍ਹਦੀ ਹੈ ਮੇਰੀਆਂ ਗੱਲਾਂ ਦਾ ਉੱਤਰ ਦੇ ਮੈਨੂੰ। ਰੱਬ ਨੂੰ ਕਹਿੰਦੇ ਭਗਤ ਜੇ ਮੇਰੀ ਪਿੱਠ ਚੜ੍ਹਦੀ ਹੈ ਤਾਂ ਫਿਰ ਮੈਨੂੰ ਦੱਸ। ਪਹਿਲੀ ਤਾਂ ਗੱਲ ਇੱਕ ਇਹ ਹੈ ਵੀ ਮੈਨੂੰ ਸਮਝ ਨਹੀਂ ਆਉਂਦੀ ਇਸ ਗੱਲ ਦੀ ਵੀ ਲੋਕਾਂ ਨੂੰ ਤਾਂ ਪਿੱਠ ਚੜ੍ਹਦੀ ਸੀ, ਰੱਬਾ ਤੈਨੂੰ ਵੀ ਪਿੱਠ ਚੜ੍ਹਨ ਲੱਗੀ। ਫਿਰ ਸ਼ੂਦਰ ਕਾਹਦੇ ਬਣਾਏ ਸੀ ਜੇ ਇਹਨਾਂ ਦੀ ਪਿੱਠ ਚੜ੍ਹਦੀ ਹੈ? ਕਹਿੰਦਾ ਮੈਨੂੰ ਇੱਕ ਗੱਲ ਦੱਸ ਵੀ ਜਦੋਂ ਮੇਰੇ ਹਿਰਦੇ ਦੇ ਵਿੱਚ ਇਸ ਤਰ੍ਹਾਂ, ਹੁਣ ਤੂੰ ਪੈਰਾਂ ਨੂੰ ਹੱਥ ਲਾਉਣ ਤੋਂ ਤਾਂ ਪਰੇ ਹਟ ਗਿਆ, ਕਹਿੰਦਾ ਮੇਰੇ ਹਿਰਦੇ 'ਚ ਪਰੇ ਹਟ ਕੇ ਦਿਖਾ। ਜਨਮਾਂ ਜਨਮਾਂਤਰਾਂ ਦਾ ਹਿਰਦੇ 'ਚ ਬੈਠਾ ਮੇਰੇ। ਕੋਈ ਜਵਾਬ ਨਹੀਂ। ਔਰ ਮੋਹ ਕੋਈ ਜਵਾਬ ਨਾ, ਉਸ ਵੇਲੇ ਜਵਾਬ ਨਹੀਂ ਆਇਆ ਰੱਬ ਨੂੰ। ਜਿਵੇਂ ਕਿਹਾ ਨਾ ਮੇਰੀ ਬਾਂਦੀ ਭਗਤ ਛਡਾਵੇ ਬਾਂਦੇ ਭਗਤਾਂ ਛੂਟੇ ਮੋਹੇ, ਇੱਕ ਸਮੇਂ ਮੋਹ ਕੋ ਕਹਿ ਬੰਦਾ ਤੌਫਨ ਮੋਹ ਪੇ ਜਵਾਬ ਨਾ ਆਏ। ਤੌਫਨ ਮੋਹ ਪੇ ਜਵਾਬ ਨਾ ਹੈ, ਰੱਬ ਨੂੰ ਲਾਜਵਾਬ ਕਰਦੇ ਭਗਤ ਜਨ। ਤੋ ਇਸ ਕਰਕੇ ਫਿਰ ਭਗਤ ਜੀ ਨੂੰ ਉਸ ਵੇਲੇ ਕਹਿਣ ਲੱਗੇ, ਹੇ ਪਰਮੇਸ਼ਰ ਜੀ ਚੰਗਾ ਫਿਰ ਮੈਨੂੰ ਇਉਂ ਦੱਸ,
ਸਵਾਲ ਕਰਦੇ ਨੇ ਤੋਹੀ ਮੋਹੀ ਬੋਲੋ ਜੀ। ਤੋਹੀ ਮੋਹੀ ਮੋਹੀ ਤੋਹੀ। ਕਹਿਣ ਲੱਗੇ ਪਰਮੇਸ਼ਰ ਤੋਹੀ ਤੇਰੇ ਅਤੇ ਮੋਹੀ ਮੇਰੇ ਵਿੱਚ। ਮੋਹੀ ਮੇਰੇ ਵਿੱਚ, ਤੋਹੀ ਤੇਰੇ ਵਿੱਚ। ਮੈਨੂੰ ਇਹ ਦੱਸਦੇ ਦੋਨੇ ਗੱਲਾਂ ਉਲਟਾ ਕੇ ਕਿਹਾ। ਇੱਕ ਤਾਂ ਤੋਹੀ ਤੋਂ ਸ਼ੁਰੂ ਕੀਤਾ ਵੀ ਤੇਰੇ ਔਰ ਮੇਰੇ ਵਿੱਚ, ਫਿਰ ਕਹਿੰਦੇ ਮੇਰੇ ਔਰ ਤੇਰੇ ਵਿੱਚ। ਗੱਲ ਉਹੀ ਹੈ। ਅੰਤਰ ਕੈਸਾ। ਮੈਨੂੰ ਸਮਝ ਨਹੀਂ ਆਈ ਵੀ ਆ ਅੰਤਰ ਭੇਦ ਕਿਵੇਂ ਹੋ ਗਿਆ, ਇਹ ਕਿਸ ਤਰ੍ਹਾਂ ਹੋ ਗਿਆ ਭੇਦ। ਤੋਹੀ ਤੇਰੀ ਪ੍ਰੀਤੀ ਕਰਕੇ, ਤੇਰੀ ਪ੍ਰੀਤੀ ਕਰਕੇ ਮੋਹੀ ਮੇਰੀ ਬਿਰਤੀ। ਤੇਰੀ ਪ੍ਰੀਤੀ ਨੇ ਮੇਰੀ ਬਿਰਤੀ ਮੋਹੀ। ਤੋਹੀ ਤੇਰੇ ਵਿੱਚ ਜਦੋਂ ਮੋਹੀ ਮੋਹਤ ਹੋ ਗਈ ਮੇਰੀ ਬਿਰਤੀ। ਹੇ ਮਹਾਰਾਜ ਤੇਰੇ ਤੇ ਮੇਰੇ ਵਿੱਚ ਅੰਤਰ ਭੇਦ ਕੈਸਾ। ਇਹ ਤਾਂ ਰਿਹਾ ਨਹੀਂ ਹੈ। ਹੇ ਪਰਮੇਸ਼ਰ ਅਸੀਂ ਤਾਂ ਇੱਕੋ ਹੀ ਰੂਪ ਹਾਂ, ਤੂੰ ਤੇ ਮੈਂ। ਇਹ ਗੱਲ ਤੈਨੂੰ ਕਹਿਣੀ ਚਾਹੀਦੀ ਭਗਤ, ਤੂੰ ਮੇਰਾ ਰੂਪ ਹੋ ਗਿਆ, ਸਾਡੀ ਏਕਤਾ ਹੋ ਗਈ ਹੈ, ਮੈਂ ਤੇਰਾ ਰੂਪ ਬਣ ਗਿਆ। ਤੇ ਫਿਰ ਸਾਧ ਸੰਗਤ ਜੀ ਦੂਸਰੇ ਅਰਥ ਵਿੱਚ ਫਿਰ ਬੋਲੋ ਜੀ ਤੋਹੀ ਮੋਹੀ ਸਾਰੀ ਬੋਲ ਦੋ। ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ। ਹੇ ਪਰਮੇਸ਼ਰ ਤੋਹੀ ਤੇਰੇ ਸਰਗੁਣ ਵਿੱਚ, ਮੋਹੀ ਮੇਰੇ ਜੀਵਨ ਵਿੱਚ, ਤੇ ਮੋਹੀ ਮੇਰੀ ਅਲਪਗਤਾ, ਤੋਹੀ ਤੇਰੀ ਸਰਬਗਤਾ ਵਿੱਚ ਅੰਤਰ ਫਰਕ ਕੈਸਾ। ਕਿਸ ਤਰ੍ਹਾਂ ਦਾ ਹੋਣਾ ਹੈ, ਭਾਵ ਹੈ ਹੀ ਨਹੀਂ, ਇਸ ਤਰ੍ਹਾਂ ਦਾ ਹੈ। ਇਸ ਪ੍ਰਕਾਰ ਹੈ ਪਰਮੇਸ਼ਰ ਤੋਹੀ ਤੂੰ ਅਭਿਆਕਿਰਤ ਹਿਰਨ ਗਰਭ ਵਿਰਾਟ ਰੂਪ ਹੈ, ਤੇ ਮੈਂ ਵਿਸ਼ਵ ਤੇਜਸ ਪ੍ਰਗਨਾਮੇ ਜੀਵ ਹੈ, ਤੇ ਤੂੰ ਅਦਵੈਤ ਆਨੰਦ ਰੂਪ ਹੈ। ਇਹਦੇ ਚ ਮੋਹੀ ਮੈਂ ਜੀਵ ਰੂਪ ਹਾਂ। ਤੋਹੀ ਤੇਰੇ ਵਿੱਚ ਸਤਚਿਤ ਆਨੰਦ ਸਰੂਪ, ਮੋਹੀ ਮੇਰੇ ਵਿੱਚ, ਤੂੰ ਪਦ ਦਾ ਲੱਖ ਅਰਥ ਸਤਚਿਤ ਆਨੰਦ ਰੂਪ। ਉਹ ਤਾਂ ਉਹਦੇ ਚ ਤਾਂ ਅੰਤਰਾ ਨਹੀਂ ਕੋਈ। ਕਿਸ ਤਰ੍ਹਾਂ ਦਾ ਅੰਤਰ ਹੈ। ਤੋਹੀ ਤੇਰੇ ਵਿੱਚ ਈਸ਼ਵਰ ਪੁਣੇ ਵਿੱਚ ਮਾਇਆ ਦੀ ਉਪਾਧੀ ਹੈ, ਤੇਰੇ ਕੋਲ 6 ਗੁਣ ਹੋ ਗਏ। ਮੋਹੀ ਮੇਰੇ ਵਿੱਚ ਅਵਿਦਿਆ ਉਪਾਧੀ ਕਰਕੇ 6 ਦੋਸ਼ ਹੋ ਗਏ। ਮੋਹੀ ਮੇਰੇ ਚ ਅਵਿਦਿਆ ਉਪਾਧੀ ਤਿਆਗ ਕੇ, ਤੋਹੀ ਤੇਰੇ ਵਿੱਚ ਮਾਇਆ ਉਪਾਧੀ ਤਿਆਗ ਕੇ, ਤੇ ਦੋਨਾਂ ਦੇ ਅਸਪਦ ਰੂਪ ਤਾਂ ਆਪਾਂ ਦੋਨੇ ਇੱਕੋ ਹੀ ਆ, ਤੂੰ ਸਦਾ ਸਲਾਮਤ ਨਿਰੰਕਾਰ। ਇਸ ਪ੍ਰਕਾਰ ਲੱਖ ਅਰਥ ਦੁਆਰਾ ਤੇਰੀ ਤੇ ਮੇਰੀ ਇਉਂ ਏਕਤਾ ਹੈ ਜੀ। ਫਿਰ ਅੱਗੇ ਪ੍ਰਮਾਣ ਦਿੰਦੇ ਨੇ ਕਨਕ ਕਟਕ ਜਲ ਤਰੰਗ ਜੈਸਾ। ਹੇ ਪਰਮੇਸ਼ਰ ਹਾਂ ਇੱਕ ਗੱਲ ਹੈ, ਇੰਨਾ ਕੁ ਫਰਕ ਤਾਂ ਮੈਂ ਮੰਨਦਾ ਹੋ ਸਕਦਾ ਕਿ ਸਾਡੇ ਦੋਹਾਂ ਵਿੱਚ ਤੇਰੇ ਤੇ ਮੇਰੇ ਵਿੱਚ ਇੰਨਾ ਕੁ ਫਰਕ ਹੈ। ਜੈਸੇ ਤੇ ਜਿਸ ਪ੍ਰਕਾਰ ਇਹ ਹੈ ਨਾ, ਜੈਸਾ ਜਿਸ ਪ੍ਰਕਾਰ ਕਨਕ ਸੋਨੇ ਦਾ ਨਾਮ ਹੈ, ਤੇ ਜਿਸ ਤਰ੍ਹਾਂ ਕਨਕ ਕਟਕ। ਦੁਬਾਰੇ ਬੋਲੋ ਜੀ ਸਾਰੀ ਪੰਕਤੀ। ਕਨਕ ਕਟਕ ਜਲ ਤਰੰਗ ਜੈਸਾ। ਤੇ ਕਨਕ ਸੋਨੇ, ਤੇ ਸੋਨੇ ਦਾ ਕਟਕ, ਕਟਕ ਨਾਮ ਕੜੇ ਦਾ ਹੈ। ਸੋਨੇ ਦਾ ਜਿਹੜਾ ਕੜਾ, ਜਾਂ ਫਿਰ ਜਲ ਤਰੰਗ ਜੈਸਾ। ਜਲ ਪਾਣੀ ਤੇ ਪਾਣੀ ਦੀਆਂ ਲਹਿਰਾਂ ਵਿੱਚ ਫਰਕ ਹੈ। ਸੋਨੇ ਦੇ ਕੜੇ ਸੋਨੇ ਦਾ ਰੂਪ ਨਹੀਂ ਹੁੰਦੇ ਭਗਵਾਨ ਜੀ, ਕਹਿੰਦੇ ਹੁੰਦੇ ਨੇ। ਕਹਿੰਦੇ ਪਾਣੀ ਦੀਆਂ ਲਹਿਰਾਂ, ਉਹ ਵੀ ਪਾਣੀ ਦੀਆਂ ਲਹਿਰਾਂ ਵੀ ਪਾਣੀ ਦਾ ਰੂਪ ਹੁੰਦੇ ਨੇ। ਮੇਰੇ ਤੇ ਤੇਰੇ 'ਚ ਫਰਕ ਕੀ ਆ ਫਿਰ। ਜਿਵੇਂ ਕਣਕ ਸੋਨੇ ਦਾ ਕਟਕ ਕੜੇ ਬਣਾਏ, ਤੇ ਉਹਦੇ ਵਿੱਚ ਕੜੇ ਦੇ ਵਿੱਚ ਸੋਨੇ ਤੋਂ ਬਿਨਾਂ ਹੋਰ ਤਾਂ ਕੁਝ ਨਹੀਂ, ਇੱਕ ਕੜੇ ਦਾ ਆਕਾਰ ਬਣ ਕੇ ਤੇ ਕੜਾ ਕਹਿਲਾਇਆ ਹੋਵੇ, ਪਰ ਹੁੰਦਾ ਤਾਂ ਸੋਨਾ ਹੀ ਹੈ। ਆਕਾਰ ਹੀ ਬਦਲਿਆ, ਆਕਾਰ ਦਾ ਨਾਮ ਪੈ ਗਿਆ ਕੜਾ। ਇਹ ਆਕਾਰ ਦਾ ਨਾਮ ਹੈ। ਇਉਂ ਸਾਡੇ ਭਗਤਾਂ ਦੇ ਆਕਾਰ ਬਣੇ ਨਾ, ਇਹ ਆਕਾਰ ਬਣ ਕੇ ਅਸੀਂ, ਪਰ ਹੈ ਤਾਂ ਤੇਰੀ ਅੰਸ਼, ਤੁਸੀਂ ਸੋਨੇ ਦੀ ਨਿਆਈ ਹੋ। ਤੇ ਮੂਲ ਤਾਂ ਸੋਨਾ ਹੁੰਦਾ ਹੈ। ਇਹ ਵਿਵਰਤਵਾਦ ਦੀ ਰੀਤ ਹੈ। ਸੰਸਾਰ ਵਿੱਚ ਬ੍ਰਹਮ ਵਿਵਰਤਵਾਦ ਹੈ। ਬ੍ਰਹਮ ਦਾ ਵਿਵਰਤਵਾਦ ਉਹਨੂੰ ਕਹਿੰਦੇ ਜੋ ਮੂਲ ਰੂਪ ਵਿੱਚ ਉਹੀ ਰਹੇ, ਆਕਾਰ ਬਦਲ ਲਵੇ, ਮੂਲ ਰੂਪ ਦੇ ਵਿੱਚ ਉਹੀ ਰਹੇ। ਜਿਵੇਂ ਮਿੱਟੀ ਤੋਂ ਘੜਾ, ਸੋਨੇ ਤੋਂ ਗਹਿਣਾ, ਜਲ ਤੋਂ ਲਹਿਰ, ਮੂਲ ਰੂਪ ਦੇ ਵਿੱਚ ਤਾਂ ਉਹੀ, ਦੂਸਰੇ ਸਰੂਪ ਵਿੱਚ ਉਹ ਤਬਦੀਲ ਹੋ ਜਾਵੇ। ਤੇ ਦੂਸਰਾ ਸਾਧ ਸੰਗਤ ਜੀ ਉਹ ਪਰਣਵਾਦ ਹੈ। ਉਹ ਕੀ ਹੈ, ਸੰਸਾਰ 'ਚ ਮਾਇਆ ਦਾ ਪਰਣਵਾਦ ਹੁੰਦਾ ਹੈ, ਜੋ ਬਦਲ ਕੇ ਉਹ ਰੂਪ ਨਾ ਰਹੇ। ਜਿਵੇਂ ਦੁੱਧ ਬਦਲ ਕੇ ਦਹੀਂ ਬਣ ਗਿਆ, ਮੁੜ ਕੇ ਨਹੀਂ ਦੁੱਧ ਬਣਦਾ। ਦੁੱਧ ਤੋਂ ਲੱਸੀ, ਉਹ ਤੋਂ ਜਿਹੜੀ ਦਹੀਂ ਤੋਂ ਬਾਅਦ ਲੱਸੀ ਬਣ ਗਈ, ਲੱਸੀ ਮੁੜ ਕੇ ਫਿਰ ਦਹੀਂ ਨਹੀਂ ਬਣ ਸਕਦੀ। ਇਸੇ ਪ੍ਰਕਾਰ ਜਿਹੜੀ ਇਹ ਅਵਸਥਾ ਦੇ ਵਿੱਚ ਬਦਲ ਕੇ ਮਾਇਆ ਦੀ ਅੰਸ਼ ਹੈ ਜਿਹੜੀ, ਉਹ ਹੈ ਨਾਮ ਤੇ ਰੂਪ। ਪਹਿਲਾਂ ਬਾਲਕ, ਜਵਾਨੀ, ਬਿਰਧ ਅਵਸਥਾ, ਅੰਤ ਨੂੰ ਸਰੀਰ ਮੁੱਕ ਗਿਆ, ਤਾਂ ਮਾਇਆ 'ਚ ਹੈ। ਇਹ ਮਾਇਆ ਦਾ ਪਰਣਵਾਦ ਤੇ ਬ੍ਰਹਮ ਦਾ ਵਿਵਰਤਵਾਦ ਹੈ ਸੰਸਾਰ। ਇਹ ਗੱਲ ਸਮਝਣ ਵਾਲੀ ਹੈ ਤੇ ਗਹਿਰੀ ਹੈ। ਪਰਮੇਸ਼ਰ ਸਾਰਿਆਂ 'ਚ ਸਾਖੀ ਰੂਪ ਹੋ ਕੇ ਵਰਤਦਾ, ਤੇ ਚੇਤਨ ਪਰਮੇਸ਼ਰ ਵਾਹਿਗੁਰੂ
ਚੇਤਨ ਦਾ ਚੇਤਨ ਹੀ ਹੈ ਨਾ, ਉਹ ਸੰਸਾਰ ਬਣ ਕੇ ਵੀ ਚੇਤਨ ਹੈ। ਮਾਇਆ ਅਸਤ ਜੜ ਦੁਖ ਰੂਪ ਹੈ, ਇਹ ਪਰਣਵਾਦ ਨੂੰ ਪ੍ਰਾਪਤ ਹੁੰਦੀ ਹੈ। ਜਿਹੜਾ ਚੇਤਨ ਹੈ ਉਹ ਵਿਵਰਤ ਰੂਪ ਧਾਰ ਕੇ ਅਸੰਗ ਰਹਿਣ ਵਾਲਾ ਸਤ ਚੇਤਨ ਅੰਦਰ ਰੂਪ ਹੈ। ਨਾਨਾ ਰੂਪ ਧਰੇ ਬਹੁ ਰੰਗੀ ਸਭ ਤੇ ਰਹੇ ਨਿਆਰਾ, ਐਸਾ ਪਰਮੇਸ਼ਰ ਵਾਹਿਗੁਰੂ ਹੈ। ਫਿਰ ਭਗਵਾਨ ਜੀ ਨੇ ਕਿਹਾ, ਕਹਿੰਦੇ ਵੀ ਠੀਕ ਹੈ, ਵੀ ਭੇਦ ਤਾਂ ਇਸ ਗੱਲ ਦਾ ਹੈ ਕਿ ਤੂੰ ਜੀਵ ਰੂਪ ਹੈ, ਜੀਵ ਰੂਪ ਕਰਕੇ ਜਨਮ ਮਰਨ ਵਾਲਾ ਹੈ, ਤੇ ਮੈਂ ਜੰਮਣ ਮਰਨ ਤੋਂ ਰਹਿਤ ਹਾਂ। ਰਵਿਦਾਸ ਜੀ ਨੇ ਕਿਹਾ, ਇਹ ਪਰਮੇਸ਼ਰ ਜੈਸਾ ਜਿਵੇਂ ਜਲ ਵਿੱਚੋਂ ਤਰੰਗ ਲਹਿਰ ਉੱਠਦੀ ਹੈ, ਉਹ ਲਹਿਰ ਪਾਣੀ ਤੋਂ ਵੱਖਰੀ ਤਾਂ ਨਹੀਂ ਹੁੰਦੀ, ਇਸੇ ਤਰ੍ਹਾਂ ਜੇ ਤੁਸੀਂ ਜਲ ਦੀ ਨਿਆਈ ਸੁੱਧ ਚੇਤਨ ਅੰਦਰ ਹੋ ਤਾਂ ਅਸੀਂ ਲਹਿਰ ਤੇਰੀ ਉਹ ਲਹਿਰ ਹੈ, ਅਸੀਂ ਇੱਕੋ ਹੀ ਰੂਪ ਹੈ, ਕੋਈ ਫਰਕ ਨਹੀਂ ਹੈ। ਜਲ ਤਰੰਗ ਜਿਉ ਜਲਹਿ ਸਮਾਇਆ, ਤਿਉ ਜੋਤੀ ਸੰਗ ਜੋਤ ਮਿਲਾਇਆ। ਤੇ ਫਿਰ ਵਿਚਾਰ ਸਾਗਰ ਦੇ ਵਿੱਚ ਵੀ ਐਸਾ ਕਿਹਾ ਹੈ, ਮਾਟੀ ਕੋ ਕਾਰਜ ਘਟ ਜੈਸੇ ਮਾਟੀ ਤਾਕੇ ਬਾਹਰ ਮਾਹੇ, ਉਹਦੇ ਵਿੱਚ ਬਾਹਰ ਅੰਦਰ ਮਿੱਟੀ ਹੋਈ ਹੈ। ਜਲ ਤੈ ਫੇਨ ਤਰੰਗ ਬੁਦਬੁਦਾ, ਉਪਜਤ ਜਲ ਤੇ ਜੁਦੇ ਸੋਨਾ ਹੈ, ਉਹ ਤੋਂ ਜੁਦੇ ਨਹੀਂ ਹੈ, ਪਾਣੀ ਤੋਂ ਜੁਦੇ ਜਿਹੜੇ ਬੁਦਬੁਦੇ ਨੇ। ਐਸੇ ਜੋ ਜਾ ਕੋ ਹੈ ਕਾਰਜ, ਕਾਰਨ ਰੂਪ ਪਛਾਨੋ ਤਾਹੇ, ਕਾਰਨ ਇਸ ਸਗਲ ਕੋ ਸੋ ਮੈਂ ਲੈ ਚਿੰਤਨ ਜਾਨੋ ਬੇ ਤਾਹੇ। ਵਿਚਾਰ ਸਾਗਰ ਦੇ ਪੰਡਤ ਨਿਹਚਲ ਦਾਸ ਜੀ ਨੇ ਐਸਾ ਕਥਨ ਕੀਤਾ ਹੈ। ਫਿਰ ਪਰਮੇਸ਼ਰ ਜੀ ਕਹਿਣ ਲੱਗੇ, ਰਵਿਦਾਸ ਜੀ ਤੁਸੀਂ ਜੀ ਪਾਪ ਕਰਨ ਵਾਲੇ ਮੇਰੇ ਨਾਲ ਤੇੜੀ ਕਿਵੇਂ ਤੁਲਨਾ ਦੇਈ ਜਾਂਦਾ, ਤੂੰ ਜੀ ਪਾਪ ਕਰਦੇ ਆ, ਮੈਂ ਪਾਪ ਤੋਂ ਮੁਕਤ ਹਾਂ। ਰਵਿਦਾਸ ਜੀ ਫਿਰ ਇਹਦਾ ਉੱਤਰ ਦਿੰਦੇ ਹਨ, ਜੋ ਪੈ ਹਮ ਨਾ ਪਾਪ ਕਰੰਤਾ ਅਹਿ ਅਨੰਤਾ। ਜੋ ਜੇਕਰ ਪਰਮੇਸ਼ਰ ਹਮ ਅਸੀਂ ਜੀਵ ਹੰਗਤਾ ਮਮਤਾ ਸਹਿਤ ਪਾਪ ਕਰੰਤਾ ਕਰਨ ਵਾਲੇ ਨਾ ਹੁੰਦੇ ਤਾਂ ਫਿਰ ਅਸੀਂ ਅੰਤ ਵਾਲੇ ਨਾ ਹੁੰਦੇ, ਫਿਰ ਅਸੀਂ ਅੰਤ ਵਾਲੇ ਨਹੀਂ ਸੀ ਹੋਣਾ। ਤਾਂ ਫਿਰ ਇਹ ਹੇ ਅਚਰਜ ਰੂਪ ਪਰਮੇਸ਼ਰ, ਤੇਰਾ ਨਾਮ ਅਨੰਤ ਕਿਹਨੇ ਕਹਿਣਾ ਸੀ? ਜੇ ਅਸੀਂ ਅੰਤ ਵਾਲੇ, ਤੇਰਾ ਨਾਮ ਅਨੰਤ ਤਾਂ ਪਿਆ, ਤੇ ਅੰਤ ਤੋਂ ਰਹਿਤ ਕਿਹਨੇ ਕਹਿਣਾ ਸੀ? ਫਿਰ ਤੈਨੂੰ ਤੇਰਾ ਨਾਮ ਅਨੰਤ ਤਾਂ ਹੀ ਪਿਆ ਜੇ ਅੰਤ ਵਾਲੇ ਅਸੀਂ ਆਕਾਰ ਬਣੇ ਆ, ਸਾਡੇ ਕਰਕੇ ਪਿਆ। ਜੋ ਪੈ ਹਮ ਨਾ ਪਾਪ ਕਰੰਤਾ, ਜੇ ਅਸੀਂ ਪਾਪੀ ਪੁੰਨੀ ਨਾ ਹੁੰਦੇ। ਫਿਰ ਅੱਗੇ ਹੀ ਦੱਸਦੇ ਹਨ, ਜੇ ਪਤਿਤ ਪਾਵਨ ਨਾਮ ਕੈਸੇ ਹੁੰਤਾ, ਜੇ ਅਸੀਂ ਜੀਵ ਪਾਪ ਕਰਮਾਂ ਨੂੰ ਨਾ ਕਰਦੇ ਤਾਂ ਤੁਹਾਨੂੰ ਪਤਿਤ ਪਾਵਨ ਕਿਹਨੇ ਕਹਿਣਾ ਸੀ? ਫਿਰ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ। ਜੇ ਅਸੀਂ ਪਾਪ ਕੀਤੇ, ਤੁਸੀਂ ਪਾਪੀਆਂ ਨੂੰ ਪਵਿੱਤਰ ਕੀਤਾ। ਕੈਸੇ ਹੁੰਦਾ, ਕਿਵੇਂ ਹੁੰਦਾ ਤੁਹਾਡਾ ਇਹ ਨਾਮ? ਇਹ ਵੀ ਸਾਡੀ ਬਦੌਲਤ ਹੈ, ਤੈਨੂੰ ਪਤਿਤ ਪਾਵਨ ਕਿਹਾ ਜਾਂਦਾ ਹੈ। ਤੁਸੀਂ ਸਾਡੇ, ਤੇ ਇਸ ਕਰਕੇ ਤੁਸੀਂ ਸਾਡੇ ਤੋਂ ਕੁਰਬਾਨ ਜਾਓ ਕਿ ਅਸੀਂ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਤੁਹਾਡਾ ਨਾਮ ਪਾਵ ਦਿੱਤਾ। ਤੁਸੀਂ ਤਾਂ ਸਮਾਂ ਸਾਡਾ ਧੰਨਵਾਦ ਕਰੋ ਰੱਬ ਜੀ, ਅਸੀਂ ਤੁਹਾਨੂੰ ਪਤਿਤ ਪਾਵਨ ਨਾਮ ਕਹਿਤਾ। ਪਤਿਤ ਪਾਵਨ ਨਾਮ ਹੀ ਤਾਂ ਮਿਲਿਆ, ਸਾਡੀਆਂ ਪਾਪੀਆਂ ਕਰਕੇ ਮਿਲਿਆ, ਸਾਡੇ ਕਰਕੇ ਤੁਹਾਨੂੰ ਪਤਿਤ ਪਾਵਨ ਨਾਮ ਪੈ ਗਿਆ। ਐਸੇ ਤੁਹਾਡੇ ਨਾਮ ਪਤਿਤ ਪਾਵਨ ਕਿਵੇਂ ਬਣਨਾ ਸੀ? ਭਗਤ ਰਵਿਦਾਸ ਜੀ ਨੇ ਸਾਸੀ ਭਗਤੀ ਦੇ ਪ੍ਰੇਮ ਵਿੱਚ ਆ ਕੇ ਸਮਤਾ ਦਿਖਾ ਦਿੱਤੀ ਹੈ। ਤੇ ਇਸ ਗੱਲ ਨੂੰ ਭਾਈ ਗੁਰਦਾਸ ਸਾਹਿਬ ਜੀ ਨੇ ਕਿਹਾ, ਜੋ ਹਮ ਅਦਮ ਕਰਮ ਤੈ ਪਤਿਤ ਭਏ, ਪਤਿਤ ਪਾਵਨ ਪ੍ਰਭ ਨਾਮ ਪ੍ਰਗਟਾਇਓ ਹੈ। ਜੋ ਪੈ ਦੁਖਤ ਅਰ ਦੀਨ ਪਰ ਚੀਨ ਲਗ, ਦੀਨ ਦੁਖ ਭੰਜਨ ਬਿਰਦ ਬਿਰਦ ਆਇਓ ਹੈ। ਜੋ ਗਰਸੇ ਅਰਗ ਸੁਤ ਨਰਕ ਨਿਵਾਸੀ ਭਏ, ਨਰਕ ਨਿਵਾਰਨ ਜਗਤ ਜਸ ਗਾਇਓ ਹੈ। ਗੁਣ ਕੀਏ ਗੁਣ ਸਭ ਕੋਉ ਕਰੈ ਕਿਰਪਾ ਨਿਧਾਨ, ਅਵਗੁਣ ਕੀਏ ਗੁਣ ਤੋਹੀ ਬਨ ਆਇਓ ਹੈ। ਤੂੰ ਅਵਗੁਣਾ ਵਾਲੇ ਨੂੰ ਗੁਣ ਕਰਦਾ ਹੈ। ਹੇ ਪਰਮੇਸ਼ਰ ਜੀ, ਤੇ ਤੁਸੀਂ ਇਹ ਝਗੜਾ ਨਾ ਕਰੋ, ਇਹ ਝਗੜਾ ਆਪਣੇ ਵਿੱਚ ਨਹੀਂ ਹੈਗਾ ਸੋਭਦਾ। ਤੇ ਤੁਹਾਡਾ ਨਾਮ ਭਗਤ ਬਚਲ ਵੀ ਤਾਂ ਹੀ ਪਿਆ, ਭਗਤਾਂ ਦੇ ਪਿਆਰਿਓ ਪਤਿਤ ਪਾਵਨ ਨਾਮ ਤਾਂ ਹੀ ਪਿਆ। ਭਾਈ ਗੁਰਦਾਸ ਸਾਹਿਬ ਨੇ ਇੱਕ ਜਗ੍ਹਾ ਕਿਹਾ, ਕਹਿੰਦੇ ਭਗਤ ਬਚਲ ਸੁਣ ਹੋਤ ਹੋ ਨਿਰਾਸ਼ ਰਿਦਾ। ਜਦ ਮੈਂ ਸੁਣਿਆ ਨਹੀਂ ਵੀ ਭਗਤ ਬਚਲ ਹੈ, ਕਹਿੰਦਾ ਮੈਂ ਨਿਰਾਸ਼ ਹੋ ਗਿਆ ਵੀ ਮੈਂ ਕਿਹੜਾ ਭਗਤ ਹਾਂ, ਮੈਨੂੰ ਤਾਂ ਨਹੀਂ ਰੱਬ ਪਿਆਰ ਕਰੂਗਾ। ਕਹਿੰਦੇ ਜਦ ਮੈਂ ਅੱਗੇ ਚੱਲ ਕੇ ਪੜ੍ਹਿਆ ਵੀ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ, ਕਹਿੰਦਾ ਹੌਸਲਾ ਹੋ ਗਿਆ। ਪਤਿਤ ਪਾਵਨ ਸੁਣ ਕੇ ਨਾ ਵੀ ਪਤਿਤਾਂ ਨੂੰ ਪਾਵਨ ਕਰਨ ਵਾਲਾ ਹੈ, ਕਹਿੰਦੇ ਉਸ ਵੇਲੇ ਧੀਰਜ ਆ ਗਈ, ਮੈਨੂੰ ਹੌਸਲਾ ਹੋ ਗਿਆ। ਸੋ ਇਸ ਕਰਕੇ ਸਾਧ ਸਿੰਘ ਜੀ, ਭਗਤ ਬਚਨ ਸੁਣ ਹੋਤ ਹੋ ਨਿਰਾਸ਼ ਰਿਦੈ, ਤੇ ਪਤਿਤ ਪਾਵਨ ਸੁਣ ਆਸਾ ਔਰ ਧਾਰ ਹੋ। ਫਿਰ ਆਸਾ ਵੱਜ ਗਈ ਵੀ ਚਲੋ ਪਾਪੀਆਂ 'ਚ ਤਾਂ ਹੈਗੇ ਹੀ ਹੈ। ਇਸ ਕਰਕੇ ਇੱਥੇ ਭਗਤ ਰਵਿਦਾਸ ਜੀ ਨੇ ਇਹ ਬਚਨ ਕਹਿ ਦਿੱਤੇ ਹਨ,
ਹੁਣ ਰਵਿਦਾਸ ਜੀ ਅੱਗੇ ਕਹਿੰਦੇ ਨੇ, ਹੇ ਭਗਵਾਨ ਜੀ ਸੁਣੋ। ਰਹਾਉ ਅਸਥਾਈ ਦੇ ਕੇ ਫਰਮਾਉਂਦੇ ਨੇ ਜੀ, ਤੁਮ ਜੋ ਨਾਇਕ ਆਛੋ ਅੰਤਰ ਜਾਮੀ। ਠੀਕ ਹੈ ਵੀ ਤੁਸੀਂ ਪਰਮੇਸ਼ਰ ਹੋ ਤੇ ਅਸੀਂ ਜੀਵ ਹਾਂ, ਪਰ ਪਰਮੇਸ਼ਰ ਤੁਸੀਂ ਜੋ ਸ਼੍ਰੋਮਣੀ ਨਾਇਕ ਪ੍ਰੇਰਕ ਆਛੋ ਸੁੰਦਰ ਕਹਾਉਂਦੇ ਹੋ, ਆਪਣੇ ਆਪ ਨੂੰ ਅੰਤਰਜਾਮੀ ਕਹਾਉਂਦੇ ਹੋ, ਉਸ ਦਾ ਕਾਰਨ ਕੀ ਹੈ? ਉਹਦਾ ਕਾਰਨ ਹੈ ਵੀ ਅਸੀਂ ਅਲਪੱਗ ਜੀਵ ਹਾਂ, ਤੁਸੀਂ ਸਾਡੇ ਪ੍ਰੇਰਕ ਹੋ, ਸੁਆਮੀ ਹੋ। ਅਸੀਂ ਅਲਪੱਗ ਨਾ ਹੁੰਦੇ ਤਾਂ ਤੁਸੀਂ ਸਰਵੱਗ ਸ਼੍ਰੋਮਣੀ ਕਿਵੇਂ ਅੰਤਰਜਾਮੀ ਬਣ ਜਾਂਦੇ? ਪਰਮੇਸ਼ਰ ਅਸੀਂ ਅਗਿਆਤ ਵਾਲੇ ਨਾ ਹੁੰਦੇ, ਤੁਹਾਨੂੰ ਅੰਦਰਲੀ ਜਾਣਨ ਵਾਲਾ ਅੰਤਰਜਾਮੀ ਵੀ ਕੋਈ ਨਾ ਪੈਂਦਾ। ਫਿਰ ਅਸੀਂ ਬੇਸਮਝ ਅਗਿਆਤ ਹਾਂ ਤਾਂ ਤੁਸੀਂ ਅੰਤਰਜਾਮੀ ਅੰਦਰ ਦੀ ਜਾਣਨ ਵਾਲੇ, ਅਸੀਂ ਅਗਿਆਨੀ ਹਾਂ ਅੰਦਰ ਦੇ। ਇਹ ਨਾਮ ਕਿਵੇਂ ਪੈਦਾ ਹੋ ਜਾਂਦਾ? ਤੇ ਭਗਤ ਜੀ ਕਹਿੰਦੇ ਪਰਮੇਸ਼ਰ ਸਾਡੇ ਕਰਕੇ ਤੁਹਾਡਾ ਨਾਮ ਪਿਆ ਅਤੇ ਤੁਸੀਂ ਜਾਣੋ ਕਿ ਅਸੀਂ ਸੁਆਮੀ ਹਾਂ, ਤੇ ਇਹ ਵੀ ਜਾਣਨਾ ਕਰੋ। ਇਸ ਤਰ੍ਹਾਂ ਫਿਰ ਆਪਣੀ ਏਕਤਾ ਇਉਂ ਬਣਦੀ ਹੈ। ਤੁਸੀਂ ਇਹੋ ਜਿਹੀਆਂ ਗੱਲਾਂ ਨਾ ਭਗਵਾਨ ਜੀ ਕਰੋ। ਵਿਰਾਗ ਚ ਆ ਕੇ ਕਹਿੰਦੇ ਸਾਡੇ ਕਰਕੇ ਤੁਹਾਡਾ ਇਹ ਨਾਮ ਪਿਆ, ਸਾਡੇ ਕਰਕੇ ਆਹ ਪਿਆ, ਪਤਿਤ ਪਾਵਨ ਨਾਮ ਪਿਆ, ਅੰਤਰਜਾਮੀ ਪਿਆ। ਤੇ ਇਸ ਕਰਕੇ ਅਸੀਂ ਇਹ ਜਾਣਦੇ ਹਾਂ ਕਿ ਤੁਸੀਂ ਸੁਆਮੀ ਹੋ, ਇਹ ਵੀ ਆਪਣੀ ਏਕਤਾ ਹੀ ਹੈ। ਤੇ ਕਿਰਪਾ ਕਰੋ ਮਹਾਰਾਜ ਜੀ, ਦਇਆ ਦੇ ਘਰ ਆਓ। ਤੁਸੀਂ ਇਹੋ ਜਿਹੀਆਂ ਗੱਲਾਂ ਕਿਉਂ ਕਰਦੇ ਹੋ? ਪ੍ਰਭ ਤੇ ਜਨ ਜਾ ਨੀਜੈ ਜਨ ਤੇ ਸੁਆਮੀ। ਕਹਿੰਦੇ ਹੇ ਭਗਵਾਨ ਜੀ, ਤੇਰੀ ਭਗਤੀ ਦੁਆਰਾ ਅਸੀਂ ਭਗਤ ਜਨ ਜਾਨੀਜੈ ਜਾਣੇ ਜਾਂਦੇ ਹਾਂ। ਜੇ ਤੇਰੀ ਭਗਤੀ ਕਰਦੇ ਹਾਂ ਤਾਂ ਸਾਨੂੰ ਤੇਰੇ ਜਨ ਕਹਿੰਦੇ ਆ ਲੋਕ। ਇਸ ਕਰਕੇ ਪ੍ਰਭ ਤੇ ਜਨ ਜਾਨੀਜੈ, ਅਸੀਂ ਪ੍ਰਭੂ ਤੇਰੇ ਕਰਕੇ, ਤੇਰੀ ਭਗਤੀ ਕਰਕੇ ਜਾਣੇ ਜਾਂਦੇ ਹਾਂ। ਅਤੇ ਸਾਡੇ ਭਗਤ ਜਨਾਂ ਤੇ ਦੁਆਰਾ ਜਨ ਤੇ ਸੁਆਮੀ, ਤੁਸੀਂ ਸੁਆਮੀ ਮਾਲਕ ਜਾਣੇ ਜਾਂਦੇ ਹੋ। ਜੇ ਭਗਤ ਨਾ ਹੋਣ ਤੁਹਾਨੂੰ, ਫਿਰ ਇਹ ਦੱਸੋ ਤੁਹਾਡਾ ਗਿਆਨ ਕਿਹਨੂੰ ਕਰਾਓਗੇ? ਤੇ ਨਾਸਤਿਕ ਤਾਂ ਤੁਹਾਨੂੰ ਪਹਿਲੇ ਹੀ ਨਹੀਂ ਮੰਨਦੇ। ਤੁਹਾਨੂੰ ਜਾਣੂਗਾ ਕੌਣ? ਭਗਤਾਂ ਦੁਆਰਾ ਤੁਸੀਂ ਜਾਣੇ ਜਾਂਦੇ ਹੋ। ਕੌਣ ਜਾਣੂਗਾ ਤੁਹਾਨੂੰ ਜੇ ਭਗਤ ਹੀ ਨਹੀਂ ਹੈ ਤੁਹਾਡੇ? ਨਾਸਤਿਕ ਤਾਂ ਮੰਨਦੇ ਨਹੀਂ ਵੀ ਤੂੰ ਹੈ। ਇਸ ਕਰਕੇ ਇਹ ਝਗੜੇ ਨੂੰ ਸਮਾਪਤ ਕਰ ਦਿਓ ਪ੍ਰਭੂ ਜੀ। ਪ੍ਰਭ ਤੇ ਜਨ ਜਾਨੀਜੈ ਜਨ ਤੇ ਸੁਆਮੀ, ਆਪਣੀ ਏਕਤਾ ਹੈ। ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਭਗਤਾਂ ਦੀ ਬਾਣੀ, ਕਿੱਡੇ ਕਿੱਡੇ ਮਿੱਠੇ ਸ਼ਬਦ ਉਹਨਾਂ ਨੂੰ ਆਪਣੇ ਸਨਮੁਖ ਕਰਕੇ ਬਖਸ਼ੇ ਸਾਨੂੰ। ਇਸ ਕਰਕੇ ਵੀ ਕਹਿੰਦੇ ਆਪਣੀ ਏਕਤਾ ਹੈ, ਫਰਕ ਨਹੀਂ ਹੈ। ਪਰਮੇਸ਼ਰ ਨੇ ਫਿਰ ਸਰਗੁਣ ਸਰੂਪ ਵਿੱਚ ਪ੍ਰਸੰਨ ਹੋ ਕੇ ਰਵਿਦਾਸ ਜੀ ਨੂੰ ਗਲ ਬੱਕੜੀ ਪਾ ਲਈ। ਕਹਿਣ ਲੱਗੇ ਭਗਤ ਜੀ, ਮੈਂ ਤਾਂ ਨਾ ਚੋਜ ਕਰਦਾ ਸੀ ਤੇਰੇ ਨਾਲ, ਜਿਵੇਂ ਮਾਂ-ਬਾਪ ਨਹੀਂ ਕਈ ਵਾਰੀ ਲਾੜਲੇ ਬੱਚੇ ਨਾਲ ਚੋਜ ਕਰਨ ਲੱਗ ਜਾਂਦੇ ਆ। ਮੈਂ ਲਾੜ ਕਿਹਦੇ ਨਾਲ ਕਰਾਂ? ਤੁਸੀਂ ਮੇਰੇ ਪੁੱਤਰ ਹੋ। ਮੈਂ ਤਾਂ ਸੰਸਾਰ ਦੇ ਵਿੱਚੋਂ ਇਹ ਜਾਤੀ ਵਿਤਕਰਾ ਕੱਢਣ ਵਾਸਤੇ ਤੇਰੇ ਨਾਲ ਚੋਜ ਕੀਤਾ। ਵੀ ਰਵਿਦਾਸ ਮੈਂ ਹੋ ਗਿਆ ਤੇਰੇ ਤੇ ਪ੍ਰਸੰਨ। ਇੰਨੀਆਂ ਗੱਲਾਂ ਤੂੰ ਕੀਤੀਆਂ, ਬਿਲਕੁਲ ਠੀਕ ਹੈ। ਜੇ ਤੁਸੀਂ ਨਾ ਹੋ ਮੈਨੂੰ ਕੌਣ ਜਾਣਦਾ? ਨਾਸਤਿਕ ਤਾਂ ਮੰਨਦੇ ਨਹੀਂ ਮੈਨੂੰ। ਪ੍ਰਭ ਤੇ ਜਨ ਜਾਨੀ ਜਾਂ ਜਨ ਤੇ ਸੁਆਮੀ, ਮੈਂ ਤੁਹਾਡੇ ਕਰਕੇ ਸੁਆਮੀ ਮਾਲਕ ਜਾਣਿਆ ਜਾਣਾ, ਤੁਸੀਂ ਮੇਰੇ ਕਰਕੇ ਜਾਣੇ। ਵਾਕਈ ਆਪਣੀ ਏਕਤਾ ਹੈ, ਤੁਸੀਂ ਮੇਰਾ ਰੂਪ ਹੋ ਗਏ। ਵੀ ਹੁਣ ਮੇਰੀ ਖੁਸ਼ੀ ਹੈ ਵੀ ਮੇਰੇ ਕੋਲੋਂ ਮੰਗ ਲੈ, ਕੁਛ ਬਾਹਰ ਮੰਗ ਲੈ। ਤੇ ਭਗਤ ਜੀ ਨੂੰ ਜਦੋਂ ਗਲ ਬੱਕੜੀ ਪਾ ਕੇ ਕਿਹਾ ਵੀ ਭਗਤ ਜੀ ਬਾਹਰ ਮੰਗੋ, ਜੋ ਮੰਗਣਾ ਮੈਂ ਉਹੀ ਦਊਂਗਾ। ਭਜਨ ਸਿਮਰਨ ਦੀ ਵੀ ਏਕਤਾ ਹੋ ਗਈ ਆ ਹੁਣ। ਉਹ ਮੁਕਤ ਹੋ ਜਾਂਦੇ ਨੇ। ਬਾਕੀ ਜੋ ਪਰਮੇਸ਼ਰ ਦੇ ਸਿਮਰਨ ਨਹੀਂ ਕਰਦੇ ਉਹ ਨਹੀਂ ਮੁਕਤ ਹੋ ਸਕਦੇ। ਭਗਤ ਰਵਿਦਾਸ ਜੀ ਪਰਮੇਸ਼ਰ ਨੂੰ ਕਹਿਣ ਲੱਗੇ, ਜੇ ਤੁਸੀਂ ਪ੍ਰਸੰਨ ਹੋ ਗਏ ਹੋ, ਪਹਿਲੀ ਤਾਂ ਗੱਲ ਹੈ ਵੀ ਮੈਨੂੰ ਹੁਣ ਮੰਗਣ ਦੀ ਲੋੜ ਹੈ ਕੋਈ ਨਹੀਂ। ਮੈਂ ਤਾਂ ਤੁਹਾਨੂੰ ਮੰਗਦਾ ਰਿਹਾ, ਤੁਸੀਂ ਮਿਲ ਗਏ, ਮੇਰੀ ਤਾਂ ਮੰਗ ਪੂਰੀ ਹੋ ਗਈ। ਜਦੋਂ ਇੱਕ ਮੰਗ ਪੂਰੀ ਹੋ ਜਾਏ ਫਿਰ ਦੁਬਾਰੇ ਤਾਂ ਫਿਰ ਇਹ ਕੋਈ ਬਹੁਤ ਹੀ ਵਧੀਆ ਗੱਲ ਨਹੀਂ ਹੈ। ਕਿਉਂ ਮੰਗਾ ਹੁਣ ਮੈਂ ਬਿਨ ਤੁਧ ਹੋਰ ਜੇ ਮੰਗਣਾ? ਕਹਿੰਦੇ ਮੇਰੀ ਖੁਸ਼ੀ ਹੈ ਹੁਣ ਨਹੀਂ, ਮੈਂ ਕੁਛ ਨਾ ਕੁਛ ਦੇਣਾ ਚਾਹੁੰਦਾ। ਇੰਨੇ ਚੋਜ ਕੀਤੇ, ਤੂੰ ਸਾਰੀਆਂ ਗੱਲਾਂ ਦਾ ਉੱਤਰ ਦੇ ਗਿਆ। ਤੋਹੀ ਮੋਹੀ ਤੋਂ ਸ਼ੁਰੂ ਕਰਕੇ ਸਾਰੇ ਉੱਤਰ ਦੇ ਦਿੱਤੇ, ਪਰ ਹੁਣ ਤੋਂ ਮੰਗ ਲੈ। ਕਹਿਣ ਲੱਗੇ ਅੱਛਾ ਪਰਮੇਸ਼ਰ ਜੀ, ਜੇ ਤੁਸੀਂ ਮੰਗਦੇ ਹੋ ਫਿਰ ਅਖੀਰੀ ਵਾਰ ਦੀ ਤਾਂ ਫਿਰ ਮੇਰੀ ਇੱਕੋ ਹੀ ਤਮੰਨਾ ਹੈ, ਇਹ ਮੇਰੀ ਪੂਰੀ ਕਰ ਦਿਓ ਜੇ। ਕੀ ਮੰਗਿਆ ਸੁਣੋ ਜੇ। ਸਰੀਰ ਆਰਾਧੈ ਮੋਕੋ ਵਿਚਾਰ ਦੇਹੋ। हे ਪਰਮੇਸ਼ਰ, ਸਰੀਰ ਆਰਾਧੈ, ਜਿੰਨਾ ਚਿਰ ਮੇਰਾ ਸਰੀਰ ਦੇਹ ਰਹੇ ਸੰਸਾਰ ਵਿੱਚ, ਜਿੰਨਾ ਚਿਰ ਤੁਸੀਂ ਮੇਰੀ ਦੇਹ ਰੱਖਣੀ ਹੈ, ਉਨਾ ਚਿਰ ਮੈਂ ਤੁਹਾਨੂੰ ਆਰਾਧਦਾ ਰਹਾ। ਜਿੰਨਾ ਚਿਰ ਮੇਰੇ ਸਰੀਰ ਦੇ ਸਵਾਸ ਚੱਲਦੇ
ਉਹਨਾਂ ਚਿਰ ਭਜਨ ਸਿਮਰਨ ਕਰਦੇ ਰਹਾਂ। ਇਹ ਮੈਨੂੰ ਵਰ ਦੇ ਦਿਓ, ਤੂੰ ਨਾ ਮੈਨੂੰ ਭੁੱਲੇ। ਇੱਕ ਇਹ ਬਖਸ਼ਿਸ਼ ਕਰੋ, ਤੇ ਦੂਸਰੀ ਮੈਨੂੰ ਜੀਵ ਈਸ਼ ਦੀ ਏਕਤਾ ਦਾ ਮੌਕੋ ਮੈਨੂੰ ਇਹ ਵਿਚਾਰ ਦੇ ਦਿਓ, ਹੇ ਪਰਮੇਸ਼ਰ ਤੁਹਾਡਾ ਸਰੂਪ ਸਤ ਚਿਤ ਆਨੰਦ ਤੇ ਮੇਰਾ ਵੀ ਸਤ ਚਿਤ ਆਨੰਦ ਸਰੂਪ ਹੈ। ਮਾਇਆ ਦੇ ਮੋਹ ਵਿੱਚ ਮੈਨੂੰ ਜਿਹੜਾ ਇਹ ਗਿਆਨ ਮੈਨੂੰ ਮਾਇਆ ਭੁਲਾ ਨਾ ਦੇਵੇ, ਅਵਿਦਿਆ ਵਿੱਚ ਪਾ ਕੇ ਮੈਨੂੰ ਇਹ ਸਰੂਪ ਦਾ ਗਿਆਨ ਵਿਸਾਰ ਨਾ ਦੇਵੇ। ਤੁਹਾਡੀ ਮਾਇਆ ਇਹਨੂੰ ਹਟਾ ਕੇ ਰੱਖਿਓ। ਤੀਜੀ ਹੈ, ਹੇ ਪਰਮੇਸ਼ਰ ਮੈਂ ਸੰਗਤ ਮੰਗਦਾ। ਤੀਸਰੀ ਮੰਗ ਮੇਰੀ ਇਹ ਹੈ। ਪਰਮੇਸ਼ਰ ਜੀ ਕਹਿੰਦੇ ਕਿਹਦੀ ਸੰਗਤ ਮੰਗਦੇ ਹੋ? ਤੁਸੀਂ ਤਾਂ ਆਪ ਹੀ ਸੰਗਤ ਕਰਨ ਵਾਲੇ ਹੋ। ਕਹਿੰਦੇ ਨਹੀਂ ਮਹਾਰਾਜ ਮੈਨੂੰ ਆਹ ਸੰਗਤ ਦਿਓ, ਉਹਨਾਂ ਦੇ ਰਵਿਦਾਸ ਸਮ ਦਲ ਸਮਝਾਵੇ ਕੋ। ਭਗਤ ਰਵਿਦਾਸ ਜੀ ਕਥਨ ਕਰਦੇ ਆ ਕਿ ਹੇ ਮਹਾਰਾਜ ਜਿਹੜਾ ਤੇਰਾ ਦਲ ਨਾਮ ਹੈ ਸਮੂਹ ਦਾ। ਸਮੂਹ ਕੀ ਹੈ? ਸੰਸਾਰ ਦੇ ਅੰਦਰ ਸਮਾਨ ਰੂਪ ਹੋ ਕੇ ਵਿਆਪਕ ਹੈ। ਜਿਹੜੇ ਤੇਰੇ ਸੰਤ ਮਹਾਤਮਾ ਆਹ ਗੱਲ ਸਮਝਾਉਣ ਵਾਲੇ ਹੋਣ ਕਿ ਤੂੰ ਆਕਾਸ਼ ਦੀ ਨਿਆਈ ਵਿਆਪਕ ਹੈ, ਉਹਨਾਂ ਦੀ ਸੰਗਤ ਵਿੱਚ ਬੈਠਣਾ ਉੱਠਣਾ ਮੈਨੂੰ ਹੋਵੇ। ਮੈਂ ਮਨਮਤੀਆਂ ਦੇ ਕੋਲ ਨਾ ਕਦੇ ਵੀ ਬੈਠਾਂ। ਜਿਹੜੇ ਤੇਰੇ ਤਤਵੇ ਤੇ ਬ੍ਰਹਮ ਗਿਆਨੀ ਸਮਝਾਉਣ ਵਾਲੇ ਹੋਣ ਤੇ ਉਸ ਚਿਦਾਕਾਸ਼ ਬ੍ਰਹਮ ਚੇਤਨ ਤੋਂ ਬਿਨਾਂ ਵੀ ਹੋਰ ਕੋਈ ਆਕਾਰ ਹੈ ਹੀ ਨਹੀਂ, ਸਭ ਮਾਇਆ ਦੇ ਕਲਪੇ ਹੋਏ ਨੇ। ਸਮਝਾਉਣ ਵਾਲਿਆਂ ਦੀ ਸੰਗਤ ਮੈਨੂੰ ਐਸਾ ਸਮਝਾਉਣ ਵਾਲਿਆਂ ਦੀ ਸੰਗਤ ਦਿਓ ਮਹਾਰਾਜ। ਇਹ ਸੰਗਤ ਕਰਨੀ ਕਰਾਂ ਮੈਂ। ਸਰੀਰ ਕਰਕੇ ਆਪ ਜੀ ਨੂੰ ਆਰਾਧਦੇ ਰਹੀਏ, ਵਿਚਾਰਦੇ ਰਹੀਏ, ਤੇ ਤੁਸੀਂ ਕਿਰਪਾ ਕਰੋ ਮਹਾਰਾਜ। ਤੁਸੀਂ ਤੇ ਮੈਂ ਇੱਕੋ ਰੂਪ ਹੀ ਹਾਂ। ਇਹ ਬਖਸ਼ਿਸ਼ ਦੇਣਾ ਕਰੋ ਮਹਾਰਾਜ। ਵਿਤਕਰਾ ਵਾਲੀ ਜਿਹੜੀ ਮਾਇਆ ਵਿਤਕਰੇ ਪਾਉਣ ਵਾਲੀ ਹੈ, ਇਹ ਮੇਰੇ ਤੇ ਪ੍ਰਭਾਵ ਨਾ ਪਾਵੇ। ਇੱਥੇ ਸਾਧ ਸੰਗਤ ਜੀ ਸ੍ਰੀ ਰਾਗ ਦੀ ਸੰਪੂਰਨਤਾ ਹੋਈ ਹੈ। ਇਹਦੇ ਵਿੱਚ ਸਾਰੇ ਕੁੱਲ ਭਗਤਾਂ ਦੇ ਤੇ ਗੁਰੂ ਸਾਹਿਬਾਨਾਂ ਦੇ, ਜਿਵੇਂ ਸਮਝ ਲਓ ਵੀ ਗੁਰੂ ਨਾਨਕ ਸਾਹਿਬ ਜੀ ਦੇ 33 ਸ਼ਬਦ ਆਏ, ਤੀਸਰੇ ਪਾਤਸ਼ਾਹ ਦੇ ਸ਼ੁਰੂ ਦੇ 31 ਸ਼ਬਦ ਆਏ, ਚੌਥੇ ਪਾਤਸ਼ਾਹ ਦੇ 6 ਆ ਗਏ, ਪੰਜਵੇਂ ਪਾਤਸ਼ਾਹ ਦੇ ਫਿਰ 30 ਸ਼ਬਦ ਆ ਗਏ, ਫਿਰ ਅਸ਼ਟਪਦੀਆਂ ਸ਼ੁਰੂ ਹੋ ਗਈਆਂ। ਪਹਿਲੇ ਪਾਤਸ਼ਾਹ ਦੇ 17 ਹੋ ਗਈਆਂ, ਤੀਸਰੇ ਪਾਤਸ਼ਾਹ ਦੀਆਂ ਅਸ਼ਟਪਦੀਆਂ 8 ਹੋ ਗਈਆਂ, ਪੰਜਵਿਆਂ ਦੀਆਂ 2 ਹੋ ਗਈਆਂ। ਇਹ ਸਾਰੀ ਗਿਣਤੀ ਆਪਾਂ ਛਿੰਝ ਵਾਲੇ ਸ਼ਬਦ ਹੋ ਗਏ, ਪਹਿਰਿਆਂ ਦੇ ਹੋ ਗਏ, ਸ਼ੰਤ ਹੋ ਗਏ, ਇਹਨੂੰ ਗਿਣਦੇ ਜਾਈਏ ਫਿਰ ਭਗਤਾਂ ਦੇ ਸ਼ਬਦ 210 ਸ਼ਬਦ ਇਹ ਸ੍ਰੀ ਰਾਗ ਦੇ। ਇੱਥੇ ਸਾਧ ਸੰਗਤ ਜੀ ਸਾਰਾ ਰਾਗ ਸੰਪੂਰਨ ਹੋਇਆ। ਤੇ ਅਰਦਾਸ ਦੇ ਵਿੱਚ ਵੀ ਭਾਈ ਇਹ ਅੱਖਰ ਕਹੇ ਜਾਣ ਕਿ ਸਤਿਗੁਰੂ ਜੀ ਤੁਹਾਡੀ ਕਿਰਪਾ ਦੇ ਨਾਲ ਅੱਜ ਸ੍ਰੀ ਰਾਗ ਦੀ ਸੰਪੂਰਨਤਾ ਹੋਈ ਹੈ, ਤੇ ਕੱਲ ਨੂੰ ਮਾਝ ਰਾਗ ਸ਼ੁਰੂ ਕਰਨ ਦੀ ਆਗਿਆ ਬਖਸ਼ਿਓ ਜੀ। ਤੇ ਇਸੇ ਤਰ੍ਹਾਂ ਨਿਰਵਿਘਨ ਕਥਾ ਚੱਲਦੀ ਰਹੇ ਤੇ ਵਿਦਿਆਰਥੀ ਪੜ੍ਹਦੇ ਰਹਿਣ, ਸਮਝਦੇ ਰਹਿਣ, ਗਿਆਨੀ ਸਿੰਘ ਬਣ, ਹੋਰ ਮਾਈ ਭਾਈ ਸਰੋਤੇ ਲਾਭ ਉਠਾਉਂਦੇ ਰਹਿਣ। ਇਹ ਜਿਵੇਂ ਰਵਿਦਾਸ ਜੀ ਨੇ ਮੰਗਿਆ ਆਪਾਂ ਵੀ ਮੰਗੀਏ ਕਿ ਮਹਾਰਾਜ ਜਿੰਨਾ ਚਿਰ ਸਰੀਰ ਹੈ ਸਾਨੂੰ ਇਹ ਗੱਫੇ ਦਿੰਦੇ ਹੀ ਰਹੋ, ਇਹ ਸਾਨੂੰ ਸੰਗਤ ਮਿਲਦੀ ਹੀ ਰਹੇ। ਆਓ ਹੁਣ ਇੱਥੇ ਸਮਾਪਤੀ ਹੈ ਜੀ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਕੱਲ ਨੂੰ ਮਾਝ ਰਾਗ ਪ੍ਰਾਰੰਭ ਹੋਏਗਾ ਜੀ। ਹਾਂਜੀ। ਸਰੀਰ ਆਰਾਧੈ ਉਹ ਕੋ ਵਿਚਾਰ ਦਿਓ, ਰਵਿਦਾਸ ਸਮਦਲ ਸਮਝਾਵੈ ਕੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।